ਤੇ ਗੱਲ ਇਹ ਕਹੀ ਜਾਂਦੀ ਕਿ ਬੀਬੀ ਜੀ ਨੂੰ ਪ੍ਰਧਾਨ ਨਹੀਂ ਐਤਕੀ ਬਣਾਇਆ ਗਿਆ ਤਾਂ ਕਰਕੇ ਉਹਨਾਂ ਨੇ ਪਾਰਟੀ ਬਣਾ ਲਈ। ਜੇ ਪ੍ਰਧਾਨ ਕੋਈ ਮੇਰੇ ਵਾਂਗੂ ਡਟ ਕੇ ਰਹਿੰਦਾ ਜਾਂ ਅੜ ਕੇ ਰਹਿੰਦਾ ਤੇ ਉਹਦਾ ਫਿਰ ਇਹੀ ਹੈ ਨਾ ਵੀ ਪਾਰਟੀ ਚੋਂ ਬਾਹਰ ਕੱਢੋ। ਉਹ ਕਿਸੇ ਦੀ ਪਾਵਰ ਬਣ ਹੀ ਨਹੀਂ ਦਿੰਦੇ, ਕਿਸੇ ਨੂੰ ਅੱਗੇ ਆਉਣ ਹੀ ਨਹੀਂ ਦਿੰਦੇ। ਕਿਸੇ ਨੂੰ ਗੱਲ ਕਰਨ ਦਾ ਹੁਕਮ ਕੀ ਹੈ ਉੱਥੇ? ਤੁਸੀਂ ਮੰਨਦੇ ਹੋ ਅੱਜ ਜਥੇਦਾਰ ਸਾਹਿਬ ਗੁਲਾਮ ਨੇ? ਦੇਖੋ ਜਿਹਨੂੰ ਹੁਣ ਬੋਲਣ ਤੋਂ ਵੀ ਡੱਕਣ ਦੇ ਆ ਵੀ ਜੇ ਬੋਲੇਗਾ ਤਾਂ ਲਾ ਦੇਾਂਗੇ, ਕਿਤੇ ਜਾ ਵੀ ਨਹੀਂ ਸਕਦਾ। ਨਹੀਂ ਚਲ ਜਾਣਾ ਚਾਹੀਦਾ, ਕਿਉਂ ਗੁਲਾਮ ਹੁੰਦੇ? ਜਦੋਂ ਮੈਂ ਸਿੱਖਾਂ ਦੀ ਆਵਾਜ਼ ਚੁੱਕਦੀ ਹਾਂ ਉਦੋਂ ਕਹਿੰਦੇ ਕਿ ਬੀਬੀ ਜੀ ਸਿੱਖਾਂ ਦੀ ਆਵਾਜ਼ ਕੋਈ ਚੱਕਦੀ, ਇਕੱਲੇ ਅਕਾਲੀਆਂ ਦੀ ਚੱਕੇ। ਤਾਂ ਹੁਣ ਸੁਖਬੀਰ ਸਿੰਘ ਬਾਦਲ ਦਾ ਕੱਲ ਬਿਆਨ ਆਉਂਦਾ, ਉਹ ਕਹਿੰਦੇ ਕਿ ਜਿਹੜੇ ਪਾਰਟੀ ਨੂੰ ਛੱਡ ਕੇ ਗਏ ਆ ਮੈਂ ਉਹਨਾਂ ਨੂੰ ਕਹਿਣਾ ਘਰ ਵਾਪਸ ਹੀ ਕਰੋ, ਤੇ ਜੇ ਮੇਰੇ ਤੋਂ ਗਲਤੀ ਹੋਈ ਹੈ ਤਾਂ ਮੈਂ ਮਾਫੀ ਵੀ ਮੰਗਦਾ ਕਿ ਤੁਸੀਂ ਵੀ ਵਾਪਸੀ ਕਰ ਸਕਦੇ ਜੇ ਤੁਹਾਨੂੰ ਸੱਦਾ ਆਉਂਦਾ। ਸੁਖਬੀਰ ਸਿੰਘ ਬਾਦਲ ਤੁਹਾਨੂੰ ਮਨਾਉਣ ਆਉਂਦੇ ਨੇ ਕਿ ਆ ਜਾਓ ਭਾਈ ਕੋਈ ਗੱਲ ਨਹੀਂ। ਹੁਣ ਧਰਮ ਪ੍ਰਚਾਰ ਦੀ ਉਹਨਾਂ ਲਹਿਰ ਛੱਡ ਕੇ ਉਹ ਲਾਪੇ ਨੇ ਸਿਰਫ ਰਾਜਨੀਤੀ ਦੀ ਸ਼ਕਤੀ ਬਣਾਉਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਬਿਨਾਂ ਵਜ੍ਹਾ ਤੋਂ ਦਖਲਅੰਦਾਜ਼ੀ ਦੀ ਸੀ ਸਿਆਸੀ ਤੌਰ ਦੇ ਉੱਤੇ। ਉਹ ਗੱਲਾਂ ਦਾ ਕਰਕੇ ਉਹ ਗੁੱਸਾ ਕੀਤਾ ਉਹਨਾਂ ਨੇ ਤੇ ਮੈਨੂੰ ਬਾਹਰ ਕੱਢ ਦਿੱਤਾ, ਹੋਰ ਤਾਂ ਗੱਲ ਕੁਛ ਨਹੀਂ। ਪਤਾ ਸਵਾਲ ਤੁਹਾਡੇ ਤੇ ਵੀ ਚੁੱਕ ਰਹੇ ਨੇ, ਕਹਿੰਦੇ ਬੀਬੀ ਜੀ ਨੂੰ ਬੀਜੇਪੀ ਸਪੋਰਟ ਕਰ ਰਹੀ ਹੈ ਤੇ ਬੀਜੇਪੀ ਕਰਕੇ ਬੀਬੀ ਜੀ ਕਰਕੇ ਸਿਆਸੀ ਦਖਲਅੰਦਾਜ਼ੀ ਸ਼੍ਰੋਮਣੀ ਕਮੇਟੀ 'ਚ ਹੋਣੀ ਸ਼ੁਰੂ ਹੋ ਗਈ। ਬੀਜੇਪੀ ਦੇ ਨਾਲ 30 ਸਾਲ ਦੀ ਸਾਂਝ ਕਿਹਨਾਂ ਦੀ ਹੈ? ਜਿਸ ਦਿਨ ਮੈਂ ਉਦੋਂ ਸਿੱਖਾਂ ਦੇ ਮਸਲੇ ਰੱਖੇ ਤਾਂ ਸਭ ਤੋਂ ਜ਼ਿਆਦਾ ਇਹ ਮੈਂ ਪਹਿਲਾ ਮਸਲਾ ਰੱਖਿਆ ਕਿ ਇੰਦਰਾ ਗਾਂਧੀ ਦੇ ਨਾਂ ਦੇ ਉੱਤੇ 에ਅਰਪੋਰਟ ਕਿਉਂ ਬਣਿਆ। ਉਹਦੇ ਸਾਡੀ ਨਸਲਕੁਸ਼ੀ ਕਰਨ ਵਾਲੀ ਸ਼ਖਸੀਅਤ ਮਤਲਬ ਵੀ ਪ੍ਰਧਾਨ ਮੰਤਰੀ ਸੀ। ਜਦੋਂ ਸਰਕਾਰਾਂ ਬਣ ਜਾਂਦੀਆਂ ਉਸ ਵੇਲੇ ਥੋੜਾ ਜਿਹਾ ਇਹਨਾਂ ਦੀ ਤਾਕਤ ਜੋ ਵੱਧ ਜਾਂਦੀ ਹੈ, ਫਿਰ ਬੰਦਾ ਕਈ ਵਾਰੀ ਜਿਹੜੇ ਅਸਲੀ ਅਸੂਲ ਸੀ ਉਹ ਭੁੱਲ ਜਾਂਦਾ ਕਿ ਜੋ ਬੇਅਦਬੀਆਂ ਹੋਈਆਂ ਜਾਂ ਜੋ ਸਰੂਪ ਲਾਪਤਾ ਹੋਏ ਕਿ ਉਹਨਾਂ ਦੀ ਭਾਲ ਕਰਵਾਓਗੇ। ਉਹਨਾਂ ਜਿਹੜੇ ਸਿੱਖ ਹਾਲੇ ਤੱਕ ਇਨਸਾਫ ਦੀਆਂ ਲੈ ਕੇ ਠੋਕਰਾਂ ਖਾ ਰਹੇ ਨੇ ਪਰ ਇਨਸਾਫ ਨਹੀਂ ਦੇ ਰਹੀ ਕੋਈ ਵੀ ਸਰਕਾਰ। ਗੁਟਕਾ ਸਾਹਿਬ ਦੀ ਸਹੁੰ ਵੀ ਖਾਧੀ ਜਾਂਦੀ ਆ ਦੰਦਵਾਂ ਸਾਹਿਬ ਵਾਲਾ ਹੱਥ ਕਰਕੇ, ਫਿਰ ਉਹ ਮੁੱਖ ਮੰਤਰੀ 24 ਘੰਟਿਆਂ ਬਾਅਦ ਕੋਈ ਇਨਸਾਫ ਨਹੀਂ, ਸਰਕਾਰ ਵੀ ਬਦਲ ਜਾਂਦੀ ਹੈ, ਤੀਜੀ ਸਰਕਾਰ ਵੀ ਆ ਜਾਂਦੀ ਹੈ। ਕੀ ਤੁਸੀਂ ਇਨਸਾਫ ਦਵਾ ਪਾਓਗੇ? ਉਹਨਾਂ ਨੇ ਝੂਠ ਬੋਲ ਕੇ ਸਰਕਾਰਾਂ ਬਣਾਈਆਂ, ਭਾਵੇਂ ਕੈਪਟਨ ਸਾਹਿਬ ਸੀ ਭਾਵੇਂ ਕੇਜਰੀਵਾਲ ਸੀ। ਇਹਨਾਂ ਨੇ ਤੇ ਸਾਨੂੰ ਗਾਲਾਂ ਕੱਢ ਕੇ ਹੀ ਲੋਕਾਂ ਨੂੰ, ਕਿਉਂਕਿ ਲੋਕ ਅੱਗੇ ਦੁਖੀ ਸੀ, ਲੋਕ ਉਹਨਾਂ ਦੇ ਅੰਦਰ ਦਰਦ ਸੀਗਾ। ਇਹਨਾਂ ਨੇ ਨਬਜ਼ ਫੜ ਲਈ, ਉਹ ਨਬਜ਼ ਫੜ ਕੇ ਇਹਨਾਂ ਨੇ ਜਿਹੜਾ ਅਕਾਲੀ ਦਲ ਸੀ ਉਹ ਵੀ ਖਤਮ ਕੀਤਾ। ਕਹਿੰਦੇ ਸ਼੍ਰੋਮਣੀ ਕਮੇਟੀ ਹੁਣ ਖਤਰੇ 'ਚ ਆ, ਉਹਨੂੰ ਬਚਾਉਣ ਦੀ ਲੋੜ ਆ। ਕਿਹੜਾ ਖਤਰਾ ਲੱਗਦਾ ਤੁਹਾਨੂੰ ਜਿਹੜਾ ਸ਼੍ਰੋਮਣੀ ਕਮੇਟੀ ਤੇ ਮੰਡਰਾ ਰਿਹਾ? ਦੇਖੋ ਖਤਰੇ 'ਚ ਨਹੀਂ ਹੈ, ਸਿਰਫ ਇੱਕੋ ਹੀ ਹੈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਸਿਆਸੀ ਪਾਰਟੀਆਂ ਚੋਣ ਲੜਾ ਕੇ ਭੇਜਦੀਆਂ ਨੇ ਉਹ ਆਪਣੀ ਮਰਜ਼ੀ ਦਾ ਉਹ ਵਰਕਰ ਦਿੰਦੀਆਂ ਨੇ ਜਿਹੜਾ ਵਰਕਰ ਉਹਨਾਂ ਦੀ ਗੁਲਾਮੀ ਕਰ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ, ਪਰ ਅੱਜ ਇਹ ਸੰਸਥਾ ਕਿਹਾ ਜਾਂਦਾ ਕਿ ਖਤਰੇ ਦੇ ਵਿੱਚ ਆ, ਇਹਨੂੰ ਬਚਾਉਣ ਦੀ ਲੋੜ ਆ। ਤੇ ਇਹਨੂੰ ਬਚਾਉਣ ਦੇ ਲਈ ਬਹੁਤ ਸਾਰੀਆਂ ਆਵਾਜ਼ਾਂ ਉੱਠ ਰਹੀਆਂ ਨੇ। ਉਹਨਾਂ ਦੇ ਵਿੱਚ ਇੱਕ ਆਵਾਜ਼ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੀ ਸਾਬਕਾ ਪ੍ਰਧਾਨ ਬੀਬੀ ਜੰਗੀਰ ਕੌਰ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਹੀ ਮੈਂਬਰ ਚੁਣੇ ਜਾਂਦੇ ਨੇ, ਉਸ ਤੋਂ ਬਾਅਦ ਪ੍ਰਧਾਨ ਚੁਣੇ ਜਾਂਦੇ ਨੇ। ਕਾਫੀ ਲੰਬਾ ਸਮਾਂ ਉਹਨਾਂ ਨੇ ਸੇਵਾ ਕੀਤੀ ਅਤੇ ਉਸ ਤੋਂ ਬਾਅਦ ਕੁਝ ਗਲਤੀਆਂ ਨੂੰ ਲੈ ਕੇ ਜਦੋਂ ਉਹਨਾਂ ਨੇ ਆਵਾਜ਼ ਚੁੱਕੀ ਤਾਂ ਉਹਨਾਂ ਨੂੰ ਜਿਹੜਾ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਪਰ ਬੀਬੀ ਜੰਗੀਰ ਕੌਰ ਦੇ ਵੱਲੋਂ ਪੰਥ ਨੂੰ ਬਚਾਉਣ ਦੇ ਲਈ, ਕਮੇਟੀ ਨੂੰ ਬਚਾਉਣ ਦੇ ਲਈ ਇੱਕ ਨਵੀਂ ਜਥੇਬੰਦੀ ਦਾ ਐਲਾਨ ਕੀਤਾ ਗਿਆ। ਉਹਨਾਂ ਨੇ ਸ਼੍ਰੋਮਣੀ ਅਕਾਲੀ ਪੰਥ ਦਾ ਐਲਾਨ ਕੀਤਾ। ਅੱਜ ਉਹਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਜਿਹੜੀਆਂ ਛਿੜੀਆਂ ਹੋਈਆਂ ਨੇ, ਬਹੁਤ ਸਾਰੇ ਸਵਾਲ ਉੱਠ ਰਹੇ ਨੇ, ਵਿਰੋਧੀਆਂ ਦੇ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਨੇ। ਬਹੁਤ ਸਾਰੇ ਸਵਾਲ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਨੇ ਤੇ ਅਸੀਂ ਉਹਨਾਂ ਸਵਾਲਾਂ ਦੇ ਜਵਾਬ ਲਵਾਂਗੇ ਕਿ ਇਹ ਜਥੇਬੰਦੀ ਬਣਾਉਣ ਦਾ ਮੁੱਖ ਮਕਸਦ ਕੀ ਆ, ਕਿਉਂ ਲੱਗਦਾ ਬੀਬੀ ਜੀ ਨੂੰ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਖਤਰੇ ਦੇ ਵਿੱਚ ਆ। ਇਹ ਬਹੁਤ ਵੱਡਾ ਸਵਾਲ ਆ। ਇਹਦਾ ਜਵਾਬ ਲੈਣ ਦੇ ਲਈ ਸਾਡੇ ਨਾਲ ਅੱਜ ਖਾਸ ਮੁਲਾਕਾਤ ਦੇ ਵਿੱਚ ਖੁਦ ਬੀਬੀ ਜੰਗੀਰ ਕੌਰ ਜੀ ਮੌਜੂਦ ਰਹਿਣਗੇ। ਸਵਾਗਤ ਕਰਦੇ ਬੀਬੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਜੀ ਠੀਕ ਠਾਕ ਹੋ ਜੀ? ਮਿਹਰਬਾਨੀ ਜੀ, ਬਿਲਕੁਲ ਚੜ੍ਹਦੀ ਕਲਾ। ਬੀਬੀ ਜੀ ਕੀ ਕਾਰਨ ਬਣਿਆ ਤੁਹਾਨੂੰ ਅਲੱਗ ਜਥੇਬੰਦੀ ਕਿਉਂ ਬਣਾਉਣੀ ਪਈ? ਕਿਉਂਕਿ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਜੇਕਰ ਗੱਲ ਕਰੀਏ ਉਹ ਕਹਿੰਦੇ ਅਸੀਂ ਪੰਥ ਦੀ ਗੱਲ ਕਰਦੇ ਹਾਂ, ਖੁਦ ਪੰਥ ਦੀ ਜਥੇਬੰਦੀ ਹੈ ਤੇ ਪੰਥ ਲਈ ਹੀ ਬਣਾਈ ਗਈ ਸੀ। ਦੇਖੋ ਜਦੋਂ ਬੜੀਆਂ ਕੁਰਬਾਨੀਆਂ ਤੋਂ ਬਾਅਦ ਮਹੰਤਾ ਮਸੰਦਾ ਕੋਲੋਂ ਗੁਰਦੁਆਰੇ ਆਜ਼ਾਦ ਕਰਾਏ ਜੀ ਤਾਂ ਸਾਡੇ ਬਜ਼ੁਰਗਾਂ ਨੇ ਉੱਥੇ ਰਹਿਤ ਮਰਿਆਦਾ ਲਾਗੂ ਕਰਨ ਵਾਸਤੇ, ਉੱਥੋਂ ਦੇ ਗੁਰਮਤ ਨੂੰ ਹਰ ਘਰ ਵਿੱਚ ਪਹੁੰਚਾਉਣ ਵਾਸਤੇ, ਜੋ ਉੱਥੇ ਦਾ ਧਰਮ ਪ੍ਰਚਾਰ ਹੈ ਉਹਨੂੰ ਦੁਨੀਆ ਦੇ ਕੋਨੇ-ਕੋਨੇ 'ਚ ਪਹੁੰਚਾਇਆ ਜਾਵੇ, ਇਹ ਬੜੀਆਂ ਰੀਝਾਂ ਸਨ ਜੀ ਹਰ ਇੱਕ ਦੇ ਮਨ 'ਚ।
ਤੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸ਼ਹੀਦੀਆਂ ਪਾ ਕੇ ਇਹਨੂੰ ਤਿਆਰ ਕੀਤਾ। 15 ਨਵੰਬਰ 1920 ਨੂੰ ਇਹ ਤਿਆਰ ਹੋਈ। ਤੇ ਦੇਖੋ ਕਿੱਡੇ ਸਿੱਖ ਸਿਆਣੇ ਸਨ ਕਿ ਉਹਨਾਂ ਨੇ ਮਹਿਸੂਸ ਕੀਤਾ ਕਿ ਇਹ ਨਾ ਹੋਵੇ ਕਿ ਅਜੇ ਮਸੰਦਾ ਮਹੰਤਾਂ ਕੋਲੋਂ ਅਸੀਂ ਆਜ਼ਾਦ ਕਰਾ ਰਹੇ ਹਾਂ ਤੇ ਕਿਤੇ ਬਾਹਰੀ ਕੋਈ ਹਮਲਾ ਨਾ ਹੋ ਜਾਏ ਗੁਰਦੁਆਰਿਆਂ ਦੇ ਉੱਤੇ। ਗੁਰਦੁਆਰੇ ਗੁਰਧਾਮ ਜਿਹੜੇ ਹੈ ਇਹਨਾਂ ਨੂੰ ਬਚਾਉਣਾ ਕਿੱਦਾਂ, ਇਸ ਕਿਉਂਕਿ ਕਮੇਟੀ ਜਿਹੜੀ ਬਣੀ ਸੀ ਇਹ ਇੱਕਦਮ ਹੋ ਸਕਦਾ ਸਾਰਾ ਪ੍ਰਬੰਧ ਕਰਨਾ ਔਖਾ ਹੋ ਜਾਂਦਾ ਹੈ ਤੇ ਦੁਸ਼ਮਣ ਅਜੇ ਬਹੁਤ ਹੈ, ਅੰਗਰੇਜ਼ਾਂ ਦਾ ਰਾਜ ਸੀ। ਤਾਂ ਉਹਨਾਂ ਨੇ ਇਹ ਸੋਚਿਆ ਕਿ ਇੱਕ ਉਹ ਸੰਸਥਾ ਬਣਾਓ ਜਿਹੜੀ ਕਿ ਰਾਜਨੀਤਿਕ ਤੌਰ ਤੇ ਸੰਘਰਸ਼ ਕਰ ਸਕੇ, ਸਿਆਸੀ ਤੌਰ ਦੇ ਉੱਤੇ ਵਿਚਰ ਸਕੇ ਔਰ ਇਹਨਾਂ ਗੁਰਦੁਆਰਿਆਂ ਗੁਰਧਾਮਾਂ ਦੇ ਦੁਆਲੇ ਜਿਸ ਤਰ੍ਹਾਂ ਇੱਕ ਵਾਰਡ ਦਾ ਰੂਪ ਹੁੰਦਾ ਹੈ, ਇੱਕ ਵਾਰਡ ਬਣ ਕੇ ਟਾਸਕ ਫੋਰਸ ਬਣ ਕੇ ਕੰਮ ਕਰੇ ਜੀ। ਤੇ ਉਹਦਾ ਨਾਂ ਰੱਖਿਆ ਸ਼੍ਰੋਮਣੀ ਅਕਾਲੀ ਦਲ। ਉਹਨੂੰ ਜਦੋਂ ਕਿਤੇ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਕੋਈ ਮੁੱਦੇ ਆਉਂਦੇ ਹੈ, ਸਿੱਖਾਂ ਦੇ ਕੋਈ ਮਸਲੇ ਆਉਂਦੇ ਹੈ ਜਾਂ ਪੰਜਾਬ ਤੇ ਕਿਤੇ ਬੇਰਹਿਮੀ ਹੁੰਦੀ ਹੈ, ਜ਼ੁਲਮ ਹੁੰਦਾ ਹੈ, ਤਾਂ ਕਿਸੇ ਢੰਗ ਦੇ ਨਾਲ ਇਹ ਆਵਾਜ਼ ਉਠਾ ਸਕਣ ਤੇ ਸੰਘਰਸ਼ ਕਰ ਸਕਣ, ਕੁਰਬਾਨੀਆਂ ਦੇ ਸਕਣ। ਇਹ ਐਕਚੁਅਲ ਜਿਹੜੀ ਹੈ ਉਹਦੀ ਸ਼੍ਰੋਮਣੀ ਅਕਾਲੀ ਦਲ ਦੀ ਬਣਤਰ ਇਸ ਲਈ ਕੀਤੀ। ਫਿਰ ਉਹਨਾਂ ਦਾ ਜਿਹੜਾ ਮੁੱਖ ਮੰਤਵ ਕੀ ਸੀ, ਉਹਨਾਂ ਨੇ ਮੁੱਖ ਮੰਤਵ ਕੀਤਾ ਕਿ ਤੁਸੀਂ ਧਰਮ ਦਾ ਪ੍ਰਚਾਰ ਜਿਹੜਾ ਉਹ ਨਾਲ ਲਾ ਕੇ ਸ਼੍ਰੋਮਣੀ ਕਮੇਟੀ ਦੇ ਕਰਨਾ ਜੀ। ਜਾਤਾਂ ਪਾਤਾਂ ਦੇ ਵਿਖਰੇਵੇਂ ਜਿਹੜੇ ਪੈ ਰਹੇ ਹੈ ਉਹਨਾਂ ਨੂੰ ਖਤਮ ਕਰਨ ਵਿੱਚ ਤੁਸੀਂ ਆਪਣਾ ਰੋਲ ਅਦਾ ਕਰਨਾ। ਊਚ ਨੀਚ ਦੇ ਭੇਦਭਾਵ ਮਿਟਾਉਣ ਵਾਸਤੇ ਗੁਰੂ ਸਾਹਿਬ ਦੀ ਬਰਾਬਰੀ ਦਾ ਸੰਦੇਸ਼ ਘਰ ਘਰ 'ਚ ਪਹੁੰਚਾਉਣਾ। ਜਾਂ ਕਿਤੇ ਵੀ ਸਿੱਖਾਂ ਦੇ ਉੱਤੇ ਕੋਈ ਹਮਲਾ ਹੁੰਦਾ, ਸਿੱਖਾਂ ਨਾਲ ਕੋਈ ਬੇਇਨਸਾਫੀ ਹੁੰਦੀ ਹੈ ਤੇ ਤੁਸੀਂ ਉਹਨਾਂ ਵਾਸਤੇ ਸੰਘਰਸ਼ ਕਰਨੇ। ਉਦੋਂ ਕੋਈ ਚੋਣਾਂ ਦਾ ਨਾਂ ਨਿਸ਼ਾਨ ਨਹੀਂ ਸੀ ਜੀ, ਸਰਕਾਰਾਂ ਬਣਾਉਣ ਦਾ ਕੋਈ ਨਾਂ ਨਿਸ਼ਾਨ ਨਹੀਂ ਸੀ। ਚਲੋ ਇਹ ਡਿਊਟੀ ਲੱਗ ਗਈ, ਚੰਗਾ ਹੋਇਆ, ਬੜੀਆਂ ਕੁਰਬਾਨੀਆਂ ਕੀਤੀਆਂ ਸ਼੍ਰੋਮਣੀ ਅਕਾਲੀ ਦਲ ਨੇ, ਇਹ 'ਚ ਕੋਈ ਸ਼ੱਕ ਨਹੀਂ। ਬਹੁਤ ਸੰਘਰਸ਼ ਕੀਤੇ, ਭਾਵੇਂ ਪਾਣੀਆਂ ਦਾ ਸੰਘਰਸ਼ ਆਇਆ, ਭਾਵੇਂ ਕੋਈ ਧਰਮ ਯੁੱਧ ਦਾ ਮੋਰਚਾ ਆਇਆ, ਭਾਵੇਂ ਕੋਈ ਐਮਰਜੈਂਸੀ ਲੜਾਈ ਆਈ, ਬੜੇ ਸੰਘਰਸ਼ ਕੀਤੇ। ਪਰ ਗੁਰੂ ਨੇ ਮਿਹਰ ਵੀ ਕਰ ਦਿੱਤੀ ਕਿ ਇਹਨਾਂ ਨੂੰ ਤਾਕਤ ਵੀ ਮਿਲ ਗਈ, ਸਰਕਾਰਾਂ ਵੀ ਬਣਾ ਲਈਆਂ। ਜਦੋਂ ਸਰਕਾਰਾਂ ਬਣ ਜਾਂਦੀਆਂ ਉਸ ਵੇਲੇ ਥੋੜ੍ਹਾ ਜਿਹਾ ਇਹਨਾਂ ਦੀ ਤਾਕਤ ਜੋ ਵੱਧ ਜਾਂਦੀ ਹੈ, ਫਿਰ ਬੰਦਾ ਕਈ ਵਾਰੀ ਜਿਹੜੇ ਅਸਲੀ ਅਸੂਲ ਸੀ ਉਹ ਭੁੱਲ ਜਾਂਦਾ ਜੀ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਕੰਮ ਕਰਦੀ ਆਈ ਹੈ, ਇਹ 'ਚ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਕਮੇਟੀ ਦਾ 102 ਸਾਲ ਦਾ ਇਤਿਹਾਸ ਜਿਹੜਾ ਹੈ ਬੜਾ ਸ਼ਾਨਾ ਮੱਤਾ ਹੀ ਹੈ ਤੇ ਬਹੁਤ ਇਤਿਹਾਸਕ ਕੰਮ ਵੀ ਕੀਤੇ ਹੈ। ਮੈਂ ਵੀ ਉਹਦੇ ਵਿੱਚ ਹੀ ਰਹੀ ਹਾਂ, ਕੋਈ ਐਸੀ ਗੱਲ ਨਹੀਂ। ਤਕਰੀਬਨ 27 ਸਾਲ ਹੋ ਗਏ ਮੈਨੂੰ ਉਹਦੇ ਵਿੱਚ। ਤੇ ਜਿਉਂ ਤੋਂ ਕਮੇਟੀ ਬਣੀ ਹੈ, ਪਹਿਲਾਂ ਸੰਤ ਪ੍ਰੇਮ ਸਿੰਘ ਜੀ ਮਰਾਲੇ ਵਾਲੇ 1920 'ਚ ਨਾਮਜ਼ਦ ਹੋ ਗਏ ਸੀ 22 ਦੇ ਵਿੱਚ, ਉਹ ਲਗਾਤਾਰ 28 ਸਾਲ ਰਹੇ। ਫਿਰ ਮੇਰੇ ਪਿਤਾ ਜੀ ਬਾਬਾ ਨਾਮ ਸਿੰਘ ਜੀ, ਉਹ 12 ਸਾਲ ਇੱਥੇ ਐਗਜ਼ੈਕਟਿਵ ਦੇ ਮੈਂਬਰ ਰਹੇ। ਫਿਰ ਮੈਂ, ਕਿਉਂਕਿ ਮੇਰਾ ਜਿਹੜਾ ਪਿਛੋਕੜ ਵੀ ਹੈ ਨਾ ਜੀ, ਉਹ ਸ਼੍ਰੋਮਣੀ ਕਮੇਟੀ ਨਾਲ ਜੁੜਿਆ ਹੋਣ ਕਰਕੇ ਇੱਕ ਦਰਦ ਵੀ ਹੈ ਅੰਦਰ, ਕਿ ਪਿਆਰ ਵੀ ਹੈ, ਸ਼ਰਧਾ ਵੀ ਹੈ, ਦਰਦ ਵੀ ਹੈ ਕਿ ਇਸ ਸੰਸਥਾ ਦਾ ਨਾਮ ਬਦਨਾਮ ਨਹੀਂ ਹੋਣਾ ਚਾਹੀਦਾ। ਹੁਣ ਕੀ ਹੋ ਗਿਆ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਪਹਿਲਾਂ ਕੋਈ 20-22 ਸਾਲ ਤੋਂ ਲਾ ਲਓ ਤੇ 2 ਦਹਾਕਿਆਂ ਤੋਂ ਲਾ ਲਓ ਜੀ, ਉਦੋਂ ਦਾ ਜਿਹੜਾ ਅਸਲੀ ਮਕਸਦ ਸੀ ਉਹਦੀ ਬਜਾਏ ਜਿਹੜਾ ਇਹਦੇ ਵਿੱਚ ਇੰਟਰਫੇਰੈਂਸ ਕਿਉਂ ਜ਼ਿਆਦਾ ਹੋ ਗਈ ਕਿ ਜਿਹੜੇ ਟਿਕਟਾਂ ਮੰਗਦੇ ਆ ਐਮਐਲਏ ਚੋਣ ਲੜਨ ਲਈ, ਕਈ ਵਾਰੀ ਉਹਨੂੰ ਐਮਐਲਏ ਟਿਕਟ ਨਹੀਂ ਦਿੱਤੀ ਜਾਂਦੀ, ਉਹਨੂੰ ਚੱਕ ਕੇ ਤੇ ਸ਼੍ਰੋਮਣੀ ਕਮੇਟੀ ਦੇ ਦਿੰਦੇ। ਉਹਦਾ ਇੰਟਰਸਟ ਹੁੰਦਾ ਸਿਆਸੀ, ਮਤਲਬ ਸਮਝੌਤੇ ਹੁੰਦੇ ਆ ਜੀ, ਸਮਝੌਤੇ ਹੋ ਜਾਂਦੇ ਵੀ ਚਲੋ ਤੂੰ ਇੱਧਰ ਟਿਕਟ ਲੈ ਲੈ। ਹੁਣ ਜਦੋਂ ਉਹ ਟਿਕਟ ਲੈਂਦਾ ਉਹਦਾ ਕੋਈ ਬਹੁਤਾ ਆਸਥਾ ਇੰਨੀ ਧਾਰਮਿਕ ਨਹੀਂ ਜੁੜੀ ਹੁੰਦੀ, ਸੇਵਾ 'ਚ ਨਹੀਂ ਜੁੜੀ ਹੁੰਦੀ, ਉਹਦਾ ਵੀ ਜਿਹੜੀ ਸੋਚ ਹੈ ਨਾ ਜੀ ਉਹ ਸਿਆਸੀ ਬਣੀ ਹੁੰਦੀ ਜੀ। ਕੋਈ ਵਰਲੇ ਹੁੰਦੇ ਜਿਹੜੇ ਅਸੀਂ ਹੈ, ਮੈਂ ਐਮਐਲਏ ਵੀ ਲੜੀ ਹਾਂ, ਮਿਨਿਸਟਰ ਵੀ ਬਣੀ ਹੈ, ਮੈਂਬਰ ਵੀ ਬਣੀ ਹੈ, ਲੇਕਿਨ ਮੈਂ ਹਮੇਸ਼ਾ ਆਪਣੇ ਧਰਮ ਨੂੰ ਉੱਪਰ ਰੱਖਿਆ ਜੀ। ਮੈਂ ਕਦੀ ਰਾਜਨੀਤੀ ਤੇ ਹਾਵੀ ਨਹੀਂ ਹੋਣ ਦਿੱਤੀ। ਮੈਂ ਆਪਣੇ ਪਿੰਡ 'ਚ ਵੀ, ਆਪਣੇ ਇਲਾਕੇ 'ਚ ਵੀ, ਮੈਂ ਆਪਣੇ ਆਪ ਨੂੰ ਧਾਰਮਿਕ ਤੌਰ ਦੇ ਉੱਤੇ ਜ਼ਿਆਦਾ ਰੱਖਦੀ ਹਾਂ। ਮੈਂ ਸਿਆਸਤ ਨਹੀਂ ਕਦੀ ਹਾਵੀ ਹੋਣ ਦਿੱਤੀ ਜੀ। ਪਰ ਕਈ ਲੋਕ ਹੁੰਦੇ ਆ ਜਿਹੜੇ ਕਿ ਇਹ ਤਾਂ ਠੀਕ ਹੈ ਕਿ ਗੁਰੂ ਨੂੰ ਮੰਨਦੇ ਹੈ, ਬਾਣੀ ਵੀ ਜਾਣਦੇ ਹੈ, ਲੇਕਿਨ ਉਹਨਾਂ ਦਾ ਰੁਝਾਨ ਜਿਹੜਾ ਜ਼ਿਆਦਾ ਸਿਆਸਤ ਵਾਲੇ ਪਾਸੇ ਹੁੰਦਾ। ਜਦੋਂ ਉਹ ਸਾਰੇ ਵਿੱਚ ਆ ਜਾਂਦੇ ਹੈ ਤਾਂ ਉਹਨਾਂ ਦਾ ਹਮੇਸ਼ਾ ਮੈਂ ਦੇਖਿਆ ਕਿ ਬਹੁਤੇ ਮੈਂਬਰ ਸਾਡੇ ਉਹ ਤੇ ਮੰਤਰੀਆਂ ਦੀ ਗੱਡੀਆਂ 'ਚ ਹੀ ਰਹਿੰਦੇ ਜੀ, ਧਰਮ ਪ੍ਰਚਾਰ ਘੱਟ ਕਰਦੇ। ਬਿਲਕੁਲ, ਉਹ ਜਿਹੜੀਆਂ ਗੱਡੀਆਂ ਹੁੰਦੀਆਂ ਨਾ ਜੀ ਮੰਤਰੀਆਂ ਦਾ, ਉਹਦੇ 'ਚ ਹੀ ਆਨੰਦ ਲੈਂਦੇ ਰਹਿੰਦੇ ਆ। ਫਿਰ ਉਹ ਆਪਣੇ ਕੰਮ ਉਹਨਾਂ ਕੋਲ ਕਰਾਉਣਗੇ, ਉਹਨਾਂ ਨੂੰ ਸ਼ੌਕ ਹੀ ਇਹ ਰਹਿੰਦਾ ਵੀ ਕਿਸੇ ਦੀ ਬਦਲੀ ਕਰਾ ਲਓ, ਕਿਸੇ ਦੀ ਸਿਫਾਰਿਸ਼ ਪਾ ਦਿਓ, ਕੋਈ ਗ੍ਰਾਂਟਾਂ ਲੈ ਆਓ, ਕੋਈ ਮਤਲਬ ਉਹਨਾਂ ਦਾ ਸ਼ੌਕ ਉਹੀ ਹੈ ਜਿਹੜਾ ਕੋਈ ਮੰਤਰੀ ਨੂੰ ਦੇਖਦੇ ਆ ਤੇ ਉਹ ਵੀ ਚਾਹੁੰਦੇ ਆ ਕਿ ਅਸੀਂ ਉੱਥੇ ਹੀ ਪਹੁੰਚੀਏ। ਮਤਲਬ ਉਹਨਾਂ ਦਾ ਸ਼ੌਕ ਜਿਹੜਾ ਉਹ ਉੱਧਰੋਂ ਘੱਟ ਜਾਂਦਾ। ਉਹ ਤਾਂ ਇੱਕ ਸਿਰਫ ਸਮਾਂ ਪੂਰਾ ਕਰਦੇ ਆ ਕਿ 2 ਵਾਰੀ ਉਹਨਾਂ ਨੇ ਆਉਣਾ ਮੀਟਿੰਗ ਕਰਨੀ ਹੈ ਤੇ ਉਹ ਮੀਟਿੰਗ ਵਿੱਚ ਹੀ ਸਮਝਦੇ ਆ ਕਿ ਉਹ ਮੰਨ ਲਓ ਮੇਰੀ ਡਿਊਟੀ ਮਿਲੀ, ਮੈਨੂੰ ਬਤੌਰ ਮੁੱਖ ਸੇਵਾਦਾਰ ਲਾਇਆ। ਮੇਰਾ ਖਿਆਲ ਹੈ ਕਿ ਕੋਈ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਬੀਬੀ ਜਗੀਰ ਕੌਰ ਕਦੀ ਉੱਥੇ ਐਬਸੈਂਟ ਹੋਈ ਹੋਵੇ ਜੀ। ਜੇ ਇੱਕ ਹਫ਼ਤੇ 'ਚ ਮੈਂ ਇੱਕ ਦਿਨ ਕਿਤੇ ਭਾਵੇਂ ਕੋਈ ਪ੍ਰੋਗਰਾਮ ਬਾਹਰਲੇ ਰੱਖੇ ਹੋਣ, ਉਹ ਵੀ
ਸ਼੍ਰੋਮਣੀ ਕਮੇਟੀ ਦੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਦੇ ਕੰਮ ਸੀ, ਜਾਂ ਕੋਈ ਗੁਰਮਤਿ ਦੇ ਸਮਾਗਮ ਸੀ, ਜਾਂ ਕਿਤੇ ਕੋਈ ਵੱਡਾ ਸਮਾਗਮ ਆ ਗਿਆ ਧਰਮ ਪ੍ਰਚਾਰ ਵਾਲੇ ਪਾਸੇ ਰਹੀ, ਜਾਂ ਐਡਮਿਨਿਸਟ੍ਰੇਸ਼ਨ ਲੈਵਲ ਦੇ ਉੱਤੇ ਕੰਮ ਕੀਤੇ, ਸਕੂਲਾਂ ਦੇ, ਕਾਲਜਾਂ ਦੇ, ਸਭ ਕੁਝ। ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਜੇ 365 ਦਿਨ ਹੈ ਨਾ ਜੀ, ਤੇ ਮੈਂ ਜੇ ਗਲਤ ਨਾ ਹੋਵਾਂ ਤੇ ਘੱਟੋ ਘੱਟ 320 ਦਿਨ ਜਿਹੜੇ ਹੋਣਗੇ ਨਾ, 330 ਦਿਨ ਮੈਂ ਉੱਥੇ ਹਾਜ਼ਰੀ ਭਰੀ ਜੀ। ਸਵੇਰੇ 9 ਵਜੇ ਚਲੇ ਜਾਣਾ, ਰਾਤ 9 ਵਜੇ। ਸਭ ਮੁਲਾਜ਼ਮਾਂ ਨੂੰ ਪਤਾ, ਹਰ ਇੱਕ ਨੂੰ ਪਤਾ ਵੀ ਕਿਸ ਤਰ੍ਹਾਂ 24 ਘੰਟੇ ਇੱਥੇ ਆ ਕੇ ਕੰਮ ਕਰਦੇ ਸੀ। ਲੇਕਿਨ ਜਿਹੜੇ ਮੈਂਬਰ ਉਸ ਸੋਚਦੇ ਆ, ਜਿਹੜੇ ਧਾਰਮਿਕ ਸੋਚ ਰੱਖਦੇ ਆ, ਉਹ ਤੇ ਕੋਸ਼ਿਸ਼ ਕਰਦੇ ਆ ਕਿ ਚਲੋ ਸਾਨੂੰ ਦਿਓ ਜੀ, ਅਸੀਂ ਧਰਮ ਪ੍ਰਚਾਰ ਲਈ ਜਾਈਏ, ਪ੍ਰਚਾਰਕਾਂ ਨੂੰ ਲੈ ਕੇ ਜਾਈਏ, ਅਸੀਂ ਘਰ ਘਰ ਅੰਦਰ ਲਹਿਰ ਚਲਾਈਏ, ਜਦੋਂ ਘਰ ਘਰ ਅੰਦਰ ਧਰਮਸ਼ਾਲਾ ਵਾਲੀ ਲਹਿਰ ਚਲਾਈ ਹੈ, ਤੇ ਉਹਦੇ ਨਾਲ ਆਪ ਇੰਟਰਸਟ ਲੈਂਦੇ ਸੀ, ਬੈਠਦੇ ਸੀ, ਪ੍ਰਚਾਰ ਕਰਦੇ ਸੀ। ਲੇਕਿਨ ਬਹੁਤੇ ਮੈਂਬਰ ਸਿਰਫ ਉਸ ਵੇਲੇ ਹੀ ਜਾਣੇ ਜਦੋਂ ਕਿ ਬੋਲਣ ਦਾ ਸਮਾਂ ਹੁੰਦਾ ਸੀ। ਉਹਨਾਂ ਨੂੰ ਇੱਕੋ ਹੀ ਹੈ ਕਿ ਅਸੀਂ ਸਿਰਫ ਇੰਪੋਰਟੈਂਸ ਹੀ ਆਪਣੀ ਰੱਖਣੀ ਹੈ, ਬਾਕੀ ਕੋਈ ਨਹੀਂ। ਸੋ ਇਹ ਚੀਜ਼ਾਂ ਜਿਹੜੀਆਂ ਦੇਖਣ 'ਚ ਆਉਂਦੀਆਂ, ਤੇ ਜਦੋਂ ਫਿਰ ਕੋਈ ਅਸੀਂ ਕੰਮ ਕਰਦੇ ਹਾਂ, ਕੋਈ ਮੁਲਾਜ਼ਮ ਗਲਤੀ ਕਰਦਾ ਉੱਥੇ, ਫਿਰ ਉਹਦੀ ਇੰਟਰਫੇਰੈਂਸ ਜਿਹੜੀ ਕਿਸ ਤਰ੍ਹਾਂ, ਕੋਈ ਇਹ ਨਹੀਂ ਕਿ ਉੱਥੋਂ ਕੋਈ ਸਾਡੇ ਕੋਲ ਕਰੋੜਾਂ ਰੁਪਏ ਮੰਗ ਕੇ ਲੈ ਕੇ ਜਾਂਦਾ। ਉਹਦੇ 'ਚ ਇਹ ਹੁੰਦਾ ਕਿ ਕੋਈ ਗਲਤੀ ਕਰਦਾ ਤੇ ਉਹਨੂੰ ਤੁਸੀਂ ਕੋਈ ਉਹਤੇ ਐਕਸ਼ਨ ਲੈਂਦੇ ਹੋ, ਤੇ ਜਿਹੜੇ ਸਿਆਸੀ ਪਾਰਟੀ ਵਾਲੇ ਲੋਕ ਹੁੰਦੇ ਆ ਜੀ, ਉਹ ਸਿੱਧੀ ਡਾਇਰੈਕਟ ਕਹਿ ਦਿੰਦੇ ਕਿ ਨਹੀਂ ਇਹ ਨਹੀਂ ਕਰਨਾ, ਇੱਦਾਂ ਕਰੋ। ਸੋ ਉਸ ਵੇਲੇ ਫਿਰ ਜਿਹੜਾ ਪ੍ਰਧਾਨ ਹੁੰਦਾ ਕਈ ਵਾਰੀ ਬੇਵੱਸ ਹੋ ਜਾਂਦਾ ਕਿ ਨਹੀਂ ਭਾਈ ਮੈਂ ਜੇ ਕੀਤਾ ਤੇ ਲੜਾਈ ਪੈਂਦੀ ਹੈ। ਫਿਰ ਗਲਤ ਬੋਲਦੇ ਆ, ਗਲਤ ਪ੍ਰਚਾਰ ਕਰਦੇ ਆ, ਫਿਰ ਚੁਗਲੀਆਂ ਕਰਦੇ ਆ, ਫਿਰ ਇੱਕ ਦੂਜੇ ਦੀ ਸ਼ਿਕਾਇਤਾਂ ਲਾਉਂਦੇ ਆ। ਤਾਂ ਉਹ ਜਿਹੜੀਆਂ ਚੀਜ਼ਾਂ ਹੁੰਦੀਆਂ ਜੀ, ਉਹ ਤਕਲੀਫ ਦਿੰਦੀਆਂ। ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਲੋਕੀ ਮਹਿਸੂਸ ਕਰਦੇ ਸੀ, ਜਿਹੜੀ ਸਿੱਖ ਸੰਗਤ ਹੈ ਨਾ ਜੀ, ਉਹ ਮਹਿਸੂਸ ਕਰਦੀ ਸੀ ਵੀ ਸਾਰਾ ਦਿਨ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਇੱਕ ਪਾਰਟੀ ਦਾ ਇਹ ਸੰਸਥਾ ਬਣ ਗਈ ਹੋਵੇ, ਜਦੋਂ ਕਿ ਸੰਸਥਾ ਸਾਰੇ ਸਿੱਖਾਂ ਦੀ ਹੈ। ਔਰ ਮੇਰਾ ਕੋਈ ਇਹਨਾਂ ਨਾਲ ਕੋਈ ਜਾਤੀ ਲੜਾਈ ਨਹੀਂ ਜੀ। ਮੈਨੂੰ ਬੜੀਆਂ ਸਰਦਾਰੀਆਂ ਦਿੱਤੀਆਂ ਇਹਨਾਂ ਨੇ, ਬਹੁਤ ਮਾਣ ਦਿੱਤੇ ਇਹਨਾਂ ਨੇ, ਮੈਨੂੰ ਬੜੀਆਂ ਜ਼ਿੰਮੇਵਾਰੀਆਂ ਦਿੱਤੀਆਂ, ਮੇਰੇ ਤੇ ਵਿਸ਼ਵਾਸ ਕਰਕੇ ਦਿੰਦੇ ਰਹੇ। ਜਿੰਨੀਆਂ ਸ਼ਤਾਬਦੀਆਂ ਮਨਾਈਆਂ ਜੀ, ਮੇਰਾ ਖਿਆਲ ਹਰ ਸ਼ਤਾਬਦੀ ਦੀ ਅਗਵਾਈ ਮੇਰੇ ਕੋਲੋਂ ਕਰਵਾਈ ਜੀ, ਕਿਉਂਕਿ ਤਜਰਬਾ ਹੋ ਗਿਆ ਸੀਗਾ। ਜਿੰਨੇ ਵੀ ਕੋਈ ਵੱਡੇ ਕੰਮ ਆਏ ਆ, ਜਿੱਡੇ ਵੱਡੇ ਸਮਾਗਮ ਆਏ ਆ, ਸਾਰਿਆਂ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਰਹੀ ਹੈ। ਪਰ ਉਹਦੇ 'ਚ ਜਦੋਂ ਕੋਈ ਕੰਮ ਕਰਨਾ ਹੁੰਦਾ ਸੀ, ਉਹਦੇ 'ਚ ਕੋਈ ਇੰਟਰਫੇਅਰ ਜਦੋਂ ਹੁੰਦੀ ਸੀ, ਮੈਂ ਮਹਿਸੂਸ ਕਰਦੀ ਸੀ ਕਿ ਇਹ ਨਹੀਂ ਹੋਣਾ ਚਾਹੀਦਾ। ਬੀਬੀ, ਜਿਸ ਤਰ੍ਹਾਂ ਕਿਹਾ ਜਾਂਦਾ ਵੀ ਬਾਲ ਸਾਹਿਬ ਦਾ ਫੋਨ ਆਉਂਦਾ, ਇੰਟਰਫੇਰੈਂਸ ਬਹੁਤ ਜ਼ਿਆਦਾ ਹੁੰਦੀ ਆ, ਤਾਂ ਉਦੋਂ ਤੁਹਾਡੇ ਨਾਲ ਵੀ ਹੁੰਦਾ ਸੀ ਜਦ ਤੁਸੀਂ ਪ੍ਰਧਾਨਗੀ ਦੇ ਅਹੁਦੇ ਉੱਤੇ ਸੀਗੇ, ਤਾਂ ਫੋਨ ਆਉਂਦਾ ਸੀ ਤੁਹਾਨੂੰ ਵੀ ਇਹ ਕੰਮ ਆਏ ਨਹੀਂ ਕਰਨਾ, ਜਾਂ ਇਹ ਕੰਮ ਨੂੰ ਇਸ ਤਰ੍ਹਾਂ ਕਰਨਾ। ਤੁਸੀਂ ਹੁਣੇ ਜ਼ਿਕਰ ਕੀਤਾ ਵੀ ਕਿਸੇ ਨੂੰ ਸਜ਼ਾ ਦੇਣੀ ਹੁੰਦੀ ਸੀ, ਤਾਂ ਉਹ 'ਚ ਸਿਆਸੀ ਇੰਟਰਫੇਰੈਂਸ ਬਹੁਤ ਜ਼ਿਆਦਾ ਹੋ ਜਾਂਦੀ ਸੀ। ਦੇਖੋ ਵੈਸੇ ਮੈਨੂੰ ਇਹ ਥੋੜਾ ਜਿਹਾ ਝੱਕਦੇ ਵੀ ਮੈਨੂੰ ਫੋਨ ਕਰਨ ਤੋਂ। ਉਹ ਜੇ ਕਰਦੇ ਸੀਗੇ ਤੇ ਚੀਫ ਸੈਕਟਰੀ ਨੂੰ ਕਰਦੇ ਸੀਗੇ। ਅੱਛਾ। ਉਹ ਫਿਰ ਚੀਫ ਸੈਕਟਰੀ ਮੇਰੇ ਕੋਲ ਆ ਕੇ ਬੈਠ ਕਹਿੰਦੇ ਸੀ ਵੀ ਫੋਨ ਆਇਆ, ਇਹ ਕਰ ਲਈਏ, ਉਹ ਕਰ ਲਈਏ, ਤੇ ਮੈਂ ਕਹਿੰਦੀ ਸੀ ਵੀ ਨਹੀਂ, ਗਲਤ ਹੈ, ਮੈਂ ਨਹੀਂ ਕਰਨਾ ਜੀ। ਉਹ ਫਿਰ ਉਹਨਾਂ ਨੂੰ ਦੱਸਦਾ ਸੀ, ਤਾਂ ਹੀ ਤਾਂ ਉਹਨੂੰ ਵਿਚਾਰੇ ਨੂੰ ਤੀਜੀ ਵਾਰੀ ਉਹਨੂੰ ਪ੍ਰਧਾਨ ਬਣਾਇਆ, 2 ਵਾਰੀ, ਕਿਉਂਕਿ ਦੱਸ ਦਿੰਦਾ ਸੀ ਜੀ ਬੀਬੀ ਜੀ ਨਹੀਂ ਮੰਨਦੇ, ਅਸੀਂ ਤੇ ਕਹਿੰਦੇ ਉਹਨਾਂ ਨੂੰ ਨਹੀਂ ਮੰਨਦੇ। ਫॉर ਐਗਜ਼ਾਮਪਲ ਕਿ ਇੱਕ ਸਾਡਾ ਇੱਥੇ ਮੈਨੇਜਰ ਸੀਗਾ ਬਰਨਾਲੇ ਦਾ, ਉਹ ਕਰਪਸ਼ਨ ਦਾ, ਵੱਡੀ ਕਰਪਸ਼ਨ, ਤਕਰੀਬਨ 45-46 ਲੱਖ ਕਹਿ ਲਓ, ਉਹਦੀ ਇਨਕੁਆਇਰੀ ਕਰਾਈ ਮੈਂ, ਤੇ ਉਹ ਫਸ ਗਿਆ। ਉਸ ਦੇ ਵਿੱਚ ਅਸੀਂ ਡਿਸਮਿਸ ਦੇ ਹੁਕਮ ਕਰਤੇ ਉਹਨੂੰ ਜੀ। ਉਹਦੇ ਵਾਸਤੇ ਵੀ ਮੈਨੂੰ ਡਾਇਰੈਕਟ ਵੀ ਸਾਰਿਆਂ ਨੇ ਇਕੱਠੇ ਹੋ ਕੇ, ਜਿੰਨੇ ਉੱਥੇ ਸਿਆਸੀ ਲੀਡਰ ਸੀ, ਸਾਰੇ ਮੈਂਬਰ ਸੀ, ਮੈਂ ਬੁਢਲਾਡੇ ਗਈ ਤੇ ਉੱਥੇ ਕੁਹਾਇਆ ਜੀ। ਮੈਂ ਸਾਹਮਣੇ ਸਾਰਿਆਂ ਦੇ ਕਹਿ ਦਿੱਤਾ ਕਿ ਨਹੀਂ, ਇਹ ਨਹੀਂ ਕੰਮ ਹੋ ਸਕਦਾ, ਕਰਪਟ ਬੰਦੇ ਦੀ ਸਿਫਾਰਿਸ਼ ਨਾ ਕਰੋ। ਉਹ ਉਹਨਾਂ ਨੇ ਫਿਰ ਮਹਿਸੂਸ ਕੀਤੀ ਇਹ ਗੱਲ ਕਿ ਤੁਸੀਂ ਮੈਨੂੰ ਇੰਨੇ ਸਾਹਮਣੇ ਜਵਾਬ ਦੇ ਦਿੱਤਾ। ਮੈਂ ਕਿਹਾ ਮੈਂ ਇਸ ਕਰਕੇ ਤੁਹਾਨੂੰ ਜਵਾਬ ਦਿੱਤਾ ਪ੍ਰਧਾਨ ਜੀ ਕਿ ਤੁਹਾਡੀ ਇਹਨਾਂ ਨੇ ਫਿਰ ਜਾਨ ਖਾਣੀ ਸੀ ਜੀ, ਤੇ ਮੈਂ ਸਾਰੇ ਸਾਹਮਣੇ ਕਹਿ ਦਿੱਤਾ ਕਿ ਇਹ ਹੋ ਨਹੀਂ ਸਕਦਾ, ਗਲਤ ਕੰਮ ਹੈ, ਤੁਸੀਂ ਕਿਉਂ ਕਰਾਉਂਦੇ ਹੋ ਜੀ। ਮੈਂ ਉਹਨਾਂ ਨੂੰ ਵੀ ਥੋੜਾ ਜਿਹਾ ਗੁੱਸੇ 'ਚ ਬੋਲੀ, ਮੈਂਬਰਾਂ ਨੂੰ ਵੀ ਤੇ ਲੀਡਰਾਂ ਨੂੰ ਵੀ ਤੁਸੀਂ ਪ੍ਰਧਾਨ ਜੀ ਨੂੰ ਕਿਉਂ ਮਜਬੂਰ ਕਰਦੇ ਹੋ ਜੀ, ਕਿਉਂ ਉਹਨਾਂ ਦੇ ਮਨ ਵਿੱਚ ਪਾਉਂਦੇ ਹੋ ਕਿ ਉਹ ਕਰਾਉਣਗੇ ਤੇ ਕਿੰਨੀ ਚਰਚਾ ਗਲਤ ਜਾਏਗੀ ਉਹਨਾਂ ਦੇ ਸਿਰ ਤੇ। ਸੋ ਇਦਾਂ ਦੀਆਂ ਗੱਲਾਂ, ਮੇਰਾ ਕਹਿਣ ਤੋਂ ਭਾਵ ਕਿ ਜਿਹੜੇ ਕਰਾਉਂਦੇ ਸੀ ਉਹ ਦਰਅਸਲ ਮੈਂ ਨਹੀਂ ਸੀ ਮੰਨਦੀ। ਸੱਚੀ ਗੱਲ ਹੈ, ਮੈਂ ਗਲਤ ਕੀਤਾ ਹੀ ਨਹੀਂ ਜੀ। ਜੇ ਮੈਨੂੰ ਕਹਿੰਦੇ ਸੀ ਤੇ ਮੈਂ ਕਹਿੰਦੀ ਸੀ ਨਹੀਂ, ਇਹ ਨਹੀਂ ਹੋਣਾ। ਉਹ ਇਹ ਗੱਲਾਂ ਤੋਂ ਮੇਰੇ ਤੋਂ ਥੋੜਾ ਬਹੁਤਾ ਮਹਿਸੂਸ ਤਾਂ ਕਰਦੇ ਸੀ, ਇਹ ਵੀ ਉਹਨਾਂ ਨੂੰ ਪਤਾ ਸੀ ਵੀ ਇਹ ਠੀਕ ਹੈ ਜੀ, ਪਰ ਦੂਜੇ ਮਜਬੂਰ ਕਰਦੇ ਸੀ। ਇੱਕ ਲੀਡਰ ਦੀ ਨਹੀਂ ਗਲਤੀ, ਮੈਨੂੰ ਮੈਂ ਕਹਾਂ ਦੇਖੋ, ਮੈਨੂੰ ਉਹਨਾਂ ਨੇ ਡਾਇਰੈਕਟ ਕਦੀ ਬਹੁਤਾ ਨਹੀਂ ਕਿਹਾ, ਸਿਰਫ ਆਲੇ ਦੁਆਲੇ ਜਿਹੜੇ ਸੀ ਨਾ ਜੀ, ਉਹ ਜੋ ਕਹਿੰਦੇ ਸੀਗੇ ਤੇ ਮੈਨੂੰ ਪਤਾ ਲੱਗਦਾ ਸੀਗਾ ਕਿ ਇਹ ਉਹਨਾਂ ਨੂੰ ਉਹ ਕਹਿੰਦੇ, ਕਹਿ ਨਹੀਂ ਸਕਦੇ, ਉਹ ਮਹਿਸੂਸ ਕਰਦੇ ਵੀ ਜੇ ਮੈਂ ਕਿਹਾ ਤੇ ਬੀਬੀ ਨੇ ਜਵਾਬ ਦਿੱਤਾ ਤੇ ਥੋੜੀ ਇੱਜ਼ਤ ਦਾ ਵੀ ਸਵਾਲ ਰੱਖਣ ਦਾ ਆਪਣਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਬਾਕੀਆਂ ਦੀ, ਚਲੋ ਮੈਂ ਹੀ ਕਹਿੰਦੀ ਇੰਨਾ ਕੁ ਕਹਿਣਾ ਵੀ ਪੈਂਦਾ ਹੁੰਦਾ, ਇਹ ਨਹੀਂ ਕੋਈ ਗੱਲ ਹੈਗੀ, ਇਹ ਛੋਟੀਆਂ ਗੱਲਾਂ ਟੋਲਰੇਟ ਹੋ ਜਾਂਦੀ ਹੈ। ਪਰ ਜੇ ਕੋਈ, ਮੈਂ ਕਹਿੰਦੀ ਹੁਣ ਹੀ ਦੇਖੋ ਤੁਸੀਂ, ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਉਣਾ ਜੀ,
ਲਾਉਣਾ ਤੇ ਤੁਸੀਂ ਪ੍ਰਧਾਨ ਜੀ ਹੈਗੇ ਨੇ, ਐਗਜ਼ੈਕਟਿਵ ਹੈਗੀ ਹੈ, ਮੈਂ ਵੀ ਲਾਇਆ ਸੀ ਗਿਆਨੀ ਪੂਰਨ ਸਿੰਘ ਨੂੰ ਐਗਜ਼ੈਕਟਿਵ ਦੇ ਵਿੱਚ ਲਾਇਆ। ਮੈਨੂੰ ਕਿਸੇ ਦਾ ਪ੍ਰੈਸ਼ਰ ਨਹੀਂ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਉਦੋਂ। ਸੱਚ ਇਹ ਸੱਚੀ ਗੱਲ ਹੈ ਕਿ ਉਹਨਾਂ ਨੇ ਮੈਨੂੰ ਗੱਲ ਕਹੀ ਸੀ ਵੀ ਤੁਸੀਂ ਨਾ ਗੁਰਮਤ ਦੇ ਖਿਲਾਫ ਕਰਿਓ ਕੁਝ ਵੀ, ਕਿਉਂਕਿ ਤੁਹਾਡੀ ਜ਼ਿੰਮੇਵਾਰੀ ਉਹ ਕਰਿਓ। ਤੇ ਮੈਂ ਇਕਾਂਤਵਾਸ ਲੈ ਲਿਆ ਸੀ। ਮੈਂ ਕਿਹਾ ਜੀ ਸਿੱਖ ਸੰਗਤ ਇਹਦੀ ਸੈਮੀਨਾਰ ਕਰੇ, ਵਿਚਾਰੇ ਕਿ ਮੈਂ ਗਲਤ ਹੈ ਕਿ ਗਿਆਨੀ ਪੂਰਨ ਸਿੰਘ ਗਲਤ ਹੈ ਵੀ ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾ ਕਿ ਇਹ ਮਰਿਆਦਾ ਦਾ ਕਾਨ ਹੈ ਜੀ। ਗੂਨੇ ਤੋਂ ਆਰਡਰ ਕਰਨਾ, ਇਹਦਾ ਮੈਨੂੰ ਛੇਕਣਾ ਗੂਨੇ ਜਾ ਕੇ ਨਾਗਪੁਰ ਤੋਂ, ਤੇ ਫੈਕਸ ਰਾਹੀਂ ਚਿੱਠੀ ਭੇਜਣੀ ਅਖਬਾਰਾਂ 'ਚ ਵੀ ਸਿੱਖ ਪੰਥ ਵਿੱਚ ਬੀਬੀ ਜਗੀਰ ਕੌਰ ਨੂੰ ਛੇਕਿਆ ਗਿਆ। ਕੀ ਇਹ ਗੁਰਮਤ ਦੇ ਅਨੁਕੂਲ ਹੈ ਜੀ? ਪਰ ਲੋਕਾਂ ਨੇ ਕਿਹਾ ਗਲਤ ਹੈ। ਇਹ ਔਰੰਗਜ਼ੇਬ ਥੋੜਾ ਜਿੱਥੇ ਮਰਜ਼ੀ ਆਰਡਰ ਦੇ ਦੇਗਾ। ਸ਼੍ਰੀ ਅਕਾਲ ਤਖਤ ਸਾਹਿਬ ਸੁਪਰੀਮ ਹੈ ਜੀ। ਸਾਰੀ ਕੌਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਸਿਰ ਨਿਵਾਉਂਦੀ ਹੈ। ਤੇ ਮੈਂ ਵੀ ਕਿਹਾ ਸੀ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜੇ ਸਿੰਘ ਸਾਹਿਬਾਨ ਬੈਠ ਜਾਣ, ਮੈਨੂੰ ਸੁਣਨ। ਜੇ ਮੇਰੀ ਗਲਤੀ ਹੋਵੇ ਤੇ ਮੈਨੂੰ ਸਾਰੀ ਜ਼ਿੰਦਗੀ ਵਾਸਤੇ ਇੱਥੇ ਭਾਂਡੇ ਮਾਂਜਣ ਦੀ ਸੇਵਾ ਲਾ ਦੇਣ, ਜੋ ਜੋੜੇ ਸਾਫ਼ ਕਰਨ ਦੀ ਸੇਵਾ ਲਾਉਣੀ, ਜੋ ਹੋਰ ਸੇਵਾ ਲਾਣੀ ਹੈ ਮੈਨੂੰ ਲਾਉਣ, ਮੈਂ ਚੱਲਾਂਗੀ। ਤੇ ਕਦੀ ਜ਼ਿੰਦਗੀ 'ਚ ਮੁੜ ਕੇ ਮੈਂ ਗੁਰਮਤ ਦੇ ਕਾਣ ਵਿੱਚ ਮੈਂ ਕੋਈ ਆਪਣਾ ਹਿੱਸਾ ਪਾਇਆ ਤੇ ਮੈਂ ਇੱਥੇ ਇਹ ਨਹੀਂ ਕਹਾਂਗੀ ਕਿ ਮੈਨੂੰ ਕੋਈ ਸੇਵਾ ਦਿੱਤੀ ਜਾਵੇ। ਉਹ ਮੈਂ ਕੀਤਾ ਔਰ ਮੈਂ ਐਗਜ਼ੈਕਟਿਵ ਦੇ 'ਚ ਅਸੀਂ ਫੈਸਲਾ ਕੀਤਾ। ਜਦੋਂ ਸਾਰੇ ਮੈਂਬਰਾਂ ਨੂੰ ਵੀ ਛੇਕ ਦਿੱਤਾ, ਜਿਹੜਾ ਮੇਰੇ ਕੋਲ ਆ ਕੇ ਬੈਠੇ ਉਹਨੂੰ ਛੇਕ ਦਿੱਤਾ, ਦੂਜਾ ਬੈਠਾ ਉਹਨੂੰ ਛੇਕ ਦਿੱਤਾ। ਜਦੋਂ ਇੱਦਾਂ ਕੀਤਾ ਅਸੀਂ ਲਾਸਟ ਵਿੱਚ ਫੈਸਲਾ ਕਰ ਲਿਆ ਸਾਰਿਆਂ ਨੇ ਬਹਿ ਕੇ ਕਿ ਇੱਦਾਂ ਨਹੀਂ, ਗਲਤ ਗੱਲ ਹੈ। ਇਹ ਗਿਆਨੀ ਪੂਰਨ ਸਿੰਘ ਨੂੰ ਅਸੀਂ ਉੱਥੇ ਲਾ ਕੇ ਸਸਪੈਂਡ ਕਰਕੇ ਅਸੀਂ ਮੁਕਤਸਰ ਉਹਦੀ ਡਿਊਟੀ ਲਾਈ ਐਜ਼ ਏ ਗ੍ਰੰਥੀ ਜੀ ਕੀਤਾ। ਭਾਵੇਂ ਲੋਕਾਂ ਨੇ ਕਈਆਂ ਨੇ ਐਵੇਂ ਕਈ ਵੀ ਜਾਂਦੇ ਜੀ ਸਿੰਘ ਸਾਹਿਬਾਂ ਨੂੰ ਇੱਦਾਂ ਕਿੱਦਾਂ ਕਰ ਸਕਦੇ ਹੋ, ਕਿਉਂਕਿ ਜਨਰਲ ਹਾਊਸ ਕੌਮ ਚੁਣ ਕੇ ਭੇਜਦੀ ਹੈ ਤੇ ਜਨਰਲ ਹਾਊਸ ਸਾਨੂੰ ਪਾਵਰ ਦਿੰਦਾ ਹੈ। ਹੁਣ ਅਸੀਂ ਐਮਐਲਏ ਚੁਣਦੇ ਆ, ਵਿਧਾਨ ਸਭਾ 'ਚ ਭੇਜਦੇ ਆ, ਐਮਐਲਏ ਕੈਬਨਿਟ ਬਣਾਉਂਦੇ ਆ, ਕੈਬਨਿਟ ਦਾ ਫੈਸਲਾ ਜਿਹੜਾ ਹੁੰਦਾ ਫਾਈਨਲ ਹੁੰਦਾ, ਫਿਰ ਉਹਨੂੰ ਵਿਧਾਨ ਸਭਾ ਦੇ ਵਿੱਚ ਅਪਰੂਵ ਕਰਾਇਆ ਜਾਂਦਾ ਜਿਹੜੇ ਬਿੱਲ ਹੁੰਦੇ। ਸੋ ਜੇ ਕੈਬਨਿਟ ਦੇ ਕੰਮ ਹੀ ਨਹੀਂ ਕਰਨੇ ਤੇ ਕੱਲੇ ਕੱਲੇ ਸਰਪੰਚਾਂ ਨੂੰ ਪੁੱਛ ਕੇ ਥੋੜ੍ਹਾ ਤਾਂ ਕੈਬਨਿਟ ਫੈਸਲਾ ਕਰੇਗੀ। ਉਹਨੇ ਤੇ ਉਹ ਫੈਸਲਾ ਕਰਨਾ ਜੋ ਕਾਨੂੰਨੀ ਤੌਰ ਦੇ ਉੱਤੇ ਹੋਏਗਾ, ਜੋ ਉੱਥੇ ਬਿੱਲ ਪਾਸ ਕਰਨੇ ਹੋਣਗੇ। ਇਸੇ ਤਰ੍ਹਾਂ ਜਨਰਲ ਹਾਊਸ ਸੰਗਤ ਭੇਜਦੀ ਹੈ। ਸਮਝੋ ਸਾਰਾ ਖਾਲਸਾ ਪੰਥ ਜਿਹੜਾ ਹੁੰਦਾ, ਖਾਲਸਾ ਪੰਥ ਚਲੋ ਇਸ ਵੇਲੇ ਵਰਲਡ 'ਚ ਫੈਲਿਆ ਹੋਇਆ, ਪਰ ਜਿਹੜੇ ਮੈਂਬਰ ਹੁੰਦੇ ਉਹ ਵੀ ਲੋਕਾਂ ਵਿੱਚੋਂ ਚੁਣ ਕੇ ਗਏ ਹੁੰਦੇ, ਸਿੱਖ ਹੀ ਚੁਣ ਕੇ ਭੇਜਦੇ। ਉਹਨਾਂ ਨੇ ਜਿਹੜੀ ਸਾਨੂੰ ਪਾਵਰ ਦਿੱਤੀ ਹੁੰਦੀ ਹੈ ਕਿ ਐਗਜ਼ੈਕਟਿਵ ਕਰੇ, ਤੇ ਉਹ ਐਗਜ਼ੈਕਟਿਵ ਨੇ ਕਰਨੀ ਹੁੰਦੀ। ਸੋ ਇਹ ਜਿਹੜੀ ਸਾਡੀ ਡਿਊਟੀ ਸੀ ਅਸੀਂ ਕੀਤੀ। ਮੇਰਾ ਖਿਆਲ ਹੈ ਕਿ ਉਸ ਵੇਲੇ ਦਾ ਤੁਸੀਂ ਰਿਕਾਰਡ ਕੱਢ ਲਓ, ਮੀਡੀਆ ਦਾ ਰਿਕਾਰਡ ਕਰ ਲਓ, ਅਖਬਾਰਾਂ ਦਾ ਰਿਕਾਰਡ ਕਰ ਲਓ, ਜੇ ਇੱਕ ਵੀ ਕਿਤੇ ਕਿਸੇ ਨੇ ਕਿੰਤੂ ਕੀਤਾ ਹੋਵੇ। ਜੀ ਬਿਲਕੁਲ। ਉਦੋਂ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਨੂੰ ਲਾਇਆ ਸੀ ਅਸੀਂ, ਤੇ ਉਹਦੀ ਯੋਗਤਾ ਵੇਖ ਕੇ ਕਿ ਚਲੋ ਚੰਗੇ ਨੇ, ਵਿਦਵਾਨ ਨੇ, ਕਿਤਾਬਾਂ ਵੀ ਲਿਖਦੇ ਆ, ਤੇ ਉੱਥੇ ਰਿਸਰਚ ਕਰਦੇ ਸੀਗੇ, ਉੱਥੇ ਪੜ੍ਹਾਉਂਦੇ ਵੀ ਸੀ, ਰਿਸਰਚ ਕਰਦੇ ਸੀ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ। ਸੋ ਮੇਰਾ ਕਹਿਣ ਤੋਂ ਭਾਵ ਕਿ ਅਸੀਂ ਕੀਤਾ, ਸਾਰੀ ਕੌਮ ਨੇ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਕਿ ਜੋ ਕੰਮ ਨੇ ਕੀਤਾ ਸਹੀ ਕੀਤਾ। ਅੱਜ ਜੇ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸਾਹਿਬ ਜੇ ਸਿੰਘ ਸਾਹਿਬ ਦਾ ਆਦੇਸ਼ ਵੀ ਨਹੀਂ ਮੰਨਦੇ, ਕੀ ਤੁਸੀਂ ਕਹੋਗੇ ਜੀ? ਜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਰਿਟਨ ਆ ਜਾਏ, ਉਹ ਵੀ ਨਹੀਂ ਮੰਨਣਾ। ਜੇ ਉਹਨੂੰ ਸੁਣ ਕੇ ਤੇ ਆਪਾਂ ਆਵਾਜ਼ ਵੀ ਦੇ ਦਿੰਦੇ ਆ, ਚੈਨਲ ਦੀ ਗੱਲ ਕਰ ਲਓ ਕਿ ਆਦੇਸ਼ ਆ ਗਿਆ ਕਿ ਚੈਨਲ ਤੁਸੀਂ ਬੰਦ ਕਰ ਦਿਓ ਕਿਉਂਕਿ ਦੁਬਿਧਾ ਪੈ ਗਈ ਸੀ। ਜੇ ਆ ਗਿਆ ਤੁਸੀਂ ਅੱਗੋਂ ਕਹਿ ਕੇ 7 ਦਿਨਾਂ 'ਚ YouTube ਚੈਨਲ ਬਣਾ ਲਾਂਗਾ, ਮੈਨੂੰ ਤਾਂ ਕੋਈ ਤਕਲੀਫ ਨਹੀਂ ਹੋਈ ਚੈਨਲ ਦੀ, ਮੈਂ ਤਾਂ ਕੁਝ ਨਹੀਂ ਕਹਿੰਦੀ, ਮੈਂ ਤਾਂ ਕੁਝ ਕਹਿਣਾ ਹੀ ਨਹੀਂ ਜੀ। ਪਰ ਗੱਲ ਇਹ ਹੈ ਕਿ ਸਿੱਖ ਕੌਮ ਦਾ ਉਹ ਮਹਾਨ ਤਖਤ ਜਿਹੜਾ ਹੈ, ਕੀ ਅਸਰ ਜਾਏਗਾ ਲੋਕਾਂ ਦੇ ਵਿੱਚ ਜਦੋਂ ਇੱਕ ਪ੍ਰਧਾਨ ਜਿਹੜਾ ਉਹ ਆਦੇਸ਼ ਨਹੀਂ ਮੰਨੇਗਾ, ਤੇ ਲੋਕ ਕਿੱਦਾਂ ਮੰਨਣਗੇ ਜੀ? ਬਿਲਕੁਲ, ਕਿਉਂ ਮੰਨਣਗੇ ਜੀ ਲੋਕੀ? ਜੇ ਤੁਸੀਂ ਅਕਾਲ ਤਖਤ ਦਾ ਜਥੇਦਾਰ ਇਸ ਕਰਕੇ ਬਦਲਦੇ ਹੋ ਕਿ ਉਹਨੇ ਕਹਿ ਦਿੱਤਾ ਕਿ ਸਰਮਾਏਦਾਰਾਂ ਦੀ ਪਾਰਟੀ ਰਹਿ ਗਈ, ਇਹ ਕਿਸਾਨਾਂ ਦੀ ਪਾਰਟੀ ਨਹੀਂ ਰਹੀ, ਤੁਸੀਂ ਇਸ ਕਰਕੇ ਬਦਲਦੇ ਹੋ। ਜੇ ਉਹ ਚਲੇ ਹੀ ਗਏ ਨੇ ਕਿਤੇ, ਚਲੋ ਪ੍ਰੋਗਰਾਮ ਤੇ ਚਲੇ ਗਏ, ਸਮਾਜੀ ਜੀਵਨ ਹੈ ਸਾਡਾ, ਕਿਸੇ ਨੇ ਮਾਣ ਸਨਮਾਨ ਨਾਲ ਬੁਲਾ ਲਿਆ। ਹੁਣ ਸਾਡੇ ਸਾਰੇ ਫੰਕਸ਼ਨਾਂ ਦੇ ਵਿੱਚ ਸਾਰੇ ਲੋਕ ਆਉਂਦੇ ਆ, ਹਿੰਦੂ ਵੀ ਆਉਂਦੇ ਆ, ਮੁਸਲਮਾਨ ਵੀ ਆਉਂਦੇ ਆ, ਈਸਾਈ ਵੀ ਆਉਂਦੇ ਆ, ਸਮਾਗਮਾਂ ਦੇ ਵਿੱਚ ਬੈਠਦੇ ਆ ਕੇ ਸਤਿਕਾਰ ਕਰਦੇ ਆ। ਤੇ ਜੇ ਅਸੀਂ ਵੀ ਚਲੇ ਜਾਵਾਂਗੇ ਤੇ ਇਹਦੇ ਚ ਕੀ, ਇਹ ਦੇਖੋ ਵੀ ਉਹਨੇ ਕੀਤਾ ਕਿ ਉੱਥੇ ਜਾ ਕੇ ਜੀ। ਇਹ ਗੱਲਾਂ ਜਿਹੜੀਆਂ ਗਲਤ ਹੁੰਦੀਆਂ, ਇਹਨੂੰ ਹੁਣ ਅਸੀਂ ਰੰਗਤ ਦੇ ਕੇ ਸਿਆਸੀ, ਫਿਰ ਬੋਲ ਵੀ ਸਿਆਸੀ ਵੀ ਮਨੁੱਖ ਰਹਿ ਰਿਹਾ, ਬੋਲ ਸਿਆਸੀ ਰਿਹਾ, ਕੋਈ ਹੋਰ ਨਹੀਂ ਬੋਲ ਰਿਹਾ। ਕਿਸੇ ਨੇ ਬੋਲਿਆ ਸਿੱਖਾਂ ਨੇ ਕਿੰਤੂ ਕੀਤਾ ਜੀ। ਇਸ ਕਰਕੇ ਮੈਂ ਸਮਝਦੀ ਹਾਂ ਵੀ ਇਹਨਾਂ ਚੀਜ਼ਾਂ ਦੇ ਨਾਲ ਕਿੰਨਾ ਪੰਥ ਦੇ ਵਿੱਚ ਦਫੇੜਾ ਪੈ ਰਿਹਾ। ਜੇ ਉਹਨਾਂ ਨੂੰ ਉਹਦਾ ਕਿੰਨਾ ਇੱਕਦਮ ਵੀ ਲਾ ਦੇਣਾ, ਕਿਉਂ ਲਾ ਦੇਣਾ? ਉਹਦਾ ਕਾਰਨ ਵੀ ਹੋਣਾ ਚਾਹੀਦਾ। ਜੇ ਤੈਨੂੰ ਗੁਰਮਤ ਦਾ ਕਾਰਨ ਕੀਤਾ, ਜੇ ਤੇ ਉਹਨੇ ਧਰਮ ਦੇ ਵਿੱਚ ਕੋਈ ਐਸਾ ਨੁਕਸਾਨ ਕੀਤਾ ਕਿ ਜਿਹੜੀ ਦੁਨੀਆ ਜਿਹੜੀ ਸਿੱਖ ਕੌਮ ਵੰਡੀ ਗਈ ਹੈ, ਜੇ ਉਹਨੇ ਮਰਿਆਦਾ ਦੀ ਗੱਲ ਨਹੀਂ ਕੀਤੀ, ਇਹ ਗੱਲਾਂ ਦੇਖਣ ਵਾਲੀਆਂ ਨੇ। ਹੁਣ ਉਹਨੂੰ ਕਿਉਂ ਲਾਉਣਾ ਜੀ? ਕਿਉਂਕਿ ਜਿਹੜਾ ਲਾਉਣਾ ਹੋਏਗਾ ਉਹਦੇ ਕੋਲੋਂ ਕੋਈ ਸੌਖਾ ਹੁਕਮ ਕਰਾਉਣਾ ਹੋਏਗਾ,
ਪਰ ਹੋਰ ਕੱਖ ਨਹੀਂ। ਬੀਬੀ ਜੀ ਮਾਫ ਕਰਨਾ ਤੁਹਾਡੀ ਗੱਲ ਵਿੱਚ ਰੋਕ ਰਿਹਾ, ਜਿਸ ਤਰ੍ਹਾਂ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਵੀ ਇੱਕ ਪਰਿਵਾਰ ਦਾ ਹੀ ਕਹਿਣਾ ਮੰਨਦੇ ਨੇ, ਜੇਕਰ ਉਹ ਪਰਿਵਾਰ ਦਾ ਕਹਿਣਾ ਨਹੀਂ ਮੰਨਦੇ ਤਾਂ ਉਹਨਾਂ ਨੂੰ ਵਾਂਝੇ ਕਰ ਦਿੱਤਾ ਜਾਂਦਾ, ਲਾ ਦਿੱਤਾ ਜਾਂਦਾ, ਇਹ ਚੀਜ਼ਾਂ ਹੁੰਦੀਆਂ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਉਹਨਾਂ ਨੇ ਕੀ ਭਾਵਨਾ ਕੀਤੀ ਹੈ ਨਾ, ਵਿਰਸਾ ਸਿੰਘ ਵਲਟੋਹਾ ਨੇ ਸਵਾਲ ਚੁੱਕੇ ਕਿ ਮੇਰੇ ਮਨ ਨੂੰ ਬੇਹੱਦ ਦੀ ਠੇਸ ਪਹੁੰਚੀ ਇੱਕ ਸਿੱਖ ਹੋਣ ਦੇ ਨਾਤੇ ਕਿ ਜਥੇਦਾਰ ਸਾਹਿਬ ਨੇ ਇਹ ਬਹੁਤ ਗਲਤ ਕੰਮ ਕੀਤਾ ਉਹਨਾਂ ਦੀ ਜਿਹੜੀ ਸਰਮਨੀ ਦੇ ਵਿੱਚ ਸ਼ਾਮਲ ਹੋ ਗਏ, ਕਿਉਂਕਿ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਤੇ NSA ਲਗਾ ਕੇ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਭੇਜਤਾ। ਡਿਬਰੂਗੜ੍ਹ ਜੇਲ੍ਹ ਜਿਹੜਾ ਇੱਕ ਵਿਅਕਤੀ ਨੇ ਥੋੜਾ ਭੇਜਿਆ, ਸਰਕਾਰ ਨੇ ਭੇਜਿਆ ਜੀ, ਠੀਕ ਹੈ ਜੀ। ਸਰਕਾਰ ਜਿਹੜੀ ਹੈ ਉਹਨੇ ਕਾਰਵਾਈ ਕੀਤੀ ਹੈ। ਤੁਸੀਂ ਡਿਬਰੂਗੜ੍ਹ ਵਾਲੀ ਜਿਹੜੀ NSA ਹੈ, ਅਸੀਂ ਵੀ ਸਰਕਾਰ ਕੋਲ ਮੁੱਦਾ ਚੁੱਕਿਆ, ਮੈਂ ਸੈਂਟਰ ਸਰਕਾਰ ਕੋਲ ਵੀ ਮੁੱਦਾ ਚੁੱਕਿਆ, ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿਹੜਾ ਉਹਦੀ ਵੈਰੀਫਾਈ ਕਰੋ ਕਿ ਉਹਨਾਂ ਦਾ ਕਸੂਰ ਕੀ ਹੈ, ਜੋ ਧਾਰਾ ਬਣਦੀ ਹੈ ਉਹਦੀ ਧਾਰਾ ਲਾਓ। ਪਰ ਗੱਲ ਇਹ ਹੈ ਕਿੱਥੇ ਇੱਕ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਗੱਲ ਤੇ ਕਿੱਥੇ ਇੱਕ ਵਿਅਕਤੀ ਦੇ ਉੱਤੇ ਲੱਗੀ ਹੋਈ ਹੈ ਧਾਰਾ ਦੀ ਗੱਲ ਜੀ, ਜਾਂ ਸਾਡੇ ਨੌਜਵਾਨਾਂ ਦੇ ਉੱਤੇ ਧਾਰਾਂ ਦੀ ਗੱਲ। ਉਹ ਸਾਰਿਆਂ ਨੂੰ ਪਤਾ ਹੈ ਉਹ ਤੇ ਕਾਨੂੰਨ ਹੈ, ਕਾਨੂੰਨੀ ਤੌਰ ਤੇ ਗਲਤ ਹੋਣਗੇ ਤੇ ਬਾਹਰ ਵੀ ਆ ਜਾਣੇ ਜੀ। ਕਾਨੂੰਨ ਨੇ ਇਹਨਾਂ ਨੇ ਮਿਸ ਵਰਤੋਂ ਕੀਤੀ ਹੋਗੀ, ਮਿਸ ਯੂਟਿਲਾਈਜ਼ ਕੀਤਾ ਹੋਵੇਗਾ ਕਾਨੂੰਨ, ਤਾਂ ਵੀ ਉਹਨਾਂ ਦਾ ਹੱਲ ਹੋ ਜਾਣਾ, ਉਹ ਤਾਂ ਬਰੀ ਹੋ ਜਾਣਗੇ। ਪਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਨੂੰ ਬਿਨਾਂ ਵਜ੍ਹਾ ਤੋਂ ਚੈਲੰਜ ਕਰਨਾ ਇਹ ਕਿਤੇ ਤੇ ਆਪਾਂ ਉਦੋਂ ਨਹੀਂ ਸਿੱਖ ਨੂੰ ਪੀੜਾ ਹੁੰਦੀ ਜੀ, ਉਦੋਂ ਵੀ ਸਿੱਖ ਨੇ ਸੋਚਣਾ ਕਿ ਸਾਨੂੰ ਪੀੜਾ ਹੁੰਦੀ। ਚਲੋ ਮੈਂ ਉਹਦੇ ਨਹੀਂ ਜਵਾਬ ਦੇਣਾ ਚਾਹੁੰਦੀ, ਕਿਉਂਕਿ ਉਹਨਾਂ ਦਾ ਸੁਭਾਅ ਹੀ ਹੈ ਕਿ ਪੀੜਾ ਹੀ ਜ਼ਿਆਦਾ ਉਹਨੂੰ ਹੁੰਦੀ, ਨੁਕਸਾਨ ਤਕਲੀਫ ਹੀ ਉਹਨੂੰ ਹੁੰਦੀ, ਸਾਰਿਆਂ ਦੀ ਹਰ ਗੱਲ ਦੀ ਤਕਲੀਫ ਉਹਨੂੰ ਹੁੰਦੀ ਹੈ। ਇੱਕ ਪਰਿਵਾਰ ਜਿਹੜਾ ਕਬਜ਼ੇ ਦੀ ਚਰਚਾ ਚੱਲਦੀ ਹੈ ਉਹ ਸਹੀ ਹੈ ਜੀ? ਤੁਸੀਂ ਗੱਲ ਇਸ ਤਰ੍ਹਾਂ ਜੀ ਕਿ ਪਰਿਵਾਰ ਮੈਂ ਕੀ ਕਹਿ ਸਕਦੀ ਹਾਂ, ਤੁਸੀਂ ਲੰਬਾ ਸਮਾਂ ਨਾਲ ਰਹੇ ਹੋ। ਨਹੀਂ ਲੰਬਾ ਸਮਾਂ ਤੇ ਨਾ ਰਹੀ ਹੈ, ਕੋਈ ਮੰਨਦਾ ਕੋਈ ਨਹੀਂ ਮੰਨਦਾ। ਜੇ ਮੈਂ ਨਹੀਂ ਮੰਨੀ ਤੇ ਇੱਥੇ ਤੱਕ ਉਹਨਾਂ ਨੇ ਮੈਨੂੰ ਪਹੁੰਚਾਇਆ, ਪਰ ਮੈਨੂੰ ਕੋਈ ਐਸਾ ਨਹੀਂ ਹੈ, ਮੈਂ ਇਹ ਨਹੀਂ ਕਹਿੰਦੀ ਉਹ ਨਹੀਂ ਸੀ ਮੈਨੂੰ ਕੱਢ ਸਕਦੇ, ਮੈਨੂੰ ਤਾਂ ਗੁਰੂ ਰਾਮਦਾਸ ਨੇ ਸ਼ਾਇਦ ਕੱਢਿਆ ਉੱਥੋਂ ਵੀ ਮੈਨੂੰ ਰਸਤਾ ਦਿਖਾਇਆ ਕਿ ਤੂੰ ਹੁਣ ਜੇ ਇੰਨਾ ਚਿਰ ਨਹੀਂ ਚੱਲਿਆ ਜਾ ਸਕਦਾ। ਵੀ ਜਿਹੜੀ ਅਸੀਂ ਗਾਲਾਂ ਵੀ ਖਾਧੀਆਂ ਜੀ, ਬੜੀਆਂ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ, ਫਿਰ ਵੀ ਡਿਫੈਂਡ ਹੀ ਕਰਦੇ ਰਹੇ ਹਾਂ। ਮੈਂ ਤਾਂ ਕਈ ਵਾਰੀ ਸੋਚਦੀ ਹਾਂ, ਮੈਂ ਤਾਂ ਹਮੇਸ਼ਾ ਹੀ ਕਹਿੰਦੀ ਰਹਿਣਾ ਵੀ ਚਲੋ, ਕਿਉਂਕਿ ਲੀਡਰ ਇੱਕ ਰਾਤੋਂ ਰਾਤ ਨਹੀਂ ਪੈਦਾ ਹੁੰਦੇ ਜੀ। ਮੈਂ ਅੱਜ ਵੀ ਕਈ ਵਾਰੀ ਮਹਿਸੂਸ ਕਰਦੀ ਹਾਂ ਕਿ ਬਾਦਲ ਸਾਹਿਬ ਜਿਹੜੀਆਂ ਗੱਲਾਂ ਹੋਈਆਂ ਸੀ, ਅਸੀਂ ਇਹੀ ਗੱਲ ਕਹੀ ਕਿ ਚਲੋ ਕੋਈ ਗੱਲ ਨਹੀਂ, ਆਪਾਂ ਜੇ ਹੁਣ ਹੋ ਗਿਆ ਸਾਡੇ ਕੋਲੋਂ ਤੇ ਇਹ ਗੱਲ ਕਹਿ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਇਹ ਕਹਿ ਦਿਓ ਜੀ ਕੌਮ ਨੂੰ ਸਾਡੀਆਂ ਕੀਤੀਆਂ ਹੋਈਆਂ ਕੁਝ ਕਾਰਵਾਈਆਂ ਦੇ ਉੱਤੇ ਬੜੀ ਪੀੜਾ ਹੋਈ ਹੈ ਤੇ ਭਾਵਨਾਵਾਂ ਦੇ ਕਤਲ ਹੋਏ ਹੈ, ਦੁੱਖ ਮਹਿਸੂਸ ਹੋਇਆ। ਕੌਮ ਦੀ ਸ਼ਕਤੀ ਹੀ ਸਾਡੀ ਸ਼ਕਤੀ ਹੈ, ਜੇ ਤੁਸੀਂ ਸਾਡੇ ਤੇ ਹੱਥ ਰੱਖੋਗੇ ਤਾਂ ਸਾਡੀ ਸ਼ਕਤੀ ਬਣੇਗੀ, ਕਿਉਂਕਿ ਅਸੀਂ ਤੁਹਾਡੇ ਸੇਵਾਦਾਰ ਹੈ। ਜੇ ਤੁਸੀਂ ਇਹ ਮਹਿਸੂਸ ਕੀਤਾ ਤੇ ਅਸੀਂ ਸਮਝਦੇ ਹਾਂ ਕਿ ਸਾਡੇ ਕੋਲ ਭੁੱਲ ਹੋਈ ਹੈ, ਗਲਤੀਆਂ ਹੋਈਆਂ ਨੇ, ਤੇ ਅਸੀਂ ਅਕਾਲ ਤਖਤ ਤੇ ਆ ਕੇ ਸਾਰੀ ਸੰਗਤ ਕੋਲ ਮਾਫੀ ਮੰਗਦੇ। ਆਪੇ ਜਦ ਸ਼੍ਰੀ ਅਕਾਲ ਤਖਤ ਸਾਹਿਬ ਤੁਹਾਨੂੰ ਸੁਣ ਲੈਣਗੇ ਤੇ ਸੁਣ ਕੇ ਜੋ ਉਹਨਾਂ ਸੇਵਾ ਲਾਉਣੀ ਲਾ ਦੇਣਗੇ। ਸੋ ਇਹ ਗੱਲਾਂ ਹੁਣ ਜਦੋਂ ਕਿੰਨੀ ਕੁ ਵਾਰੀ ਕਹੀ ਜਾਈਏ ਜੀ। ਵੈਸੇ ਲੀਡਰਸ਼ਿਪ ਕਰਨੀ ਬੜੀ ਔਖੀ ਹੈ, ਵਾਗਡੋਰ ਸੰਭਾਲਣੀ ਬੜੀ ਔਖੀ ਹੈ। ਮੈਂ ਸਮਝਦੀ ਹਾਂ ਕਿ ਉਹਨਾਂ ਨੇ ਬੜਾ ਲੰਬਾ ਸਮਾਂ ਵਾਗਡੋਰ ਸੰਭਾਲੀ ਹੈ, ਇਹ ਵੀ ਉਹਨਾਂ ਦੀ ਬੜੀ ਮਿਹਨਤ ਹੈ, ਕੋਈ ਐਸੀ ਗੱਲ ਨਹੀਂ। ਗਲਤੀਆਂ ਮਨੁੱਖ ਕੋਲ ਹੁੰਦੀਆਂ ਨੇ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸਾਡੇ ਕੋਲ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ, ਅਸੀਂ ਵੀ ਸਵੇਰੇ ਸ਼ਾਮ ਹਰ ਸਿੱਖ ਜਿਹੜਾ ਗੁਰੂ ਕੋਲ ਅਰਦਾਸ ਹੀ ਕਰਦਾ, ਸੱਚੇ ਪਾਤਸ਼ਾਹ ਹੋਈਆਂ ਭੁੱਲਾਂ ਦੀ ਮਾਫੀ ਦੇਣੀ। ਸੋ ਇਹ ਜਿਹੜੀਆਂ ਗੱਲਾਂ, ਚਲੋ ਮੈਂ ਕਹਿੰਦੀ ਹਾਂ ਕਿ ਇਹ ਵੀ ਛੱਡੋ, ਪਰ ਇਹ ਤੇ ਆਪਾਂ ਤਾਂ ਸੋਚੀਏ, ਕੌਮ ਤੇ ਸੋਚੇ ਵੀ ਸਿੱਖਾਂ ਵਿੱਚ ਦੁਬਦਾ ਪੈ ਕਿਉਂ ਰਹੀ ਹੈ। ਬਹੁਤ ਵੱਡਾ ਸਵਾਲ ਹੈ, ਸਿੱਖਾਂ 'ਚ ਦੁਬਦਾ ਜਿਹੜੀ ਪਈ ਉਹਨੂੰ ਕੱਢਣੀ ਕਿੱਦਾਂ ਜੀ। ਮੈਂ ਤੇ ਕੱਲ ਵੀ ਇੱਕ ਚੈਨਲ ਤੇ ਕਿਹਾ ਕਿ ਦੇਖੋ ਮੈਨੂੰ ਬੜਾ ਅਫਸੋਸ ਹੈ ਕਿ ਹਾਈ ਕੋਰਟ, ਲੋਅਰ ਕੋਰਟ, ਸਾਡੇ ਕੋਰਟਾਂ 'ਚ ਕੇਸ ਜਾ ਰਹੇ ਹੈ ਜੀ, ਸੁਪਰੀਮ ਕੋਰਟ 'ਚ, ਜਿਹੜੀ ਪਬਲਿਕ 'ਚ ਵਿਚਰੀ ਚੀਜ਼ ਹੈ, ਔਰ ਜਿਹੜੇ ਵਿਅਕਤੀਆਂ ਦੇ ਹੱਥਾਂ ਵਿੱਚੋਂ ਲੰਘੀ ਹੈ ਉਹ ਵਿਅਕਤੀ ਤੇ ਸਾਡੇ ਕੋਲ ਬੈਠੇ ਜੀ, ਜਿਨ੍ਹਾਂ ਨੇ ਹੁਕਮਨਾਮਾ ਜਾਰੀ ਕੀਤਾ ਸੀ, ਤੇ ਅਸੀਂ ਐਵੇਂ ਦੁਬਦਾ 'ਚ ਪਏ ਆ ਜੀ। ਕਾਨੂੰਨ ਕੀ ਕਹੇਗਾ, ਇਹ ਹੁਣ ਬਰੀ ਹੋ ਜਾਏਗਾ, ਹੁਣ ਮਾਫ ਹੋ ਜਾਏਗਾ, ਕਿਹਨੇ ਗਲਤੀ ਕੀਤੀ ਕਿਹਨੇ ਨਹੀਂ ਕੀਤੀ। ਤਾਂ ਕੋਰਟ ਖੜੇ ਬੈਠੇ ਹੋਏ ਉੱਥੇ, ਜਿਨ੍ਹਾਂ ਨੂੰ ਉੱਥੇ ਜ਼ੋਰ ਨਾਲ ਬਿਠਾਏ ਹੋਏ ਆ, ਕਦੀ ਨਹੀਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚਾਹੁੰਦਾ ਉੱਥੇ ਬੈਠੇ ਜੀ। ਮੈਂ ਤੇ ਅਕਾਲ ਤਖਤ ਤੋਂ ਲਾ ਕੇ ਦੂਜੇ ਕੋਠੀ 'ਚ ਭੇਜ ਦਿੱਤੇ ਸੀਗੇ, ਮੈਂ ਕਿਹਾ ਮੈਂ ਇੱਥੇ ਨਹੀਂ ਰੱਖਣਾ ਇਹਨਾਂ ਨੂੰ। ਸੋ ਉਹ ਉੱਥੇ ਕੋਲ ਬੈਠੇ ਹੋਏ ਆ ਜਿਨ੍ਹਾਂ ਨੇ ਹੁਕਮਨਾਮਾ ਜਾਰੀ ਕੀਤਾ ਸੀਗਾ ਮਾਫੀ ਦਾ, ਤੇ ਉਹਨਾਂ ਨੂੰ ਬੁਲਾ ਕੇ ਸਿੰਘ ਸਾਹਿਬ ਕਿਰਪਾ ਕਰਨਾ, ਉਹਨਾਂ ਕੋਲ ਸਪਸ਼ਟੀਕਰਨ ਹੀ ਲੈ ਲੈਣ, ਭਾਈ ਸੱਚ ਹੀ ਦੱਸ ਦਿਓ ਕੌਮ ਨੂੰ, ਜਿੱਦਾਂ ਅੱਗੇ ਦੱਸਿਆ ਸੀ, ਤੇ ਉਹ ਸੱਚ ਦੱਸ ਦੇਣ ਤੇ ਕੌਮ ਦੀ ਦੁਬਦਾ ਖਤਮ ਹੋ ਜੇ। ਕਾਹਨੂੰ ਐਵੇਂ ਸਾਰੀ ਦੁਨੀਆ ਲੜ ਲੜ ਕੇ ਮਰ ਚੱਲੀ, ਕਿਉਂ ਪਰੇਸ਼ਾਨ ਹੋਈ ਹੈ ਸਾਰਾ ਪੰਥ, ਖੇਰੂ ਹੁੰਦਾ ਜਾਂਦਾ। ਚਰਚਾਵਾਂ ਛਿੜੀਆਂ ਸੀਗੇ ਸਰਸੈਲ ਸਾਧ ਨੂੰ ਮਾਫੀ ਦੇਣਾ ਅਕਾਲ ਤਖਤ ਸਾਹਿਬ ਤੋਂ, ਉਹ
ਪਿੱਛੋਂ ਆਰਡਰ ਆਏ ਸੀ ਜਥੇਦਾਰ ਸਾਹਿਬ ਨੂੰ ਕਿ ਜਥੇਦਾਰ ਸਾਹਿਬ ਨੇ ਆ ਫੈਸਲਾ ਲਿਆ ਸੀ? ਤੇ ਇਹ ਤੇ ਉਹ ਦੱਸ ਸਕਦੇ ਨੇ, ਜਿਉਂਦੇ ਨੇ, ਉਹ ਜਿਉਂਦੇ ਹੀ ਹੈ। ਤੇ ਸਿੰਘ ਸਾਹਿਬ ਨੂੰ ਬੁਲਾ ਲੈਣ ਵੀ ਕਾਹਨੂੰ ਵਕਤ ਪਾਇਆ ਸਾਰੀ ਕੌਮ ਨੂੰ। ਪਰ ਚਰਚਾਵਾਂ ਤੇ ਦੇਖੋ ਸਾਡੇ ਸਾਹਮਣੇ ਤੇ ਮੱਕੜ ਸਾਹਿਬ ਨੇ ਇਹੀ ਕਿਹਾ ਕਿ ਜਦ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਆਇਆ, ਅਸੀਂ ਕੀ ਕਰਦੇ ਜੀ? ਸਾਡੀ ਤੇ ਕੀ ਨਵੇਂ ਸ਼੍ਰੋਮਣੀ ਕਮੇਟੀ ਦੇ ਅਸੀਂ ਮੈਂਬਰ ਬਣੇ ਸੀ, ਅਜੇ ਤੱਕ ਨੋਟੀਫਿਕੇਸ਼ਨ ਵੀ ਨਹੀਂ ਸੀ ਹੋਈ। ਐਗਜ਼ੈਕਟਿਵ ਕੰਮ ਕਰ ਰਹੀ ਸੀ ਪ੍ਰਧਾਨ ਸਾਹਿਬ ਮੱਕੜ ਸਾਹਿਬ ਤੇ ਐਗਜ਼ੈਕਟਿਵ ਦਾ ਕੰਮ ਸੀ, ਸਾਡੀ ਤੇ ਨੋਟੀਫਿਕੇਸ਼ਨ ਵੀ ਨਹੀਂ ਸੀ ਜੀ। ਪਰ ਉਸ ਵੇਲੇ ਕਿਉਂਕਿ ਅਸੀਂ ਸਿੰਸੀਅਰ ਵੀ ਸੀ ਪਾਰਟੀ ਨੂੰ ਵੀ, ਐਵੇਂ ਅਸੀਂ ਕਹੀਏ ਵੀ ਅਸੀਂ ਪਾਰਟੀ ਦੇ ਖਿਲਾਫ ਝੰਡਾ ਚੁੱਕ ਲੈਂਦੇ ਜਾਂ ਕੁਝ ਵੀ ਪਰਿਵਾਰ ਦੇ ਵਿੱਚ ਦੁਬਿਧਾ ਵੀ ਪੈਂਦੀ ਹੈ, ਅਸੀਂ ਨਹੀਂ ਸੀ ਚਾਹੁੰਦੇ ਵੀ ਸਾਡੀ ਏਕਤਾ ਨੂੰ, ਤਾਕਤ ਨੂੰ, ਸਾਡੀ ਨੂੰ ਨੁਕਸਾਨ ਹੋਵੇ। ਪਰ ਜਿਹੜੀ ਵਿੱਚ ਸਾਰੇ ਮੈਂਬਰਾਂ ਨੇ ਮਹਿਸੂਸ ਕੀਤਾ ਵੀ ਇਹ ਗਲਤ ਹੋ ਗਿਆ, ਇਹ ਗਲਤ ਹੋ ਗਿਆ। ਉਹ ਜਿਹੜੀ ਗਲਤੀ ਹੋਈ ਹੈ ਬਹੁਤ ਠੇਸ ਪਹੁੰਚੀ, ਸਭ ਨੂੰ ਪਹੁੰਚੀ। ਫਿਰ ਦੁਬਾਰਾ ਹੁਕਮਨਾਮਾ ਲੈਣਾ, ਜਦੋਂ ਸਾਰੀ ਵਿਰੋਧਤਾ ਹੋਈ ਹੈ, ਹੁਕਮਨਾਮਾ ਦੁਬਾਰਾ ਜਾਰੀ ਕੈਂਸਲ ਕਰਨਾ ਪਿਆ। ਹੁਣ ਜਿਹੜੇ ਹੁਕਮਨਾਮਾ ਕਰਨ ਵਾਲੇ ਹੈ ਉਹਨਾਂ ਨੇ ਸਾਰੀ ਜ਼ਿੰਦਗੀ ਉੱਥੇ ਇੱਜ਼ਤ ਬਣਵਾਈ, ਉੱਥੇ ਮਾਣ ਪ੍ਰਾਪਤ ਕੀਤੇ ਹੈ, ਤੇ ਕਿਉਂ ਨਹੀਂ ਉਹ ਦੁਨੀਆ ਦੇ ਸਾਹਮਣੇ ਆਪਣਾ ਦੁਬਾਰਾ ਮੂੰਹ ਖੋਲ ਸਕਦੇ ਜੀ? ਘਰ ਘਾਟ ਉਹਨਾਂ ਦੇ ਉੱਥੇ ਕੋਠੀਆਂ ਬਣੀਆਂ ਹੋਈਆਂ ਨੇ ਘਰਾਂ ਦੇ ਵਿੱਚ, ਉੱਥੇ ਕਿਉਂ ਨਹੀਂ ਰਹਿੰਦੇ ਜਾ ਕੇ ਜੀ? ਇੱਥੇ ਕਿਉਂ ਬੈਠੇ ਜੀ? ਮਤਲਬ ਕਹਿੰਦਾ ਇਹ ਵੀ ਜਿਹੜੀ ਗੱਲਾਂ ਨੇ ਜੀ, ਦੇਖੋ ਸਾਡੇ ਕੋਲੋਂ ਇਹ ਵੀ ਜ਼ਬਰਦਸਤੀ ਕਰਾਇਆ ਗਿਆ ਕਿ ਉੱਥੇ ਬਿਠਾਓ, ਅੱਛਾ ਉੱਥੇ ਰੱਖੋ। ਜੇ ਅਸੀਂ ਕਹਿੰਦੇ ਸੀ ਇਹਨਾਂ ਬਾਹਰ ਕੱਢੀਏ, ਕਹਿੰਦੇ ਨਹੀਂ ਉੱਥੇ ਰੱਖੋ ਜੀ। ਅੱਛਾ ਬੀਬੀ ਜੀ, ਜਿਸ ਤਰ੍ਹਾਂ ਤੁਸੀਂ ਮਾਫੀ ਦੀ ਗੱਲ ਕੀਤੀ ਕਿ ਬਾਦਲ ਸਾਹਿਬ ਨੂੰ ਅਸੀਂ ਕਹਿੰਦੇ ਰਹੇ, ਤਾਂ ਹੁਣ ਸੁਖਬੀਰ ਸਿੰਘ ਬਾਦਲ ਦਾ ਕੱਲ ਬਿਆਨ ਆਉਂਦਾ, ਉਹ ਕਹਿੰਦੇ ਕਿ ਜਿਹੜੇ ਪਾਰਟੀ ਨੂੰ ਛੱਡ ਕੇ ਗਏ ਆ ਮੈਂ ਉਹਨਾਂ ਨੂੰ ਕਹਿਣਾ ਘਰ ਵਾਪਸ ਹੀ ਕਰੋ, ਤੇ ਜੇ ਮੇਰੇ ਤੋਂ ਗਲਤੀ ਹੋਈ ਹੈ ਤਾਂ ਮੈਂ ਮਾਫੀ ਵੀ ਮੰਗਦਾ। ਕਿ ਤੁਸੀਂ ਵੀ ਵਾਪਸੀ ਕਰ ਸਕਦੇ ਜੇ ਤੁਹਾਨੂੰ ਸੱਦਾ ਆਉਂਦਾ, ਸੁਖਬੀਰ ਸਿੰਘ ਬਾਦਲ ਤੁਹਾਨੂੰ ਮਨਾਉਣ ਆਉਂਦੇ ਨੇ ਕਿ ਆ ਜਾਓ ਭਾਈ ਕੋਈ ਗੱਲ ਨਹੀਂ, ਤੁਹਾਡਾ ਆਪਣਾ ਘਰ ਆ, ਵਾਪਸ ਆ ਜਾਓ? ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਮੇਰਾ ਬਾਦਲ ਸਾਹਿਬ ਨਾਲ ਨਿੱਜੀ ਕੋਈ ਲੜਾਈ ਨਹੀਂ, ਨਾ ਮੇਰਾ ਕੋਈ ਨਾ ਰੋਸਾ, ਕਿਉਂਕਿ ਮੈਂ ਉਸ ਪਰਿਵਾਰ ਦੇ ਵਿੱਚੋਂ ਬਹੁਤ ਪਿਆਰ ਲਿਆ ਜੀ, ਉਹਨਾਂ ਨੇ ਵੀ ਮੇਰੇ ਕੋਲ ਬਹੁਤ ਸਤਿਕਾਰ ਲਿਆ ਜੀ। ਇਸ ਘਰ ਦੇ ਵਿੱਚ ਮੈਂ ਸਮਝਦੀ ਹੁੰਦੀ ਸੀ ਕਿ ਇਹ ਮੇਰਾ ਭਰਾ ਹੈ ਤੇ ਉਹ ਮੇਰਾ ਬਾਪ ਹੈ। ਮੇਰੇ ਸਮਾਜੀ ਵੀ ਕਾਰਜ ਜਿਹੜੇ ਹੁੰਦੇ ਸੀ, ਮੇਰੀ ਬੱਚੀ ਦੇ ਵਿਆਹ ਨੂੰ, ਉਹ ਵੀ ਸਾਰਾ ਉਹਨਾਂ ਨੇ ਮਾਪਿਓ ਬਣ ਕੇ ਕੀਤਾ ਜੀ। ਮਤਲਬ ਆਪ ਸਮਝਿਆ ਵੀ ਅਸੀਂ ਸਤਿਕਾਰ ਕਰਦੇ ਹਾਂ। ਕੋਈ ਸਾਲ ਸਾਡੇ 35 ਸਾਲ ਹੋ ਚੱਲੇ ਜੀ ਇੱਥੇ ਸਮਾਗਮ, 30-35 ਸਾਲ ਤੋਂ ਕੋਈ ਬਾਬਾ ਜੀ ਦਾ ਸਾਲਾਨਾ ਸਮਾਗਮ, ਕੋਈ ਰੈਲੀ, ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ, ਬਸ ਇਹ ਤੋਂ ਵੱਧ ਕੋਈ ਲੀਡਰ ਆਇਆ ਹੀ ਨਹੀਂ, ਮੈਂ ਕਦੀ ਬੁਲਾਇਆ ਹੀ ਨਹੀਂ ਜੀ। ਬਸ ਮੈਂ ਸਮਝਦੀ ਸੀ ਮੁੱਖ ਮੰਤਰੀ ਆ ਗਿਆ, ਪ੍ਰਧਾਨ ਆ ਗਿਆ ਤੇ ਸਮਝੋ ਸਾਰੀ ਕੌਮ ਆ ਗਈ। ਮਤਲਬ ਮੇਰੇ ਦਿਮਾਗ 'ਚ ਇਹੀ ਹੁੰਦਾ ਸੀਗਾ, ਮੇਰਾ ਡਾਇਰੈਕਟ ਉਹਨਾਂ ਨਾਲ ਹੀ ਰਿਸ਼ਤਾ ਸੀਗਾ। ਮੇਰਾ ਕੋਈ ਬਹੁਤਾ ਲੀਡਰਸ਼ਿਪ ਦੇ ਵਿੱਚ ਮੈਂ ਸਤਿਕਾਰ ਕਰਦੀ ਸੀ, ਤਾਈਓ ਤੇ ਕੋਈ ਲੀਡਰ ਮੇਰੇ ਨਾਲ ਗਰੁੱਪ ਬਣ ਕੇ ਤੁਰਿਆ ਨਹੀਂ। ਚਰਚਾ ਵੀ ਚੱਲਦੀਆਂ ਨੇ, ਕਹਿੰਦੇ ਬੀਬੀ ਜੀ ਖਾਸਾ ਨੇੜੇ ਸੀਗੇ। ਨਹੀਂ, ਮੈਂ ਦੇਖੋ ਨੇੜੇ ਮਤਲਬ ਮੈਂ ਘਰੇਲੂ ਤੇ ਕਿਸੇ ਦੇ ਚ ਨਹੀਂ ਕੋਈ ਗੱਲ ਕਰ ਸਕਦੀ ਜੀ, ਨਾ ਮੈਂ ਬਹੁਤੀਆਂ ਪਾਲਿਸੀਆਂ ਵਿੱਚ ਉਹਨਾਂ ਨੇ ਕੋਈ ਦਖਲਅੰਦਾਜ਼ੀ ਕਰਦੀ ਸੀਗੀ। ਮੈਂ ਤੇ ਕੰਮ ਕਰਦੀ ਸੀ ਸਿੰਸੀਅਰਲੀ ਜੀ। ਮੈਨੂੰ ਇਹ ਸੀਗਾ ਕਿ ਜੋ ਬਾਦਲ ਸਾਹਿਬ ਸਾਨੂੰ ਹੁਕਮ ਲਾਉਂਦੇ ਅਸੀਂ ਕਰੀਏ, ਤੇ ਜਿੱਥੇ ਡਿਊਟੀ ਲਾਉਂਦੇ ਅਸੀਂ ਕਰੀਏ, ਸਾਡਾ ਫਰਜ਼ ਬਣਦਾ ਸੀ। ਹਰਿਆਣੇ ਭੇਜੋ ਜੀ, ਚੋਣਾਂ ਆ ਗਈਆਂ ਉੱਥੇ ਚੱਲ ਜਾਓ, ਦਿੱਲੀ ਆ ਗਈਆਂ ਦਿੱਲੀ ਚੱਲ ਜਾਓ, ਜਿੱਥੇ ਜਾਣਾ ਫਿਰ ਤਨ ਮਨ ਤੋੜ ਕੇ ਕੰਮ ਕਰਨਾ, ਟੁੱਟ ਕੇ ਮਰ ਜਾਣਾ। ਕਿ ਪਾਰਟੀ ਦੀ ਇੱਜ਼ਤ ਦਾ ਸਵਾਲ ਸੀ ਨਾ ਜੀ। ਹੁਣ ਬਾਦਲ ਸਾਹਿਬ ਨੇ, ਚਲੋ ਦੇਖੋ ਆਪਣੀ ਪਾਰਟੀ ਵਾਸਤੇ ਉਹ ਚਿੰਤਤ ਹੋਏ ਹੈ, ਚੰਗੀ ਗੱਲ ਹੈ। ਮੈਂ ਇਹਨੂੰ ਚੰਗੀ ਗੱਲ ਕਹਿੰਦੀ ਹੈ ਕਿ ਜੇ ਪ੍ਰਧਾਨ ਸਾਹਿਬ ਨੂੰ ਆਪਣੀ ਪਾਰਟੀ ਦੀ ਚਿੰਤਾ ਲੱਗੀ ਹੈ ਤੇ ਬਹੁਤ ਹੀ ਇਹ ਚੰਗੀ ਗੱਲ ਹੈ ਕਿ ਉਹ ਮਹਿਸੂਸ ਕਰਨ ਲੱਗ ਪਏ ਹੈ ਕਿ ਜਿਹੜੇ ਵੀ ਗਏ ਰੁੱਸ ਕੇ ਕਿਸੇ ਕਾਰਨ ਕਰਕੇ ਗਏ ਹੋਣਗੇ ਨਾ ਜੀ, ਕੋਈ ਨਾ ਕੋਈ ਗੱਲ ਹੋਏਗੀ ਉਹਨਾਂ ਦੀ, ਉਹ ਰੁੱਸ ਕੇ ਗਏ। ਪਰ ਮੈਂ ਰੁੱਸ ਕੇ ਨਹੀਂ ਆਈ, ਨਾ ਮੈਂ ਪਾਰਟੀ ਛੱਡ ਕੇ ਆਈ ਹਾਂ। ਤੁਸੀਂ ਨਹੀਂ ਮੰਨਦੇ ਆਪਣੇ ਆਪ ਨੂੰ ਉਸ ਕੈਟਾਗਰੀ 'ਚ ਨਹੀਂ ਆਉਂਦੇ? ਨਾ, ਮੈਂ ਉਸ ਕੈਟਾਗਰੀ 'ਚ ਨਹੀਂ ਆਉਂਦੀ, ਕਿਉਂਕਿ ਉਹਦਾ ਕਾਰਨ ਹੈ, ਕਿਉਂਕਿ ਮੇਰੀ ਲੜਾਈ ਉਹਨਾਂ ਨੇ ਸਿਧਾਂਤਕ ਸੀ, ਗੁਰਮਤਿ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਬਿਨਾਂ ਵਜ੍ਹਾ ਤੋਂ ਦਖਲਅੰਦਾਜ਼ੀ ਦੀ ਸੀ ਸਿਆਸੀ ਤੌਰ ਦੇ ਉੱਤੇ। ਉਹ ਗੱਲਾਂ ਦਾ ਕਰਕੇ ਉਹ ਗੁੱਸਾ ਕੀਤਾ ਉਹਨਾਂ ਨੇ ਤੇ ਮੈਨੂੰ ਬਾਹਰ ਕੱਢ ਦਿੱਤਾ, ਹੋਰ ਤਾਂ ਗੱਲ ਕੁਝ ਨਹੀਂ। ਪਤਾ ਸਵਾਲ ਤੁਹਾਡੇ ਤੇ ਵੀ ਚੁੱਕ ਰਹੇ ਨੇ, ਕਹਿੰਦੇ ਬੀਬੀ ਜੀ ਨੂੰ ਬੀਜੇਪੀ ਸਪੋਰਟ ਕਰ ਰਹੀ ਹੈ ਤੇ ਬੀਜੇਪੀ ਕਰਕੇ, ਬੀਬੀ ਜੀ ਕਰਕੇ ਸਿਆਸੀ ਦਖਲਅੰਦਾਜ਼ੀ ਸ਼੍ਰੋਮਣੀ ਕਮੇਟੀ 'ਚ ਹੋਣੀ ਸ਼ੁਰੂ ਹੋ ਗਈ, ਕਿਉਂਕਿ ਜਦੋਂ ਹੁਣ ਪ੍ਰਧਾਨਗੀ ਦੀ ਦੁਬਾਰਾ ਚੋਣ ਹੋਈ ਤਾਂ ਉਦੋਂ ਤੁਹਾਨੂੰ ਬਹੁਤ ਮਦਦ ਦਿੱਤਾ ਗਿਆ ਦੂਜੀਆਂ ਪਾਰਟੀਆਂ ਦੇ ਵੱਲੋਂ, ਚਾਹੇ ਢੀਂਡਸਾ ਸਾਹਿਬ ਦੀ ਗੱਲ ਕੀਤੀ ਜਾਵੇ ਜਾਂ ਹੁਣ ਸ਼੍ਰੋਮਣੀ ਹਰਿਆਣਾ ਕਮੇਟੀ ਦੀ ਗੱਲ ਕੀਤੀ ਜਾਵੇ। ਬੀਜੇਪੀ ਦੇ ਨਾਲ 30 ਸਾਲ ਦੀ ਸਾਂਝ ਕਿਹਨਾਂ ਦੀ ਹੈ? ਮੇਰੀ ਤਾਂ ਸਾਂਝ ਹੀ ਕੋਈ ਨਹੀਂ ਜੀ। ਮੇਰੇ ਇਲਾਕੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਇੱਕ ਐਮਸੀ ਵੀ ਮੈਂ ਬੀਜੇਪੀ ਦਾ ਬਣਾਇਆ ਹੋਵੇ, ਕੋਈ ਬਣਿਆ ਹੋਵੇ ਜੀ, ਕਿਸੇ ਥਾਂ ਦੇ ਉੱਤੇ ਕਿਸੇ ਬੀਜੇਪੀ, ਮੇਰੇ ਇਲਾਕੇ 'ਚ ਬੀਜੇਪੀ ਹੈ ਹੀ ਨਹੀਂ। ਮੇਰੀ ਜਿਹੜੀ ਗੱਲ ਹੈ ਨਿੱਜੀ ਹਲਕਾ ਪਲਾਟ 'ਚ, ਜਦੋਂ ਵੀ ਕਦੀ ਐਮਪੀ ਦੀ ਟਿਕਟ ਹੁੰਦੀ ਸੀ ਉਹ ਇਹਨਾਂ ਦੇ ਅਲਾਇੰਸ ਵਿੱਚ ਮਿਲਦੀ ਸੀ। ਸੋਮ ਪ੍ਰਕਾਸ਼ ਨੂੰ ਮਿਲੀ, ਸਾਂਪਲੇ ਨੂੰ ਮਿਲੀ, ਜਿਤਾਏ। ਮੇਰਾ ਫਰਜ਼ ਸੀਗਾ ਕਿ ਪਾਰਟੀ ਨੂੰ ਜਿਤਾਣਾ ਤੇ ਹੈ ਹੀ ਸੀ। ਜੇ ਉਹ ਮਿਨਿਸਟਰ ਬਣੇ ਆ, ਮੈਂ ਕਹਿੰਦੀ ਇੱਕ ਵੀ ਕੰਮ ਉਹ ਦੱਸ ਦੇਣ, ਦੋਨੋਂ ਜਾਣੇ ਜਿਉਂਦੇ ਨੇ ਅਜੇ ਵੀ,
ਜੀ ਇੱਕ ਵੀ ਕੰਮ ਬੀਬੀ ਜਗੀਰ ਕੌਰ ਨੇ ਆਪਣਾ ਲਿਆ ਹੋਵੇ ਜੀ ਈਵਨ ਮੇਰੇ ਹਲਕੇ ਵਾਸਤੇ ਨਹੀਂ ਉਹਨਾਂ ਕੋਲ ਬਹੁਤਾ ਕੰਮ ਮਿਲਿਆ ਜੇ, ਕਿਉਂਕਿ ਮੇਰੀ ਤੇ ਇੱਥੇ ਤੱਕ ਸਾਂਝ ਹੈ ਕਿ ਵੋਟਾਂ ਪਾਉਣੀਆਂ ਜੀ ਮੈਂ ਗਈ ਨਹੀਂ ਕਦੀ, ਮੈਂ ਅੱਜ ਤੱਕ ਸਾਂਪਲਾ ਸਾਹਿਬ ਦੇ ਘਰ ਨਹੀਂ ਗਈ ਕਦੀ। ਜੀ ਜੇ ਕਿਤੇ ਮਿਲੀ ਹੋਊਗੀ ਸੋਮ ਪ੍ਰਕਾਸ਼ ਨੂੰ ਇੱਕ ਅੱਧੀ ਵਾਰੀ ਕਿਤੇ ਮਿਲੀ ਹੋਊਗੀ ਜਾਂ ਮੈਂ ਟੈਲੀਫੋਨ ਤੇ ਗੱਲ ਕੀਤੀ ਹੋਊਗੀ। ਮੇਰੀ ਆਦਤ ਹੀ ਘੱਟ ਹੈ, ਮੈਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਮਿਨਿਸਟਰਾਂ ਦੇ ਘਰਾਂ 'ਚ ਘੱਟ ਜਾਂਦੀ, ਜੀ ਬਾਦਲ ਸਾਹਿਬ ਕੋ ਜਾਂਦੀ ਸੀ ਕੰਮ ਕਰਨ ਵਾਸਤੇ, ਕੰਮ ਕਰਾ ਕੇ ਆ ਜਾਂਦੀ ਸੀਗੀ। ਮੇਰਾ ਸੁਭਾਅ ਹੀ ਨਹੀਂ ਹੈਗਾ, ਤੁਸੀਂ ਮੈਨੂੰ ਕਦੇ ਦੇਖਿਆ ਕਿ ਮੈਂ ਬਹੁਤਾ ਇੱਧਰ ਉੱਧਰ ਲੀਡਰਾਂ ਦੇ ਘਰਾਂ 'ਚ ਤੁਰੀ ਫਿਰਦੀ ਹਾਂ। ਰੈਲੀਆਂ ਤੇ ਜਾਣਾ ਉਹ ਮੇਰੀ ਡਿਊਟੀ ਸੀ, ਜੀ ਜਲਸਿਆਂ 'ਚ ਜਾਣਾ ਮੇਰੀ ਡਿਊਟੀ ਸੀ, ਧਰਨਿਆਂ ਮੁਜ਼ਾਹਰਿਆਂ ਤੇ ਜਾਣਾ ਮੇਰੀ ਡਿਊਟੀ ਸੀ, ਮੈਂ ਕਰਦੀ ਸੀ। ਜੀ ਮੀਟਿੰਗਾਂ 'ਚ ਜਾਣਾ ਮੇਰੀ ਡਿਊਟੀ ਸੀ। ਮੈਂ ਇੱਥੇ ਸਮਾਗਮ ਵੀ ਆਪਣਾ ਉਹਨਾਂ ਨੂੰ ਮੀਟਿੰਗ ਛੱਡ ਕੇ ਜਾਣਾ ਕਿ ਮੇਰੀ ਪਾਰਟੀ ਦੀ ਮੀਟਿੰਗ ਹੈ, ਮੈਂ ਨਹੀਂ ਛੱਡਣੀ। ਜੀ ਠੀਕ ਹੈ ਜੀ। ਜਿਹੜੀ ਗੱਲ ਇਹ ਕਹਿੰਦੇ ਆ ਮੈਨੂੰ ਦੁੱਖ ਇਸ ਗੱਲ ਦਾ ਵੀ ਮੈਂ ਤੇ ਇਹਨਾਂ ਦੇ ਕਹਿਣ ਤੇ ਕੰਮ ਕਰਦੀ ਰਹੀ। ਬਿਲਕੁਲ ਜੇ ਭਾਜਪਾ ਦੇ ਇਸ ਵਾਰੀ ਮੈਂ ਜਲੰਧਰ 'ਚ ਗੱਲ ਕੀਤੀ ਹੈ ਕਿਉਂਕਿ ਮੈਂ ਹੁਣ ਕਿਹਨੂੰ ਕਹਿੰਦੀ, ਸਾਰੇ ਮੇਰੇ ਕੋਲ ਇਕੱਠੇ ਹੋ ਕੇ ਆਉਂਦੇ ਸੀਗੇ ਤੇ ਲੋਕੀ ਵੀ ਕਹਿੰਦੇ ਸੀ ਜੋ ਬੀਬੀ ਜੀ ਕਹੇ ਅਸੀਂ ਕਰਾਂਗੇ। ਇਹਦਾ ਮਤਲਬ ਮੇਰਾ ਉੱਥੇ ਪਿਆਰ ਸੀ ਤੇ ਉਹ ਕਰਦੇ ਸੀ। ਤੇ ਜੇ ਮੈਂ ਉਹਨੂੰ ਕਿਹਾ ਤੇ ਮੈਂ ਸ਼ਰਤਾਂ ਰੱਖ ਕੇ ਉਹਨਾਂ ਨਾਲ ਗੱਲ ਕੀਤੀ ਹੈ ਸਰਕਾਰ ਨਾਲ ਵੀ ਭਾਰਤ ਸਰਕਾਰ ਇੱਕ ਸਭ ਤੋਂ ਵੱਡੀ ਗੱਲ ਸੀ ਚਰਨਜੀਤ ਸਿੰਘ ਅਟਵਾਲ ਦੀ। ਉਹਦਾ ਬੇਟਾ ਲੜ ਰਿਹਾ ਸੀਗਾ, ਉਹ ਮੇਰੇ ਨਾਲ ਚਰਨਜੀਤ ਸਿੰਘ ਅਟਵਾਲ ਜਦੋਂ 60 ਸਾਲ ਤੋਂ ਵਿੱਚ ਪਾਰਟੀ ਦੇ ਕੰਮ ਕੀਤਾ, ਉਹ ਵੀ ਰੁੱਸ ਕੇ ਹੀ ਆਏ ਨਾ ਜੀ, ਗੁੱਸੇ 'ਚ ਹੀ ਆਏ ਨਾ ਇਹਨਾਂ ਕੋਲੋਂ ਛੱਡ ਕੇ ਪਾਰਟੀ ਛੱਡੀ ਜਿਹੜੀ ਉਹਦੇ ਕਰਕੇ, ਕਿਉਂਕਿ ਉਹਨਾਂ ਨੇ ਮੇਰਾ ਇੱਥੇ MP ਮੈਂ ਉਹਨੂੰ ਜਿਤਾਇਆ ਸੀ ਤੇ ਉਹ ਜਦੋਂ ਡਿਪਟੀ ਸਪੀਕਰ ਸੀ ਮੇਰੀ ਉਹਨਾਂ ਨੇ ਜਿੰਨੀਆਂ ਤੁਸੀਂ ਸੜਕਾਂ ਲੰਘ ਕੇ ਆਏ ਹੋ, ਜਿੰਨੀਆਂ ਚੌੜੀਆਂ ਸੜਕਾਂ ਉਹਨਾਂ ਨੇ ਕਰਾਈਆਂ ਮੇਰੀਆਂ। ਇੱਕ ਇੱਕ ਸੜਕ ਜਿਹੜੀ ਸੀ ਉਹ ਮੈਂ ਉਹਨਾਂ ਕੋਲੋਂ ਕੰਮ ਲਿਆ। ਮੇਰਾ ਸਤਿਕਾਰ ਕਰਦੇ ਸੀ, ਪੂਰਾ ਪਿਆਰ ਕਰਦੇ ਸੀਗੇ। ਵਿੱਚ ਵੀ ਜੋ ਪਾਰਟੀ ਦੇ ਰਹੇ ਆ ਮੈਂ ਉਹਦਾ ਬਤੌਰ ਆਪਣਾ ਸੀਨੀਅਰ ਲੀਡਰ ਤੇ ਵੱਡਾ ਭਰਾ ਬਹੁਤ ਸਤਿਕਾਰ ਕਰਦੀ ਰਹੀ ਹਾਂ, ਉਹ ਵੀ ਮੈਨੂੰ ਪਿਆਰ ਕਰਦੇ। ਹੁਣ ਉਹਦਾ ਬੇਟਾ ਚੋਣ ਲੜ ਰਿਹਾ ਹੋਵੇ, ਚਰਨਜੀਤ ਸਿੰਘ ਅਟਵਾਲ ਮੇਰੇ ਕੋਲ ਆ ਕੇ ਤਰਲੇ ਪਾਵੇ 35 ਉਹ ਕਹਿੰਦੇ 30 ਸਾਲ ਦੀ ਤੋਂ ਅੱਗੇ ਵੀ ਬੀਜੇਪੀ ਨੂੰ ਵੋਟਾਂ ਪਵਾ ਰਹੀ ਹੈ, ਜੇ ਅਸੀਂ ਖਲੋ ਗਏ ਹਾਂ ਤੇ ਤੁਸੀਂ ਸਾਨੂੰ ਵੀ ਦਿਓ ਤਾਕਤ ਕਿ ਅਸੀਂ ਉੱਥੇ ਜਾ ਕੇ ਤੁਹਾਡੇ ਕੰਮ ਕਰਾ ਸਕੀਏ ਉੱਥੇ ਸਰਕਾਰ ਕੋ। ਫਿਰ ਸਰਕਾਰ ਦੀਆਂ ਸ਼ਰਤਾਂ ਮੈਂ ਰੱਖੀਆਂ ਕਿ ਸਿੱਖ ਮੁੱਦੇ ਨੇ, ਆਹ ਸਿੱਖ ਮੁੱਦੇ ਹੈ, ਜੇ ਤੁਸੀਂ ਸਰਕਾਰ ਦੇ ਕੋਲੋਂ ਇਹ ਕਰਾ ਸਕਦੇ ਹੋ ਤੇ ਅਸੀਂ ਬੇਨਤੀ ਕਰ ਦੇਵਾਂਗੇ। ਸਿਰਫ ਇੱਕ ਐਲਾਨ ਮੈਂ ਕੀਤਾ, ਕਿਸੇ ਰੋਡ ਸ਼ੋਅ 'ਚ ਨਹੀਂ ਮੈਂ ਗਈ, ਕੋਈ ਸਟੇਜਾਂ ਤੇ ਨਹੀਂ ਗਈ ਕਿਤੇ। ਇਹਦਾ ਮਤਲਬ ਕਿ ਮੇਰਾ ਕਿਸੇ ਨੂੰ ਇਹ ਗੱਲ ਕਹਿਣੀ ਕਿ ਵੋਟ ਪਾ ਦਿਓ ਸਿਰਫ ਇਸ ਕਰਕੇ ਕਿ ਸਿੱਖ ਮਸਲੇ ਹੱਲ ਕਰਾਉਣੇ ਆ ਤੇ ਇਹ ਬਹੁਤਾ ਸ਼ਕਤੀਸ਼ਾਲੀ ਹੋ ਗਿਆ। ਜਿਹੜਾ ਇਹਨਾਂ 30 ਸਾਲ ਮਿਨਿਸਟਰੀਆਂ ਮਾਣੀਆਂ ਜਾਂ MP ਬਣੇ, ਉਹ ਰਾਜ ਕੀਤਾ, ਚੀਫ ਮਿਨਿਸਟਰ ਬਣੇ, ਉਹ ਸ਼ਕਤੀਸ਼ਾਲੀ ਨਹੀਂ ਸੀ। ਜੀ ਬਿਲਕੁਲ। ਫਿਰ ਸਾਂਝ ਇਹਨਾਂ ਦੀ ਉਹਨਾਂ ਦੀ ਕਿ ਮੇਰੇ ਨਾਲ ਕੋਈ ਲੀਡਰ ਦੱਸ ਦਿਓ ਜਿਹੜਾ ਮੈਂ ਜਾ ਕੇ ਮਿਲੀ ਹੋ ਮੈਂ ਕਦੀ। ਇਹ ਤੁਸੀਂ ਵਾਰ-ਵਾਰ ਗੱਲ ਕਰਦੇ ਹੋ, ਹੋਰ ਵੀ ਬਹੁਤ ਸਾਰੇ ਲੀਡਰ ਗੱਲ ਕਰਦੇ, ਜਗਮੀਤ ਸਿੰਘ ਬਰਾੜ ਦੀ ਗੱਲ ਕੀਤੀ ਜਾਵੇ ਜਾਂ ਹੋਰ ਬਹੁਤ ਟਕਸਾਲੀ ਅਕਾਲੀ ਨੇ ਉਹ ਵੀ ਗੱਲ ਕਰਦੇ, ਕਹਿੰਦੇ ਸ਼੍ਰੋਮਣੀ ਕਮੇਟੀ ਹੁਣ ਖਤਰੇ 'ਚ, ਉਹਨੂੰ ਬਚਾਉਣ ਦੀ ਲੋੜ ਆ। ਕਿਹੜਾ ਖਤਰਾ ਲੱਗਦਾ ਤੁਹਾਨੂੰ ਜਿਹੜਾ ਸ਼੍ਰੋਮਣੀ ਕਮੇਟੀ ਤੇ ਮੰਡਰਾ ਰਿਹਾ? ਦੇਖੋ ਖਤਰੇ 'ਚ ਨਹੀਂ ਹੈ, ਸਿਰਫ ਇੱਕੋ ਹੀ ਹੈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਸਿਆਸੀ ਪਾਰਟੀਆਂ ਚੋਣ ਲੜਾ ਕੇ ਭੇਜਦੀਆਂ ਨੇ, ਉਹ ਆਪਣੀ ਮਰਜ਼ੀ ਦਾ ਉਹ ਵਰਕਰ ਦਿੰਦੀਆਂ ਨੇ ਜਿਹੜਾ ਵਰਕਰ ਉਹਨਾਂ ਦੀ ਗੁਲਾਮੀ ਕਰ ਸਕੇ, ਜਿਹੜਾ ਉਹਨਾਂ ਦੇ ਅਨੁਸਾਰ ਹੀ ਉੱਥੇ ਕੰਮ ਕਰੇ, ਪ੍ਰਚਾਰ ਹੋਵੇ ਨਾ ਹੋਵੇ ਲੇਕਿਨ ਉਹ ਉਹਨਾਂ ਦੀ ਪਾਰਟੀ ਦੀਆਂ ਵੋਟਾਂ ਮਜ਼ਬੂਤ ਕਰੇ। ਜੀ ਇੱਥੋਂ ਮਹਿਸੂਸ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਤਕੜੀ ਹੋਵੇ, ਅਸੀਂ ਕਹਿੰਦੇ ਆ ਰਹਿਣ, ਪਰ ਉੱਥੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਤੇ ਜਦੋਂ ਸਾਡੇ ਮੈਂਬਰ ਉੱਥੇ ਇੰਟਰਸਟ ਨਹੀਂ ਲੈਣਗੇ, ਜਦੋਂ ਮੁਲਾਜ਼ਮ ਸਾਡੇ ਤੋਂ ਉੱਥੋਂ ਨਹੀਂ ਡਰਨਗੇ ਕਿ ਜੇ ਗਲਤੀ ਵੀ ਕਰਾਂਗੇ ਤਾਂ ਉੱਥੇ ਸਿਰ ਤੇ ਹੈਗੇ ਸਾਡੇ ਕੋਲ ਲੀਡਰ, ਸਿਫਾਰਿਸ਼ ਪਵਾ ਲਾਂਗੇ, ਉਸ ਵੇਲੇ ਫਿਰ ਕੰਮ 'ਚ ਰੁਕਾਵਟ ਆਉਂਦੀ ਹੈ। ਜੀ ਜੇ ਪ੍ਰਧਾਨ ਕੋਈ ਮੇਰੇ ਵਾਂਗੂ ਡਟ ਕੇ ਰਹਿੰਦਾ ਜਾਂ ਅੜ ਕੇ ਰਹਿੰਦਾ ਤੇ ਉਹਦਾ ਫਿਰ ਇਹੀ ਹੈ ਨਾ ਵੀ ਪਾਰਟੀ 'ਚੋਂ ਬਾਹਰ ਕੱਢੋ। ਹੁਣ ਉੱਥੇ ਪਾਰਟੀ 'ਚ ਮੇਰੇ ਕੋਲ ਪਲੇਟਫਾਰਮ ਕੋਈ ਨਹੀਂ ਸੀ। ਜੀ ਕਾਂਗਰਸ ਵਿੱਚ ਮੈਂ ਜਾ ਨਹੀਂ ਸਕਦੀ, BJP 'ਚ ਮੈਂ ਮੂੰਹ ਨਹੀਂ ਲਾ ਸਕਦੀ, ਆਮ ਆਦਮੀ ਪਾਰਟੀ ਨੂੰ ਮੈਂ ਕਦੀ ਉੱਥੇ ਸੋਚ ਹੀ ਨਹੀਂ ਸਕਦੀ। ਤਾਂ ਮੇਰੇ ਕੋਲ ਅਕਾਲੀ ਦਲ ਪਹਿਲਾਂ ਹੀ ਅਕਾਲੀ ਦਲ ਹੀ ਹੈ, ਮੈਂ ਅਕਾਲੀ ਦਲ 'ਚ ਜੰਮੀ ਹੈ, ਅਕਾਲੀ ਦਲ 'ਚ ਮੈਂ ਰਹਿਣਾ, ਭਾਵੇਂ ਜੋ ਮਰਜ਼ੀ ਇਹਨੇ ਮੈਨੂੰ ਕੱਢੀ ਜਾਣ, ਪਰ ਮੇਰੀਆਂ ਰਗਾਂ 'ਚ ਥੋੜ੍ਹਾ ਅਕਾਲੀ ਦਲ ਕੱਢ ਸਕਦੇ। ਮੇਰਾ ਪਿਆਰ ਜਿਹੜਾ ਉਸ ਕੁਰਬਾਨੀਆਂ ਭਰੇ ਇਤਿਹਾਸ ਨਾਲ ਹੈ ਉਹ ਕਿੱਦਾਂ ਮੈਂ ਛੱਡ ਦੂੰਗਾ। ਤੁਸੀਂ ਅੱਜ ਵੀ ਅਕਾਲੀ ਦਲ 'ਚ ਮੰਨਦੇ ਹੋ ਆਪਣੇ ਆਪ ਨੂੰ? ਮੈਂ ਤੇ ਅਕਾਲੀ ਹਾਂ ਜੀ। ਅਕਾਲੀ ਕੀ ਹੁੰਦਾ ਸ਼ਬਦ? ਇਹ ਕਿਸੇ ਬੰਦੇ ਦਾ ਨਾਂ ਨਹੀਂ ਹੈ। ਜੀ ਬਿਲਕੁਲ। ਅਕਾਲੀ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵੇ ਤੇ ਅਕਾਲ ਪੁਰਖ ਦੀ ਫੌਜ ਨਾਲ ਸੰਬੰਧਿਤ ਹੋਵੇ, ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਚੱਲੇ। ਜੀ ਅਕਾਲੀ ਸ਼ਬਦ ਜਿਹੜਾ ਉਹ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿੰਦਾ ਹੈ। ਇਹ ਕਿਸੇ ਬੰਦੇ ਦਾ ਨਾਂ ਥੋੜ੍ਹਾ ਹੈ ਕਿ ਸੰਸਥਾ ਕਿਸੇ ਬੰਦੇ ਦੀ ਹੈ। ਜੀ ਇਹ ਤਾਂ ਅਕਾਲ ਪੁਰਖ ਨੇ ਹੁਕਮ ਕੀਤਾ ਤੇ ਉਹ ਸੰਸਥਾ ਬਣਾਈ ਸੀ ਧਰਮ ਪ੍ਰਚਾਰ ਵਾਸਤੇ। ਹੁਣ ਧਰਮ ਪ੍ਰਚਾਰ ਦੀ ਉਹਨਾਂ ਨੇ ਲਹਿਰ ਛੱਡ ਕੇ ਉਹ ਲਾਪੇ ਨੇ ਸਿਰਫ ਰਾਜਨੀਤੀ ਦੀ ਸ਼ਕਤੀ ਬਣਾਉਣ। ਚੰਗੀ ਗੱਲ ਹੈ, ਮੁਬਾਰਕ ਉਹਨਾਂ ਨੂੰ ਬਣਾਉਣੀ ਚਾਹੀਦੀ ਹੈ। ਅਸੀਂ ਵੀ ਚਾਹੁੰਦੇ ਹਾਂ ਕਿ ਖੇਤਰੀ ਪਾਰਟੀ ਸਾਡੀ ਅਕਾਲੀ ਦਲ ਹੈ ਉਹ ਤਕੜੀ ਰਹੇ, ਕਿਉਂਕਿ ਨੈਸ਼ਨਲ ਪਾਰਟੀਆਂ ਵਿੱਚ ਪੰਜਾਬ ਦੇ ਲੋਕਾਂ ਦਾ ਜਿਹੜਾ ਹੁੰਦਾ ਬਹੁਤਾ ਇਨਸਾਫ ਨਹੀਂ ਹੁੰਦਾ। ਜੀ ਸੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਮੈਨੂੰ ਕੋਈ ਰੋਕ ਨਹੀਂ ਸਕਦਾ। ਮੈਂ ਉਹ ਮੈਨੂੰ ਕੀ ਸਰਟੀਫਿਕੇਟ ਲੈਣਾ ਮੈਂ ਕਿਸੇ ਕੋਲੋਂ ਅਕਾਲੀ ਦਲ ਦਾ?
ਮੈਂ ਕਿਸੇ ਕੋਲ ਸਰਟੀਫਿਕੇਟ ਲੈਣਾ, ਮੇਰੇ ਇਹ ਤਾਂ ਮੇਰਾ ਮਨ ਹੈ ਨਾ, ਮੈਂ ਕੰਮ ਕੀ ਕਰਨਾ ਜੀ। ਤੇ ਜੇ ਮੈਂ ਉਹ ਕਹਿ ਦਿੱਤਾ ਤੇ ਜੇ ਮੈਂ ਕਹਾਂਗੀ ਕਿ ਬੀਜੇਪੀ ਨੂੰ ਵੋਟ ਪਾ ਦਿਓ, ਬੀਜੇਪੀ ਨੂੰ ਮਤਲਬ ਵੀ ਜਿਹੜੀ ਇਸ ਵੇਲੇ ਸਰਕਾਰ ਉਹ ਚ ਨੁਮਾਇੰਦਾ ਆਪਣਾ ਭੇਜ ਦਿਓ, ਤੇ ਉਹ ਗਲਤ। ਜੇ ਮੈਂ ਹੋਮ ਮਿਨਿਸਟਰ ਨੂੰ ਜਾਂ ਪ੍ਰਧਾਨ ਮੰਤਰੀ ਨੂੰ ਕਹਾਂ ਕਿ ਆਹ ਸਿੱਖਾਂ ਦੇ ਮੁੱਦੇ ਹੈ, ਕਿਰਪਾ ਕਰਕੇ ਸੁਣੋ, ਉਹ ਗਲਤ, ਕਿਉਂਕਿ ਸਾਨੂੰ ਹੱਕ ਕੋਈ ਨਹੀਂ ਬੋਲਣ ਦਾ ਨਾ, ਇਹੀ ਤੇ ਪ੍ਰੋਬਲਮ ਹੈ। ਉੱਥੇ ਜੇ ਪ੍ਰਧਾਨ ਮੰਤਰੀ ਨੂੰ ਮਿਲਣਾ ਹੋਵੇ ਤੇ ਸਵਾਏ ਬੀਬਾ ਹਰਸਿਮਰਤ ਮੰਤਰੀ ਹੈ ਉਹ ਮਿਲ ਸਕਦੀ ਹੈ। ਅੱਛਾ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਐਮਪੀ ਨੇ ਉਹੀ ਮਿਲ ਸਕਦੇ ਨੇ, ਭਾਵੇਂ ਪ੍ਰਧਾਨ ਸ਼੍ਰੋਮਣੀ ਕਮੇਟੀ ਹੋਵੇ ਉਹ ਨਹੀਂ ਮਿਲ ਸਕਦਾ। ਅੱਛਾ ਜੀ। ਜੇ ਅਸੀਂ ਨਹੀਂ ਮਿਲ ਸਕਦੇ ਇਹਦਾ ਮਤਲਬ ਕਿ ਉਹ ਕਿਸੇ ਦੀ ਪਾਵਰ ਬਣ ਹੀ ਨਹੀਂ ਦਿੰਦੇ, ਕਿਸੇ ਨੂੰ ਅੱਗੇ ਆਉਣ ਨਹੀਂ ਦਿੰਦੇ, ਕਿਸੇ ਨੂੰ ਗੱਲ ਕਰਨ ਦਾ ਹੁਕਮ ਕੀ ਹੈ ਉੱਥੇ। ਜਿਹੜਾ ਕੋਈ ਮਾੜੀ ਮੋਟੀ ਗੱਲ ਕਰੇਗਾ ਉਹ ਤੋਂ ਖਤਰਾ। ਹੁਣ ਮੇਰੇ ਤੋਂ ਕੀ ਖਤਰਾ ਜੀ, ਦੱਸੋ ਉਹਨਾਂ ਨੂੰ। ਮਾਫ ਕਰਨਾ ਬੀਬੀ ਜੀ, ਫੈਸਲੇ ਵੀ ਪੁੱਛ ਕੇ ਲਏ ਜਾਂਦੇ ਨੇ ਜਿਹੜੇ ਕਮੇਟੀ ਦੇ ਵਿੱਚ ਹੁੰਦੇ ਨੇ। ਪ੍ਰੋਬਲਮ ਤੇ ਇਹੀ ਹੈ ਕਿ ਮੈਂ ਪੁੱਛ ਕੇ ਨਹੀਂ ਲੈਂਦੀ। ਮੈਂ ਕਰੋਨਾ ਦਾ ਸਾਰਾ ਸਿਸਟਮ ਜਿਹੜਾ ਚਲਾਇਆ ਸੀ ਸੇਵਾ ਦਾ, ਮੈਂ ਇੱਕ ਗੱਲ ਨਹੀਂ ਪੁੱਛੀ, ਸਗਾ ਉਹਨਾਂ ਨੂੰ ਮੈਂ ਨਾਲ ਲੈ ਲਿਆ ਜਦੋਂ ਮੈਂ ਕਨਸੈਂਟਰੇਟਰ ਵਗੈਰਾ ਲਾਉਂਦੀ ਸੀ, ਤੇ ਮੈਂ ਕਿਹਾ ਚਲੋ ਪ੍ਰਧਾਨ ਜੀ ਨੇ ਇਹਨਾਂ ਦੀ ਵੀ ਸੇਵਾ, ਉਹ ਚਾਹੁੰਦੇ ਸੀ ਮੈਂ ਵੀ ਸੇਵਾ ਕਰਾਂ, ਉਹਨਾਂ ਨੇ ਵੀ ਮੰਗਾ ਕੇ ਦਿੱਤੇ ਕਨਸੈਂਟਰੇਟਰ, ਉਹਨਾਂ ਨੂੰ ਅਸੀਂ ਨਾਲ ਲੈ ਲੈਂਦੇ ਸੀ ਵੀ ਚਲੋ ਸਾਡੀ ਇੱਕ ਸੰਸਥਾ ਸ਼੍ਰੋਮਣੀ ਅਕਾਲੀ ਦਲ, ਉਹਦੇ ਪ੍ਰਧਾਨ ਜੀ ਨੇ ਇਹਨਾਂ ਦਾ ਵੀ ਜੀ ਕਰਦਾ ਵੀ ਸੇਵਾ ਕਰਨ ਨੂੰ ਕਰਨ, ਉਹ ਕੋਈ ਗੱਲ ਨਹੀਂ, ਪਰ ਮੈਂ ਆਪ ਫੈਸਲਾ ਲਿਆ ਸੀ ਵੀ ਮੈਂ ਇਹ ਕੰਮ ਕਰਨਾ। ਦੂਜੀ ਗੱਲ, ਕਿਸਾਨ ਮੋਰਚਾ ਲੱਗਾ ਇਮੀਡੀਏਟ ਹੋ ਜੇ ਮੈਂ ਬਣੀ ਸੀ ਉਦਣ ਹੀ, ਤਾਂ ਉਸ ਦਿਨ ਹੀ ਮੈਂ ਚੁੱਕ ਕੇ ਤੇ ਫਟਾਫਟ ਜੋ ਲੰਗਰ ਦੇ ਕੰਮ ਤੇ, ਜੋ ਤੰਬੂਆਂ ਦੇ ਕੰਮ ਤੇ, ਜੋ ਬਿਸਤਰੇ ਦੇ ਕੰਮ, ਜੋ ਟਾਇਲਟਸ ਦੇ ਕੰਮ, ਜੋ ਬਿਮਾਰੀ ਇਲਾਜ ਦੇ ਮੈਡੀਕਲ ਕੰਮ ਸਾਰੇ ਕਰ ਦਿੱਤੇ ਜੀ। ਸੋ ਇਹ ਚੀਜ਼ਾਂ ਜਿਹੜੀਆਂ, ਜਿਹੜਾ ਪ੍ਰਧਾਨ ਆਪਣੇ ਫੈਸਲੇ ਲੱਖ ਰੁਪਇਆ ਉੱਥੇ ਦੇਣਾ, ਜੇ ਕੋਈ ਮੌਤ ਹੁੰਦੀ ਸੀ ਤੇ ਸਾਰਿਆਂ ਨੂੰ ਦਿੱਤਾ, ਇਹ ਚੀਜ਼ਾਂ ਦੇ ਫੈਸਲੇ ਮੈਂ ਆਪ ਹੀ ਲੈ ਲੈਂਦੀ ਸੀ ਜੀ। ਜੇ ਮੈਂ ਉੱਥੇ ਪਿਛਲੀ ਵਾਰੀ ਮਤਾ ਪਾਇਆ ਸੀ ਵੀ RSS ਖਬਰਦਾਰ ਦਖਲਅੰਦਾਜ਼ੀ ਨਾ ਕਰੇ, ਜੇ ਅਸੀਂ ਪਾ ਦਿੱਤਾ ਤੇ ਤਾਂ ਵੀ ਝੜਕਾਂ ਹੀ ਸੀਗੀਆਂ ਸਾਨੂੰ। ਅੱਛਾ, ਤਾਂ ਵੀ ਸਾਨੂੰ ਬੋਲਿਆ ਗਿਆ ਕਿਉਂ ਪਾਇਆ? ਮੇਰਾ ਕਹਿਣ ਤੋਂ ਭਾਵ ਕਿ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਸੀ ਬਿਨਾਂ, ਤੁਸੀਂ ਨਹੀਂ ਕਰ ਸਕਦੇ ਹੈ, ਪਰ ਮੁੜ ਕੇ ਤੁਹਾਨੂੰ ਕੋਈ ਦੇਖੂਗਾ ਨਹੀਂ ਉੱਥੇ ਜਿਹੜਾ ਕਰੇਗਾ। ਬਸ ਇਦਾਂ ਹੀ ਹੈ, ਸਾਲ ਪੂਰੇ ਕਰੀ ਜਾਓ, ਜਿੱਦਾਂ ਲੌਂਗੋਵਾਲ ਸਾਹਿਬ ਨੇ ਵਿਚਾਰੇ ਨੇ ਸਾਲ ਪੂਰੇ ਕਰ ਲਏ, ਜਿਹੜਾ ਦੂਜਿਆਂ ਨੇ ਕਰ ਲਏ, ਹੁਣ ਧਾਮੀ ਸਾਹਿਬ ਸਾਲ ਹੀ ਪੂਰੇ ਕਰਨ ਦੇ, ਉੱਥੇ ਕੀ ਕਰਨ ਦੇ ਦੱਸੋ? ਜਿਹੜਾ ਅਕਾਲ ਤਖਤ ਤੁਹਾਨੂੰ ਨਹੀਂ ਸਮਝਦਾ ਕੁਝ ਵੀ ਜੀ, ਕੀ ਕਰੋਗੇ ਤੁਸੀਂ ਉੱਥੇ? ਤੇ ਬੀਬੀ ਜਿਹੜੀ ਤੁਸੀਂ ਸ਼੍ਰੋਮਣੀ ਅਕਾਲੀ ਪੰਥ ਦਾ ਐਲਾਨ ਕੀਤਾ, ਸ਼੍ਰੋਮਣੀ ਅਕਾਲੀ ਪੰਥ ਸਿਆਸੀ ਹੋਵੇਗੀ ਜਾਂ ਗੈਰ ਸਿਆਸੀ ਹੋਵੇਗੀ? ਬਿਲਕੁਲ ਗੈਰ ਸਿਆਸੀ। ਇੱਕ ਉਹ ਪਲੇਟਫਾਰਮ ਬਣਾਇਆ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ, ਸਿਰਫ ਇਹਦੇ ਲਈ, ਸ਼੍ਰੋਮਣੀ ਕਮੇਟੀ ਲਈ, ਇਹਦੀ ਹਿਫਾਜ਼ਤ ਲਈ, ਇਹ ਧਰਮ ਪ੍ਰਚਾਰ ਲਈ, ਇਹਦੇ ਚ ਸਾਰੇ ਜਿਹੜੇ ਹੋਣਗੇ ਨਾ ਜੀ, ਉਹ ਵੀ ਸਿੱਖ ਹੀ ਹੋਣਗੇ, ਗੁਰਸਿੱਖ ਹੋਣਗੇ, ਜਿਹੜੇ ਵਿੱਚ ਕੰਮ ਕਰਨ ਵਾਲੇ ਹੋਣਗੇ। ਉਹਨਾਂ ਦਾ ਮੋਸਟਲੀ ਇਹੀ ਕੰਮ ਹੋਏਗਾ ਕਿ ਆਪਾਂ ਸਾਰੀਆਂ ਸੰਸਥਾਵਾਂ ਦੇ ਨਾਲ ਸੰਪਰਕ ਜੋੜੀਏ ਜੀ, ਸਿੰਘ ਸਭਾਵਾਂ ਦੇ ਨਾਲ ਸੰਪਰਕ ਜੋੜੀਏ, ਜਿੰਨੇ ਸਿੱਖ ਬੁੱਧੀਜੀਵੀ ਨੇ ਉਹਨਾਂ ਨਾਲ ਸੰਪਰਕ ਜੋੜੀਏ, ਜਿੰਨੇ ਕੋਈ ਚੰਗੇ ਰਾਜਨੀਤਿਕ ਲੋਕ ਨੇ ਉਹਨਾਂ ਕੋਲੋਂ ਵੀ ਇਹਦੇ ਸੰਬੰਧ ਵਿੱਚ ਵਿਚਾਰਾਂ ਲੈ ਸਕੀਏ। ਤੇ ਇਹ ਨਾ ਹੋਵੇ ਕਿ ਜਿਹੜੇ ਸਾਡੇ ਅੱਜ ਸਿੱਖ ਨੇ ਕਈਆਂ ਪਾਰਟੀਆਂ ਜਾ ਕੇ ਬਹਿ ਗਏ ਜੀ, ਹੁਣ ਹੈ ਤੇ ਉਹ ਸਿੱਖ ਹੀ ਹੈ ਨਾ। ਮੈਨੂੰ ਇੱਕ ਗੱਲ ਯਾਦ ਆਉਂਦੀ ਹੈ, ਪ੍ਰਧਾਨ ਮੰਤਰੀ ਸੀਗੇ ਸਰਦਾਰ ਮਨਮੋਹਨ ਸਿੰਘ ਜੀ, ਸਾਡੀ ਸ਼੍ਰੋਮਣੀ ਕਮੇਟੀ ਤੋੜਨ ਲੱਗ ਪਿਆ ਹਰਿਆਣੇ ਵਾਲੇ ਹੁੱਡਾ ਉਹ ਤਾਂ ਚੀਫ ਮਿਨਿਸਟਰ ਸੀਗੇ, ਹੁੱਡਾ ਨੇ ਐਕਟ ਪਾਸ ਕਰ ਦਿੱਤਾ, ਤੇ ਅਸੀਂ ਬੜੇ ਚਿੰਤਤ ਹੋਏ ਵੀ ਇਹ ਕੀ ਬਣ ਗਿਆ ਵੀ ਸਾਡੀ ਏਡੀ ਵੱਡੀ ਸੰਸਥਾ। ਤੇ ਮੈਂ ਉੱਥੇ ਬਾਦਲ ਸਾਹਿਬ ਨਾਲ ਗੱਲ ਕੀਤੀ, ਉਦੋਂ ਮੁੱਖ ਮੰਤਰੀ ਸੀ, ਤੇ ਮੁੱਖ ਮੰਤਰੀ ਜੀ ਨੂੰ ਮੈਂ ਕਿਹਾ ਕਿ ਆਪਾਂ ਉੱਥੇ ਮਿਲਣਾ ਪ੍ਰਧਾਨ ਮੰਤਰੀ ਜੀ ਨੂੰ ਜੀ। ਬਾਦਲ ਸਾਹਿਬ ਨੇ ਟਾਈਮ ਲਿਆ, ਮੈਨੂੰ ਨਾਲ ਲੈ ਕੇ ਗਏ, ਅਸੀਂ ਬਾਦਲ ਸਾਹਿਬ ਤੇ ਮੈਂ ਗਏ ਉੱਥੇ, ਉਹ ਮੁੱਖ ਮੰਤਰੀ ਸੀਗੇ, ਮੈਂ ਪ੍ਰਧਾਨ ਸੀ। ਉੱਥੇ ਗਏ ਤੇ ਅਸੀਂ ਉਹਨਾਂ ਨੂੰ ਚਿੰਤਾ ਜ਼ਾਹਰ ਕੀਤੀ ਕਿ ਜੀ ਸਾਡੀ ਸ਼੍ਰੋਮਣੀ ਕਮੇਟੀ ਹੈ ਤੇ ਅਸੀਂ ਹਰਿਆਣੇ ਦੀ ਸਰਕਾਰ ਜਿਹੜੀ ਹੈ ਉਹ ਗਲਤ ਕੰਮ ਕਰਨ ਲੱਗੀ ਹੈ, ਤੇ ਅਸੀਂ ਕਿਹਾ ਜੀ ਤੁਸੀਂ ਇੰਟਰਵੀਨ ਕਰੋ, ਇਹ 'ਚ ਤੁਸੀਂ ਦਖਲ ਕਰੋ। ਉਹ ਕਹਿਣ ਲੱਗੇ ਕਿ ਮੈਂ CM ਸਾਹਿਬ ਤੇ ਬੀਬਾ ਜੀ, ਤੁਸੀਂ ਸੋਚ ਸਕਦੇ ਹੋ ਕਿ ਮੈਂ ਇੱਕ ਸਿੱਖ ਹੈ ਤੇ ਮੇਰੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਮੈਂ ਬੈਠਾ ਹੋਵਾਂ ਤੇ ਮੇਰੇ ਹੁੰਦਿਆਂ ਇਹ ਕੰਮ ਹੋ ਜੇ? ਮੇਰੇ ਬਾਪ ਦੀ ਕੁਰਬਾਨੀ ਹੈ ਸ਼੍ਰੋਮਣੀ ਕਮੇਟੀ 'ਚ, ਤੇ ਬਤੌਰ ਸਿੱਖ ਜਦ ਤੱਕ ਮੈਂ ਇਸ ਕੁਰਸੀ ਤੇ ਰਹਾਂਗਾ ਇਹ ਸ਼੍ਰੋਮਣੀ ਕਮੇਟੀ ਟੁੱਟ ਨਹੀਂ ਸਕਦੀ। ਇਹ ਉਹਦੇ ਸ਼ਬਦ ਸੀ। ਹੁਣ ਤੁਸੀਂ ਸਿੱਖੀ ਦਾ ਸਰਟੀਫਿਕੇਟ, ਜੇ ਉਹ ਕਾਂਗਰਸ ਦੇ ਵਿੱਚ ਪ੍ਰਧਾਨ ਮੰਤਰੀ ਰਿਹਾ, ਕਿ ਸਿੱਖੀ ਦਾ ਸਰਟੀਫਿਕੇਟ ਉਹਨੂੰ ਕੌਣ ਦੇਗਾ? ਅਕਾਲੀ ਦਲ। ਉਹਨੂੰ ਅਕਾਲੀ ਦਲ ਦੇਗਾ, ਉਹਨੇ ਗੁਰੂ ਕੋਲ ਲੈਣਾ ਜੀ, ਉਹਨੇ ਉਹਦੇ ਸਤਿਕਾਰ ਕੋਲ ਵਿੱਚ ਲੈਣਾ। ਤੇ ਇਹ ਜੇ ਅਸੀਂ ਕਹਿੰਦੇ ਹਾਂ ਕਿ ਜਿਹੜਾ ਸਿੱਖ, ਜਿਹੜਾ ਗੁਰਸਿੱਖ, ਜਿਹੜਾ ਅੰਮ੍ਰਿਤਧਾਰੀ, ਜਿਹੜਾ ਕੋਈ ਬਾਣੀ ਦਾ ਧਾਰਨੀ ਹੈ, ਜਿਹੜਾ ਸਿਧਾਂਤਾਂ ਦਾ ਪ੍ਰਪੱਕ ਹੈ, ਜਿਹੜਾ ਸ਼੍ਰੀ ਅਕਾਲ ਤਖਤ ਨੂੰ ਸਮਰਪਿਤ ਹੈ, ਉਹ ਸਿੱਖ ਹੈ। ਤੇ ਕਹਿੰਦੇ ਕਿਉਂ ਕਹਿੰਦੇ? ਕਿਉਂ ਕਿ ਇਹਦਾ ਮਤਲਬ ਕਿ ਹੁਣ ਸਾਡੇ ਕੋਲ ਜਿੰਨੇ ਸਿੱਖ ਅਕਾਲੀ ਦਲ ਨੂੰ ਵੋਟ ਪਾਉਂਦੇ ਆ ਉਹੀ ਸਿੱਖ ਹੈ।
ਪਰ ਉਹ ਤਾਂ ਇਹ ਵੀ ਸਵਾਲ ਚੁੱਕਦਾ ਤੁਸੀਂ ਜਿਸ ਤਰ੍ਹਾਂ ਤੁਸੀਂ ਸੱਦਾ ਦਿੱਤਾ ਕਿ ਕਾਂਗਰਸ 'ਚ ਵੀ ਜੇ ਕੋਈ ਹੈਗਾ ਜਾਂ ਆਮ ਆਦਮੀ ਪਾਰਟੀ ਜਾਏ ਦੂਜੀਆਂ ਪਾਰਟੀਆਂ 'ਚ ਹੈਗਾ ਤੁਸੀਂ ਆ ਜਾਓ ਇੱਕ ਮੰਚ ਤੇ ਲੜੋ। ਪਰ ਉਹ ਕਹਿੰਦੇ ਉਹੀ ਕਾਂਗਰਸ ਆ ਜਿਹਨੇ 84 ਬਲੂ ਸਟਾਰ ਆਪਰੇਸ਼ਨ ਸਾਕਾ ਨੀਲਾ ਤਾਰਾ ਤੇ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਜਥੇਬੰਦੀ ਐਲਾਨ ਕਰਦੇ ਹੋ, ਉਹਨਾਂ ਦਿਨਾਂ ਦੇ ਵਿੱਚ ਹੀ ਤੁਸੀਂ ਇਹ ਐਲਾਨ ਕਰਦੇ ਹੋ ਕਿ ਆਓ ਆਪਾਂ ਰਲ ਕੇ ਚੋਣਾਂ ਲੜੀਏ। ਇਹਦਾ ਸਭ ਤੋਂ ਵੱਧ ਜਿਹੜਾ ਉਹਨਾਂ ਨੇ ਉਹ ਕੀਤੇ ਨੇ, ਸਭ ਤੋਂ ਵੱਧ ਪ੍ਰਚਾਰ ਜਗੀਰ ਕੌਰ ਨੇ ਕੀਤਾ। ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਅਟੈਕ ਹੋਇਆ ਸਭ ਤੋਂ ਵੱਧ ਪ੍ਰਚਾਰ ਕੀਤਾ ਹੋਊਗਾ ਇਹਨਾਂ ਨਾਲੋਂ। 84 ਦਾ ਕਤਲੇਆਮ ਹੋਇਆ ਸਭ ਤੋਂ ਵੱਧ ਪ੍ਰਚਾਰ ਕੀਤਾ ਹੋਊਗਾ ਜਗੀਰ ਕੌਰ ਨੇ, ਅੱਜ ਵੀ ਕਰਦੀ ਹੈ ਔਰ ਅੱਜ ਵੀ ਸਟੇਜਾਂ ਤੇ ਬੋਲਦੀ ਹੈ। ਔਰ ਤੁਸੀਂ ਹੈਰਾਨ ਹੋਵੋਗੇ ਜਿਸ ਦਿਨ ਮੈਂ ਉਦੋਂ ਸਿੱਖਾਂ ਦੇ ਮਸਲੇ ਰੱਖੇ ਤਾਂ ਸਭ ਤੋਂ ਜ਼ਿਆਦਾ ਇਹ ਮੈਂ ਪਹਿਲਾ ਮਸਲਾ ਰੱਖਿਆ ਕਿ ਇੰਦਰਾ ਗਾਂਧੀ ਦੇ ਨਾਂ ਦੇ ਉੱਤੇ 에ਅਰਪੋਰਟ ਕਿਉਂ ਬਣਿਆ। ਉਹ ਤੇ ਸਾਡੀ ਨਸਲਕੁਸ਼ੀ ਕਰਨ ਵਾਲੀ ਸ਼ਖਸੀਅਤ ਮਤਲਬ ਵੀ ਪ੍ਰਧਾਨ ਮੰਤਰੀ ਸੀ। ਜਦੋਂ ਵਰਲਡ 'ਚ ਲੋਕ ਆਉਂਦੇ ਆ ਉਹਨਾਂ ਨੂੰ ਇੱਕਦਮ ਲੱਗਦਾ ਹੋਏਗਾ ਕਿ ਦੱਸੋ ਪਹਿਲਾਂ ਹੀ ਸਾਡੇ ਉੱਤੇ ਥੋੜਾ ਮਾਰਿਆ ਕਿ ਇੰਦਰਾ ਗਾਂਧੀ ਦਾ ਨਾਂ ਅਸੀਂ ਪੜ੍ਹਦੇ ਆ ਕੇ। ਤੇ ਮੈਂ ਕਿਹਾ ਉਹਦਾ ਨਾਂ ਜਿਹੜਾ ਬਦਲ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਕਿਉਂ ਨਹੀਂ ਹੋ ਸਕਦਾ। ਜੇ ਮੇਰੇ ਦਿਮਾਗ ਵਿੱਚ ਇਹ ਦਰਦ ਹੈ ਤਾਂ ਹੀ ਮੈਂ ਕਰਦੀ ਨਾ ਦਿਲ ਵਿੱਚ। ਤੇ ਜੇ ਉੱਥੇ ਰਾਹੁਲ ਗਾਂਧੀ ਵੋਟ ਬਣਾ ਸਕਦਾ ਆਪਣੀ, ਸੋਨੀਆ ਗਾਂਧੀ ਵੋਟ ਬਣਾ ਸਕਦੀ, ਉਹਦੀ ਬਣ ਸਕਦੀ ਵੋਟ ਨਹੀਂ। ਤੁਸੀਂ ਇਹ ਦੱਸੋ ਮੈਨੂੰ, ਜਿਹੜਾ ਸਿੱਖ ਥੱਲੇ ਵਰਕਰ ਹੈ ਉਹਦਾ ਕੀ ਕਸੂਰ ਹੈ ਜੀ? ਉਹਨੇ ਤਾਂ ਕਿਸੇ ਨਾ ਕਿਸੇ ਪਾਰਟੀ ਨੂੰ ਵੋਟ ਪਾਉਂਦਾ ਹੋਏਗਾ, ਲੇਕਿਨ ਹੈ ਤਾਂ ਸਿੱਖ ਨਾ। ਸਿੱਖਾਂ ਨੂੰ ਤੁਸੀਂ ਕਿੱਦਾਂ, ਤਾਂ ਹੀ ਤੇ ਨੁਕਸਾਨ ਇੱਥੇ ਹੋ ਰਿਹਾ ਹੈ ਕਿ ਜਿਹੜੇ ਕੋਈ ਹੋਰ ਸਿੱਖ ਆਂਦੇ ਉਹ ਸੋਚਦੇ ਕਿ ਸਾਨੂੰ ਤੇ ਸਿੱਖ ਹੀ ਨਹੀਂ ਸਮਝਦੇ ਜੀ, ਸਾਰਿਆਂ ਨੂੰ ਇੱਕੋ ਅੱਖ ਨਾਲ ਦੇਖਦੇ। ਹਾਂ, ਉਹ ਸਿੱਖਾਂ ਦੀ ਸੰਸਥਾ ਹੈ, ਨਾ ਕਿ ਇਕੱਲੇ ਅਕਾਲੀ ਦਲ ਦੀ, ਨਾ ਕਿ ਕੇਵਲ ਜਿਹੜੇ ਵੋਟ ਬਾਦਲ ਦੀ ਪਾਰਟੀ ਨੂੰ ਪਾਉਂਦੇ ਆ। ਮੈਂ ਵੀ ਵਿੱਚੇ ਹੀ ਪਾਰਟੀ ਦੀ ਰਹੀ ਹਾਂ। ਕੱਲੇ ਜਿਹੜੇ ਮੈਨੂੰ ਵੋਟ ਪਾਉਂਦੇ ਸੀ ਉਹੀ ਸਿੱਖ ਥੋੜਾ ਸੀ। ਹੁਣ ਇੱਥੇ ਸਾਡੇ ਹਲਕੇ ਦੇ ਵਿੱਚ ਹੀ ਵੋਟਾਂ ਪਾਉਂਦੇ ਨੇ ਦੂਜੇ ਕਾਂਗਰਸ ਵਾਲਿਆਂ ਨੂੰ, ਤੇ ਉਹ ਜਦੋਂ ਮੈਂ ਉਹਨਾਂ ਕੋਲ ਬਹਿਨੀ ਆ ਮੈਂ ਕਹਿੰਦੀ ਬੇਟਾ ਤੁਸੀਂ ਵੋਟ ਕਾਂਗਰਸ ਨੂੰ ਪਾਉਂਦੇ ਹੋ, ਜਦ ਸ਼੍ਰੋਮਣੀ ਕਮੇਟੀ ਕਹਿੰਦੇ ਸ਼੍ਰੋਮਣੀ ਕਮੇਟੀ ਤੁਹਾਨੂੰ ਪਾਉਂਦੇ ਆ। ਸੱਚਾਈ ਹੈ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਮੈਨੂੰ ਵੋਟਾਂ ਪਾਉਂਦੇ ਨੇ, ਜਿਹੜੇ ਉਸ ਵੇਲੇ ਐਮਐਲਏ ਵਾਰੀ ਉਹਨੂੰ ਪਾਉਂਦੇ ਨੇ ਕਾਂਗਰਸ ਵਿੱਚ। ਤੁਹਾਨੂੰ ਦੱਸੋ ਉਹਨੂੰ ਸਿੱਖੀ ਜੋ ਕੱਢ ਦਈਏ, ਵੋਟ ਨਾ ਬਣਾਈਏ? ਇਹ ਤੇ ਗਲਤ ਗੱਲ ਹੈ। ਨਹੀਂ, ਇਹੀ ਤੇ ਗੱਲਾਂ ਤਕਲੀਫ ਦੇ ਰਹੀਆਂ ਲੋਕਾਂ ਨੂੰ, ਤਾਂ ਹੀ ਤੇ ਲੋਕ ਕਹਿੰਦੇ ਕਬਜ਼ਾ। ਇਹੀ ਤਾਂ ਹਟਾਉਣ ਨੂੰ ਲੋਕੀ ਕਹਿੰਦੇ। ਜਦੋਂ ਮੈਂ ਸਿੱਖਾਂ ਦੀ ਆਵਾਜ਼ ਚੁੱਕਦੀ ਹਾਂ ਉਦੋਂ ਕਹਿੰਦੇ ਕਿ ਬੀਬੀ ਜੀ ਸਿੱਖਾਂ ਦੀ ਆਵਾਜ਼ ਕੋਈ ਚੱਕਦੀ, ਇਕੱਲੇ ਅਕਾਲੀਆਂ ਦੀ ਚੱਕੇ। ਬਥੇਰੀ ਚੱਕੀ ਹੈ ਪਰ ਸਿੱਖਾਂ ਨੂੰ ਤੇ ਨਾ ਇਗਨੋਰ ਕੀਤਾ ਜਾ ਸਕਦਾ। ਜੀ ਬਿਲਕੁਲ, ਪਹਿਲਾਂ ਤਾਂ ਸਿੱਖ ਹੀ ਹੈ ਸਾਡੇ ਲਈ, ਹੈ ਤਾਂ ਸਿੱਖ ਹੈ। ਹੁਣ ਤੁਸੀਂ ਉਹ ਮੰਨ ਲਓ, ਤੁਸੀਂ ਵੋਟ ਕਿਹਨੂੰ ਪਾਣੀ, ਮੈਂ ਤੁਹਾਨੂੰ ਪੁੱਛਿਆ ਤਾਂ ਨਹੀਂ। ਜੇ ਤੁਸੀਂ ਮੈਨੂੰ ਸਵਾਲ ਕਰਦੇ ਹੋ ਕਿ ਬੀਬੀ ਜੀ ਵੋਟ ਕਿਹਦੀ ਬਣ ਸਕਦੀ, ਮੈਂ ਕਹੂੰਗੀ ਜਿਹੜਾ ਤੁਹਾਡੇ ਵਰਗਾ ਸਿੱਖ ਹੈ, ਪੂਰਨ ਸਿੱਖ ਵੋਟ ਬਣਾ ਸਕਦਾ। ਤੇ ਮੈਨੂੰ ਕੀ ਪਤਾ ਤੁਸੀਂ ਕਾਂਗਰਸੀ ਹੋ ਕਿ ਬੀਜੇਪੀ ਹੋ ਕਿ ਆਪ ਹੋ ਕਿ ਅਕਾਲੀ ਹੋ ਜੀ। ਇਹ ਗੱਲ ਪਤਾ ਨਹੀਂ, ਜਾਣ ਕੇ ਹੋਰ ਕੋਈ ਮੁੱਦਾ ਨਹੀਂ ਲੱਭ ਰਿਹਾ ਜੀ। ਮੁੱਦਾ ਨਹੀਂ ਹੈਗਾ ਜੀ। ਅੱਛਾ ਬੀਬੀ ਜੀ, ਜੇਕਰ ਪ੍ਰਮਾਤਮਾ ਤੁਹਾਡੇ ਤੇ ਮਿਹਰ ਕਰ ਦਿੰਦਾ, ਸ਼੍ਰੋਮਣੀ ਕਮੇਟੀ ਦੇ ਵਿੱਚ ਤੁਹਾਨੂੰ ਸੇਵਾ ਦੁਆਰਾ ਮਿਲ ਜਾਂਦੀ ਹੈ, ਤਾਂ ਕੀ ਏਜੰਡੇ ਹੋਣਗੇ ਕਿ ਜੋ ਬੇਅਦਬੀਆਂ ਹੋਈਆਂ ਜਾਂ ਜੋ ਸਰੂਪ ਲਾਪਤਾ ਹੋਏ ਕਿ ਉਹਨਾਂ ਦੀ ਭਾਲ ਕਰਵਾਓਗੇ? ਉਹਨਾਂ ਜਿਹੜੇ ਸਿੱਖ ਹਾਲੇ ਤੱਕ ਇਨਸਾਫ ਦੀਆਂ ਲੈ ਕੇ ਠੋਕਰਾਂ ਖਾ ਰਹੇ ਨੇ, ਲਗਾਤਾਰ ਮੋਰਚੇ ਲੱਗੇ ਹੋਏ ਨੇ ਪਰ ਇਨਸਾਫ ਨਹੀਂ ਦੇ ਰਹੀ ਕੋਈ ਵੀ ਸਰਕਾਰ। ਗੁਟਕਾ ਸਾਹਿਬ ਦੀ ਸਹੁੰ ਵੀ ਖਾਧੀ ਜਾਂਦੀ ਹੈ ਦੰਦਵਾਂ ਸਾਹਿਬ ਵਾਲਾ ਹੱਥ ਕਰਕੇ, ਫਿਰ ਉਹ ਮੁੱਖ ਮੰਤਰੀ 24 ਘੰਟਿਆਂ ਬਾਅਦ ਕੋਈ ਇਨਸਾਫ ਨਹੀਂ, ਸਰਕਾਰ ਵੀ ਬਦਲ ਜਾਂਦੀ ਹੈ, ਤੀਜੀ ਸਰਕਾਰ ਵੀ ਆ ਜਾਂਦੀ ਹੈ। ਕੀ ਤੁਸੀਂ ਇਨਸਾਫ ਦਵਾ ਪਾਓਗੇ? ਸਰਕਾਰਾਂ ਤੋਂ ਤੁਸੀਂ ਆਸ ਹੀ ਨਹੀਂ ਕਰ ਸਕਦੇ। ਉਹਨਾਂ ਨੇ ਝੂਠ ਬੋਲ ਕੇ ਸਰਕਾਰਾਂ ਬਣਾਈਆਂ, ਭਾਵੇਂ ਕੈਪਟਨ ਸਾਹਿਬ ਸੀ, ਭਾਵੇਂ ਕੇਜਰੀਵਾਲ ਸੀ। ਇਹਨਾਂ ਨੇ ਤੇ ਸਾਨੂੰ ਗਾਲਾਂ ਕੱਢ ਕੇ ਹੀ ਲੋਕਾਂ ਨੂੰ, ਕਿਉਂਕਿ ਲੋਕ ਅੱਗੇ ਦੁਖੀ ਸੀ, ਲੋਕ ਉਹਨਾਂ ਦੇ ਅੰਦਰ ਦਰਦ ਸੀਗਾ। ਇਹਨਾਂ ਨੇ ਨਬਜ਼ ਫੜ ਲਈ, ਉਹ ਨਬਜ਼ ਫੜ ਕੇ ਇਹਨਾਂ ਨੇ ਜਿਹੜਾ ਅਕਾਲੀ ਦਲ ਸੀ ਉਹ ਵੀ ਖਤਮ ਕੀਤਾ। ਚਲੋ ਕਾਂਗਰਸ ਦੇ ਅਸੀਂ ਕਹਿੰਦੇ ਵੀ ਕਾਂਗਰਸ ਦੇ ਸਰਕਾਰਾਂ ਪਤਾ ਨਹੀਂ ਕਿਉਂ ਲੋਕੀ ਮੌਕਾ ਦੇ ਦਿੰਦੇ ਆ। 2 ਵਾਰੀ ਸਰਕਾਰ ਉਹਨਾਂ ਨੇ ਬਣਾਤੀ, ਪੰਜਾਬ ਦੇ ਵਿੱਚ ਅੱਗੇ ਬਣੀ ਨੇ ਜੀ। ਤੇ ਜੇ ਲੋਕਾਂ ਨੇ ਅਜੇ ਤੱਕ ਇਹ ਵੀ ਨਹੀਂ ਸਬਕ ਸਿੱਖਿਆ ਤੇ ਉਹ ਕਿਉਂ? ਕਿਉਂਕਿ ਉਹ ਪੰਥ ਕੋਲ ਜੋ ਆਸ ਕਰਦੇ ਸੀ ਉਹ ਪੂਰਾ ਨਹੀਂ ਹੋ ਸਕਿਆ ਪੰਥਕ ਸਰਕਾਰ ਕੋਲੋਂ। ਸੋ ਪੰਥਕ ਸਰਕਾਰ ਦਾ ਲੋਕਾਂ ਨੂੰ ਦੁੱਖ ਹੀ ਇਸ ਕਰਕੇ ਲੱਗਦਾ ਕਿ ਸਾਡੀ ਸਰਕਾਰ ਹੋਵੇ, ਇਹ ਸਾਡੀ ਪਾਰਟੀ ਹੋਵੇ, ਇਹ ਗਲਤੀ ਕਿਉਂ ਕਰਦੇ ਆ? ਮਾਫ ਕਰਨਾ, ਸਿੱਖ ਤਾਂ ਇਹ ਗੱਲ ਕਹਿੰਦੇ ਵੀ ਜਦੋਂ ਸਾਡੀ ਸਰਮੌਰ ਸੰਸਥਾ ਐਸਜੀਪੀਸੀ ਆ ਤੇ ਸਾਡੀ ਸੁਪਰੀਮ ਕੋਰਟ ਸ਼੍ਰੀ ਅਕਾਲ ਤਖਤ ਸਾਹਿਬ ਆ, ਅਸੀਂ ਤਾਂ ਕਹਿੰਦੇ ਸਾਨੂੰ ਉਹ ਇਨਸਾਫ ਦੇਵੇ। ਅਸੀਂ ਤਾਂ ਸਰਕਾਰਾਂ ਤੋਂ ਮੰਗਦੇ ਨਹੀਂ, ਪਰ ਉਹ ਜਦੋਂ ਇਨਸਾਫ ਨਹੀਂ ਕਰਦੇ ਕਹਿ ਰਹੀ ਹੈ ਕਿ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ, ਮੈਂ ਤੇ ਦੇਖੋ ਮੈਂ ਪਹਿਲਾਂ ਵੀ ਕਹਿੰਦੀ ਰਹੀ ਹਾਂ ਕਿ ਕਿਸੇ ਤਰੀਕੇ ਨਾਲ ਹੱਲ ਕਰੋ, ਤੁਸੀਂ ਇੱਥੋਂ ਸੰਦੇਸ਼ ਦਿਓ। ਪਰ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੰਡੀਸ਼ਨਾਂ ਹੀ ਲਾ ਕੇ ਭੇਜਿਆ ਜਾਵੇ ਕਿ ਅਸੀਂ ਤਾਂ ਪੇਸ਼ ਹੋਣਾ ਜੇ ਆ ਕਰੋਗੇ ਤੇ ਤੁਸੀਂ ਖੋਲੋਗੇ ਕੰਡੀਸ਼ਨਾਂ ਜੋ ਅੱਜ ਜਥੇਦਾਰ ਸਾਹਿਬ ਤੇ ਲੱਗਦੀਆਂ? ਮੈਂ ਸਦਾ ਹੀ ਖੋਲਦੀ ਹਾਂ, ਮੈਂ ਤਾਂ ਹੁਣ ਵੀ ਖੋਲਦੀ ਹਾਂ ਵੀ ਨਹੀਂ, ਜਥੇਦਾਰ ਨੂੰ ਜਦੋਂ ਬੈਠ ਗਏ ਆ ਉਹਨਾਂ ਨੂੰ ਬਿਲਕੁਲ ਜੋ ਸਾਡਾ ਧਰਮ ਕਹਿੰਦਾ, ਗੁਰਮਤਿ ਕਹਿੰਦੀ ਹੈ, ਜੋ ਸਿਧਾਂਤ ਕਹਿੰਦਾ ਉਹਦੇ ਅਨੁਸਾਰ ਚੱਲਣਾ ਚਾਹੀਦਾ। ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਉਹਦੇ ਅਨੁਸਾਰ ਚੱਲਣਾ ਚਾਹੀਦਾ, ਬਿਲਕੁਲ ਗੁਲਾਮ ਨਹੀਂ ਹੋਣਾ ਚਾਹੀਦਾ। ਹਾਂ, ਐਡਮਿਨਿਸਟ੍ਰੇਸ਼ਨ ਦੇ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜੇ ਕੋਈ ਗਲਤੀ ਹੁੰਦੀ ਹੈ ਤਾਂ ਵੀ ਕਹਿ ਸਕਦੇ ਆ, ਤਾਂ ਵੀ ਸਾਨੂੰ ਦੱਸ ਸਕਦੇ ਵੀ ਇਹ ਗਲਤੀ ਹੈ, ਤੁਸੀਂ ਠੀਕ ਕਰੋ, ਕਿਉਂਕਿ ਉਹਨਾਂ ਨੇ ਆਦੇਸ਼ ਕਰਨਾ ਹੁੰਦਾ ਸਾਨੂੰ, ਅਸੀਂ ਲੈਨੇ ਆਦੇਸ਼ ਉਹਨਾਂ ਦੇ, ਔਰ ਆਦੇਸ਼ ਮੰਨਣਾ ਸਾਡਾ ਪਰਮ ਧਰਮ ਹੈ। ਤੁਸੀਂ ਮੰਨਦੇ ਹੋ ਅੱਜ ਜਥੇਦਾਰ ਸਾਹਿਬ ਗੁਲਾਮ ਨੇ?
ਦੇਖੋ ਜਿਹਨੂੰ ਹੁਣ ਬੋਲਣ ਤੋਂ ਵੀ ਡੱਕਣ ਦੇ ਆ ਵੀ ਜੇ ਬੋਲੇਗਾ ਤਾਂ ਲਾ ਦੇਾਂਗੇ ਤੇ ਫਿਰ ਕਿਤੇ ਜਾ ਵੀ ਨਹੀਂ ਸਕਦਾ। ਨਹੀਂ ਚਲ ਜਾਣਾ ਚਾਹੀਦਾ, ਕਿਉਂ ਗੁਲਾਮ ਹੁੰਦੇ? ਨਹੀਂ ਹੋਣਾ ਚਾਹੀਦਾ ਗੁਲਾਮ ਨੂੰ, ਕਿਉਂ ਨਹੀਂ ਜਾਣਾ ਚਾਹੀਦਾ। ਮੈਂ ਤੇ ਇਸ ਗੱਲ ਦੇ ਹੱਕ 'ਚ ਜੀ। ਅੱਛਾ ਬੀਬੀ ਜੀ, ਇਹ ਵੀ ਚਰਚਾਵਾਂ ਚੱਲ ਰਹੀਆਂ ਸੀ, ਕਹਿੰਦੇ ਤੁਸੀਂ ਢੀਂਡਸਾ ਸਾਹਿਬ ਨਾਲ ਵੀ ਜਾਣਾ ਸੀ, ਉਹਨਾਂ ਨੂੰ ਕਿਹਾ ਸੀ ਮੈਨੂੰ ਪ੍ਰਧਾਨ ਲਾ ਦਿਓ ਪਾਰਟੀ ਦੇ ਤੇ ਮੈਂ ਤੁਹਾਡੀ ਪਾਰਟੀ ਸਾਂਭ ਲੈਣੀ ਹੈ, ਪਰ ਉਹਨਾਂ ਨੇ ਮਨਾ ਕਰਤਾ, ਫਿਰ ਤੁਸੀਂ ਆਪਦੀ ਪਾਰਟੀ ਬਣਾ ਲਈ। ਇਹਦੇ 'ਚ ਕੀ ਸੱਚਾਈ ਕੀ ਹੈ? ਦੇਖੋ ਸੱਚਾਈ ਤੇ ਹੁਣ ਮੈਂ ਕਿਹੜੇ ਲੋਕਾਂ ਦੀਆਂ ਐਵੇਂ ਫਿਜ਼ੂਲ ਦੀਆਂ ਗੱਲਾਂ ਦਾ ਜਵਾਬ ਦੇਵਾਂ। ਢੀਂਡਸਾ ਸਾਹਿਬ ਨੇ ਤੇ ਮੈਨੂੰ, ਜਦੋਂ ਸ਼੍ਰੋਮਣੀ ਕਮੇਟੀ ਦੀ ਚੋਣ ਹੋਈ ਹੈ ਨਾ ਜੀ, ਕੁਝ ਮੈਂਬਰ ਉਹਨਾਂ ਦੇ ਕੋਲ ਉਹਨਾਂ ਦੇ ਨਾਲ ਸਹਿਮਤ ਸੀਗੇ ਜੀ। ਉਹਨਾਂ ਨੇ ਮੈਨੂੰ ਆਪ ਕਿਹਾ ਕਿ ਬੀਬੀ ਜੀ ਜੇ ਤੁਸੀਂ ਚੋਣ ਲੜੋਗੇ ਤੇ ਅਸੀਂ ਤੁਹਾਡੇ ਨਾਲ ਹੈ। ਮੈਂ ਕਿਹਾ ਜੀ ਕੋਈ ਨਹੀਂ, ਮਿਹਰਬਾਨੀ ਜੀ। ਮੈਂ ਹੋਰ ਕੀ ਕਹਿਣਾ ਸੀ। ਮੈਂ ਕਿਹਾ ਠੀਕ ਹੈ ਜੀ, ਵੋਟ ਪਾਓ। ਉਹ ਵੋਟ ਪੈ ਗਈ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਬੁਲਾਇਆ ਸੀ ਮੀਟਿੰਗ 'ਚ, ਮੈਂ ਗਈ ਹਾਂ। ਉਹਨਾਂ ਨੇ ਕਿਹਾ ਕਿ ਬੀਬੀ ਜੀ ਤੁਸੀਂ ਅੱਗੇ ਲੱਗ ਕੇ ਬਾਗਡੋਰ ਸੰਭਾਲੋ, ਮੇਰੀ ਸਿਹਤ ਠੀਕ ਨਹੀਂ। ਮੈਂ ਕਿਹਾ ਭਾਜੀ ਕੋਈ ਗੱਲ ਨਹੀਂ, ਤੁਸੀਂ ਇੱਦਾਂ ਹੀ ਰਹੋ ਤੇ ਮੈਨੂੰ ਹੁਕਮ ਲਾਈ ਜਾਓ, ਜਿੱਥੇ ਜਾਣਾ, ਜਿੱਥੇ ਮੀਟਿੰਗਾਂ ਕਰਨੀਆਂ ਮੈਂ ਅੱਗੇ ਲੱਗ ਕੇ ਤੁਰੂੰਗੀ, ਮੈਂ ਕੰਮ ਕਰੂੰਗੀ। ਫਿਰ ਉਹ ਮੈਨੂੰ ਕਹਿਣ ਲੱਗੇ ਕਿ ਸਾਰੇ ਬੈਠੇ ਸੀਗੇ, ਉਹਨਾਂ ਨੇ ਕਿਹਾ ਕਿ ਬੀਬੀ ਜੀ ਨੂੰ ਤੁਸੀਂ ਡਿਊਟੀ ਦਿਓ ਜੀ, ਇਹਨਾਂ ਨੂੰ ਐਕਟਿੰਗ ਪ੍ਰਧਾਨ ਲਾ ਦਿਓ। ਮੈਂ ਉਹਨੂੰ ਕਿਹਾ ਕਿ ਮੈਂ ਨਹੀਂ ਬਣਨਾ ਜੀ, ਉਹਦਾ ਕਾਰਨ ਹੈ। ਮੈਂ ਕਿਹਾ ਮੈਂ ਬੜੀ ਵੱਡੀ ਥਾਂ ਤੇ ਰਹੀ ਹਾਂ ਤੇ ਮੇਰਾ ਇਦਾਂ ਹੀ ਠੀਕ ਹੈ ਵੀ ਸ਼੍ਰੋਮਣੀ ਕਮੇਟੀ ਦਾ ਸਾਬਕਾ ਪ੍ਰਧਾਨ ਹੋਣਾ ਹੀ ਮੈਨੂੰ ਬਹੁਤ ਵੱਡੀ ਗੱਲ ਹੈ। ਉਹ ਕਹਿੰਦੇ ਜੀ ਕਿ ਅਸੀਂ ਚਿਹਰਾ ਕੀ ਦਿਖਾਵਾਂਗੇ ਸਟੇਜਾਂ ਦੇ ਉੱਤੇ ਇਸ ਪਾਰਟੀ 'ਚ। ਮੈਂ ਕਿਹਾ ਮੈਂ ਪਾਰਟੀ 'ਚ ਸ਼ਾਮਲ ਨਹੀਂ ਹੋਣਾ ਜੀ, ਕਿਉਂਕਿ ਮੈਂ ਐਕਟਿੰਗ ਪ੍ਰਧਾਨ ਬਣਨਾ ਨਹੀਂ ਚਾਹੁੰਦੀ। ਮੈਂ ਇਦਾਂ ਹੀ ਕੰਮ ਕਰਨਾ, ਮੇਰਾ ਧਾਰਮਿਕ ਕੰਮ ਹੈ, ਮੈਂ ਧਰਮ ਦਾ ਪ੍ਰਚਾਰ ਵੀ ਕਰੂੰਗੀ। ਤੁਹਾਡੀ ਪਾਰਟੀ ਆਪੇ ਮਜ਼ਬੂਤ ਹੋਣੀ ਹੈ ਜਦੋਂ ਮੈਂ ਧਰਮ ਦੀਆਂ ਗੱਲਾਂ ਕਰਾਂਗੀ ਜਾ ਕੇ ਜੀ। ਸੋ ਇਸ ਕਰਕੇ ਤੁਸੀਂ ਕਿਉਂ ਚਿੰਤਾ ਕਰਦੇ ਹੋ ਕਿ ਮੈਨੂੰ ਤੁਸੀਂ ਅਹੁਦੇ ਦਿਓ? ਤੁਸੀਂ ਮੈਨੂੰ ਜਿੱਥੇ ਬੋਲਣਾ ਸਟੇਜ ਦੇ ਉੱਤੇ ਸ਼੍ਰੋਮਣੀ ਕਮੇਟੀ ਬੀਬੀ ਜਗੀਰ ਕੌਰ ਨਾਂ ਲੈ ਦਿਓ, ਵੀ ਬੜੀ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਬਾਈ, ਬਾਬੇ ਦੀ ਕਿਰਪਾ ਨਾਲ ਬਣਿਆ ਹੋਇਆ। ਕਹਿਣ ਲੱਗੇ ਠੀਕ ਹੈ। ਹੁਣ ਜਦੋਂ ਮੇਰੇ ਕੋਲ ਸਾਰੇ ਉਹ ਮੈਂਬਰ ਆਉਂਦੇ ਸੀ, ਕਹਿੰਦੇ ਸੀ ਬੀਬੀ ਜੀ ਤੁਸੀਂ ਆਓ, ਤੁਸੀਂ ਅੱਗੇ ਲੱਗੋ। ਮੈਂ ਉਹਨੂੰ ਕਿਹਾ ਕਿ ਢੀਂਡਸਾ ਸਾਹਿਬ ਪ੍ਰਧਾਨ ਜੀ ਨੇ ਤੇ ਮੈਂ ਹੁਣ ਜੋ ਤੁਸੀਂ ਪ੍ਰੋਗਰਾਮ ਲਿਖੋਗੇ ਉੱਦਾਂ ਹੀ ਤੁਰਾਂਗੀ। ਮੈਂ ਪ੍ਰੋਗਰਾਮ ਥੋੜ੍ਹਾ ਆਪਣੇ ਆਪ ਲਿਖਾਂਗੀ, ਜਿਹੜੇ ਮੈਂ ਉਹ ਲਿਖਦੀ ਹਾਂ ਆਪਣੇ ਇਲਾਕੇ 'ਚ ਜਾਂ ਮੈਂ ਜਿੱਥੇ ਜਾਂਦੀ ਹਾਂ, ਮੈਂ ਉਹਨੂੰ ਕਹਿੰਦੀ ਹਾਂ ਕਿ ਢੀਂਡਸਾ ਸਾਹਿਬ ਦੁੱਖਾਂ ਸੁੱਖਾਂ ਜਾਈਦਾ ਵੀ ਢੀਂਡਸਾ ਸਾਹਿਬ ਦੇ ਨਾਲ ਜੁੜੋ ਸਾਰੇ ਜਣੇ। ਤੇ ਮੈਂ ਕਿਹਾ ਮੈਂ ਹੁਣ ਇਹੀ ਕਹਿ ਸਕਦੀ, ਹੋਰ ਮੈਂ ਕੀ ਕਹਿ ਸਕਦੀ? ਉਹ ਮਹਿਸੂਸ ਕਰਦੇ ਸੀ ਸੀਗਾ ਸਾਰੇ ਜਣੇ ਵੀ ਤੁਸੀਂ ਇਹਦੇ 'ਚ ਸ਼ਮੂਲੀਅਤ ਕਿਉਂ ਨਹੀਂ ਕਰਦੇ। ਮੈਂ ਕਿਹਾ ਜੀ ਮੈਂ ਇੱਦਾਂ ਨਹੀਂ, ਮੈਂ ਕਰਨਾ ਨਹੀਂ। ਜੀ ਆਖਰੀ ਸਵਾਲ ਲਵਾਂਗਾ, ਕਿਉਂਕਿ ਮੈਂ ਪੰਥ ਦੀ ਸੇਵਾ ਕਰਨੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੰਮ ਦੀ ਸੇਵਾ ਕਰਨੀ ਹੈ। ਜਦੋਂ ਤੁਸੀਂ ਤੁਰੋਗੇ ਮੈਂ ਤੁਹਾਡੇ ਨਾਲ ਤੁਰਾਂਗੀ। ਜਿੱਥੇ ਸਿਆਸੀ, ਹਾਂ ਇਹ ਜ਼ਰੂਰ ਹੈ, ਇਹ ਮੈਂ ਕਿਉਂ ਬਣਾਈ ਹੈ, ਇਸ ਕਰਕੇ ਨਹੀਂ ਬਣਾਈ ਕਿ ਮੈਂ ਪ੍ਰਧਾਨ ਬਣਨਾ ਚਾਹੁੰਦੀ ਸੀ। ਮੈਂ ਇਹ ਸੋਚਦੀ ਸੀ ਜੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਹਿੰਦੇ ਆ ਕਿ ਇਹ ਸਿਆਸੀ ਇੰਟਰਫੀਅਰੈਂਸ ਹੁੰਦੀ ਹੈ ਜੇ ਇਹ ਚੋਣਾਂ ਲੜਾਉਂਦੇ ਤੇ ਮੈਂ ਇਹ ਸੋਚਿਆ ਕਿ ਢੀਂਡਸਾ ਸਾਹਿਬ ਦੀ ਪਾਰਟੀ ਵੀ ਤਾਂ ਸਿਆਸੀ ਹੈ, ਉਹ ਵੀ ਤੇ ਫਿਰ ਚੋਣਾਂ ਲੜਾਉਣਗੇ ਤੇ ਫਿਰ ਉਹੀ ਮੈਂਬਰ ਆਉਣਗੇ ਤੇ ਨੈਚੁਰਲੀ ਹੈ ਫਿਰ ਉਹ ਵੀ ਦਖਲਅੰਦਾਜ਼ੀ ਕਰਨਗੇ, ਉਹੀ ਕੰਮ ਹੋਏਗਾ, ਫਿਰ ਕੰਮ ਉਹੀ ਹੋਏਗਾ। ਤਾਂ ਇਹ ਮੈਂ ਸਾਰਿਆਂ ਨਾਲ ਅਸੀਂ ਸਲਾਹ ਕੀਤੀ ਕੁਝ ਚੰਗੀਆਂ ਸ਼ਖਸੀਅਤਾਂ ਨਾਲ। ਉਹ ਕਹਿੰਦੇ ਇੱਕ ਧਾਰਮਿਕ ਪਲੇਟਫਾਰਮ ਦੇ ਦਿਓ, ਨਹੀਂ ਤੇ ਸਾਰੇ ਵਿਚਾਰੇ ਰੁਲੇ ਫਿਰਦੇ ਆ, ਕੋਈ ਉਧਰ ਰੁਲਿਆ ਫਿਰਦਾ, ਕੋਈ ਉਧਰ ਰੁਲਿਆ ਫਿਰਦਾ। ਇੱਕ ਥਾਂ ਦੇ ਉੱਤੇ ਇੱਕ ਬਕਾਇਦਾ ਤੁਸੀਂ ਸਾਰਿਆਂ ਨੂੰ ਮੰਗ ਦਿਓ, ਆਵਾਜ਼ ਦਿਓ ਵੀ ਸਾਰੇ ਇੱਥੇ ਇਕੱਠੇ ਹੋ ਕੇ ਚੋਣ ਲੜ ਲਓ। ਬਾਕੀ ਸਿਆਸੀ ਲੜਾਈਆਂ ਆਪਣੇ ਆਪਣੇ, ਮਾਨਸ ਆਪਣੀ ਸਿਆਸੀ ਲੜਾਈ ਲੜੀ ਜਾਣ, ਇਹ ਆਪਣੀ ਲੜਾਈ ਲੜੀ ਜਾਣ, ਸਾਰੇ ਜਿਹੜਾ ਮਰਜ਼ੀ ਲੜੇ, ਸਾਨੂੰ ਕੋਈ ਤਕਲੀਫ ਨਹੀਂ। ਜਿਹੜਾ ਮਰਜ਼ੀ CM ਬਣੇ, ਜਿਹੜਾ ਮਰਜ਼ੀ ਮਿਨਿਸਟਰ ਬਣੇ, ਮੈਨੂੰ ਕੋਈ ਤਕਲੀਫ ਨਹੀਂ। ਪਰ ਇੱਕ ਗੱਲ ਹੈਗੀ ਹੈ ਕਿ ਇਹ ਪਲੇਟਫਾਰਮ ਨੂੰ ਆਪਣਾ ਧਾਰਮਿਕ ਪਲੇਟਫਾਰਮ ਸਮਝਣਾ ਚਾਹੀਦਾ। ਅੱਛਾ ਬੀਬੀ ਜੀ, ਇਹ ਆਖਰੀ ਸਵਾਲ ਲਵਾਂਗਾ। ਇੱਕ ਗੱਲ ਇਹ ਕਹੀ ਜਾਂਦੀ ਹੈ ਕਿ ਬੀਬੀ ਜੀ ਨੂੰ ਪ੍ਰਧਾਨ ਨਹੀਂ ਐਤਕੀ ਬਣਾਇਆ ਗਿਆ, ਤਾਂ ਕਰਕੇ ਉਹਨਾਂ ਨੇ ਪਾਰਟੀ ਬਣਾ ਲਈ। ਜੇਕਰ ਪ੍ਰਮਾਤਮਾ ਤੁਹਾਡੇ ਤੇ ਮਿਹਰ ਕਰਦਾ ਕਿ ਤੁਸੀਂ ਪ੍ਰਧਾਨ ਦੁਬਾਰਾ ਬਣੋਗੇ, ਸ਼੍ਰੋਮਣੀ ਕਮੇਟੀ ਦੀ ਸੇਵਾ ਸੰਭੋਗੇ ਪ੍ਰਧਾਨ ਬਣ? ਦੇਖੋ ਮੇਰਾ ਆਪਣੀ ਜ਼ੁਬਾਨ ਚੋਂ ਕਹਿੰਦੀ ਹੈ, ਜਨਰਲ ਚੋਣ ਹੋਵੇ, ਮੈਂ ਕਦੀ ਆਪਣੇ ਆਪ ਨੂੰ ਕੈਂਡੀਡੇਟ ਡਿਕਲੇਅਰ ਕਰਕੇ ਪ੍ਰਧਾਨ ਦਾ ਨਹੀਂ ਤੁਰਾਂਗੀ, ਨਹੀਂ ਤੁਰਾਂਗੀ। ਇਹ ਤੁਸੀਂ ਅੱਜ ਦਾਅਵਾ ਕਰਦੇ ਹੋ ਜੀ? ਮੈਂ ਬਿਲਕੁਲ, ਸਾਰੀ ਸੰਗਤ ਸਭ ਲੱਖਾਂ ਨੇ ਸੁਣਨਾ। ਮੈਂ ਉਹ ਚਾਹੁੰਦੀ ਹਾਂ ਜੋ ਸਾਰੇ ਮੈਂਬਰ ਬੈਠ ਕੇ ਫੈਸਲਾ ਕਰਨ, ਬਹੁਮਤ ਜਾਂ ਪੰਜ ਪ੍ਰਧਾਨੀ ਪ੍ਰਣਾਲੀ ਨਾਲ ਜਿਹੜੇ ਬੈਠ ਕੇ ਫੈਸਲਾ ਕਰਨ ਜੀ। ਜੋ ਪਾਰਟੀ ਕਮੇਟੀ ਦੇ ਮੈਂਬਰ ਸਾਰੇ ਫੈਸਲਾ ਕਰਨ, ਉਹੀ ਪ੍ਰਧਾਨ ਹੋਏਗਾ। ਮੇਰੇ ਵੱਲੋਂ ਅੱਜ ਵੀ ਕੋਈ ਮੇਰਾ ਇਹ ਨਹੀਂ ਕਿ ਮੈਂ ਪ੍ਰਧਾਨਗੀ ਦੀ ਕੈਂਡੀਡੇਟ ਬਣ ਕੇ ਤੁਰਾਂਗਾ, ਨਹੀਂ, ਮੈਂ ਬਤੌਰ ਮੈਂਬਰ ਹੀ ਚੋਣ ਲੜਾਂ ਜੀ।
ਜੇਕਰ ਗੱਲ ਕਰੀਏ ਅੱਜ ਪੰਥ ਤੋਂ ਹਟ ਕੇ ਰਸਤੇ ਤੋਂ ਉਹ ਸਿਆਸੀ ਰਾਹ ਦੇ ਉੱਤੇ ਜ਼ਿਆਦਾ ਤੁਰ ਪਿਆ, ਇਸੇ ਕਰਕੇ ਬੀਬੀ ਜੀ ਨੂੰ ਇਹ ਸਟੈਪ ਜਿਹੜਾ ਚੁੱਕਣਾ ਪਿਆ, ਜਥੇਬੰਦੀ ਦਾ ਐਲਾਨ ਕਰਨਾ ਪਿਆ। ਤਾਂ ਹੁਣ ਅੱਗੇ ਦੇਖਣਾ ਭਵਿੱਖ ਦੇ ਵਿੱਚ ਹੋਵੇਗਾ ਕਿ ਬੀਬੀ ਜੀ ਦੇ ਵੱਲੋਂ ਬਣਾਈ ਗਈ ਜਥੇਬੰਦੀ ਨੂੰ ਲੋਕ ਕਿੰਨਾ ਕੁ ਪਿਆਰ ਸਤਿਕਾਰ ਦਿੰਦੇ ਨੇ, ਕੌਮ ਪੰਥ ਕਿੰਨਾ ਕੁ ਸਵੀਕਾਰ ਕਰਦਾ ਗਾ ਇਸ ਜਥੇਬੰਦੀ ਨੂੰ, ਇਹ ਤਾਂ ਆਉਣ ਵਾਲਾ ਭਵਿੱਖ ਹੀ ਦੱਸ ਸਕਦਾ ਹੈ।